सत श्री अकाल जी। इस वक्त असी सुंदर नगर राधा स्वामी डेरे के सामने ठेके दे उत्ते आए हैं जी। हंसराज एंड सन्स लाइसेंस नंबर 113U, ठीक है जी। उस ठेके दे उत्ते सामने खड़े हैं। सो जिथे मैडम मंजू राणा जी पहुँचे ने तो खरीदण वालिਆਂ ਨੂੰ ਪੁੱਛਿਆ ਜਾ ਰਿਹਾ कि ਤੁਹਾਨੂੰ बिल दिते जा रहे कि नहीं ठेके वालों जी। तेरह जू दिखा दो बच्चे, कोई गल नहीं, कुछ नहीं कहना सी तुहानू, दिखा दे तेनू की तुहानू कुछ नहीं कहना, तुहाडा बिल देखना बस। ਤੁਹਾਡਾ हक है बिल लेना। किन्ने दा खरीदिया? ਉਹ ਕਿੰਨੇ ਦਾ ਖਰੀਦਿਆ ਵਾ? 290 ਦੀ ਬੋਤਲ ਦਿੱਤੀ ਹੈ। ਕਿਹੜੀ ਫਸਟ ਚੁਆਇਸ ਦਿਖਾਓ ਜੀ, ਕਿਹੜੀ ਫਸਟ ਚੁਆਇਸ ਇਹਨਾਂ ਨੂੰ ਦਿੱਤੀ ਹੈ ਤੁਸੀਂ ਹੁਣ? 290 ਦਾ ਰਾਣੇ ਦੀ ਆ ਲਓ, ਦਿਖਾ ਦਿਓ ਇੱਕ ਮਿੰਟ ਇਹਨਾਂ ਨੂੰ। ਇਹ ਕਿਹੜੀ ਹੈਗੀ? ਰਾਣਾ ਸ਼ੂਗਰਸ ਲਿਮਟਿਡ ਦੀ ਸ਼ਰਾਬ ਹੈ। ਆਪਣੀ ਰਾਣੇ ਦੀ ਹੈ। ਇਹ ਰਾਣਾ ਸ਼ੂਗਰਸ ਲਿਮਟਿਡ ਦੀ ਸ਼ਰਾਬ ਹੈ। ਇਹ ਕਿੰਨੇ ਦੀ ਹੈ ਜੀ? ਐਕਚੁਅਲ ਰੇਟ ਕੀ ਹੈਗਾ ਇਹਦਾ? ਹਾਂਜੀ 282 ਰੁਪਏ ਰੇਟ। ਇੱਥੇ ਲਿਖਿਆ ਕਿੰਨਾ ਹੈ? ਸ਼ਰਾਬ ਦੀ ਬੋਤਲ ਕਿਹੜੀ ਲਿੱਤੀ ਹੈ ਦਿਖਾ ਦਿਓ। ਆਹ ਦੇਖੋ ਜੀ, ਇਹਨਾਂ ਨੇ ਲਿੱਤੀ ਹੈ ਸ਼ਰਾਬ ਦੀ ਬੋਤਲ 290 ਲਾਏ। ਆਹ ਲਿੱਤੀ ਹੈ ਸ਼ਰਾਬ ਦੀ ਬੋਤਲ 278 ਰੁਪਏ ਤੇ 290 ਰੁਪਏ ਕਿੰਨੇ ਦੀ ਵੇਚੀ? 290 ਜੀ। 290 ਰੁਪਏ 278 ਰੁਪਏ ਰੇਟ ਲਿਖਿਆ ਹੈਗਾ ਤਾਂ 290 ਰੁਪਏ ਦੀ ਵੇਚੀ ਹੈ। ਇਹਨਾਂ ਨੂੰ ਬਿੱਲ ਦਿੱਤਾ ਜੀ ਤੁਸੀਂ? ਨਹੀਂ ਸਰ, ਕੋਈ ਬਿੱਲ ਨਹੀਂ ਦਿੱਤਾ। ਨਹੀਂ, ਤੁਸੀਂ ਸਵੇਰ ਦੀਆਂ ਕਿੰਨੀਆਂ ਬੋਤਲਾਂ? ਦੇਖੋ ਤੁਹਾਨੂੰ ਕੋਈ ਬਿੱਲ ਦਿੱਤਾ ਹੈ ਨਾ? ਦੇਖੋ ਜੀ, ਕਹਿੰਦੇ ਬਿੱਲ ਦਿੱਤਾ ਨਹੀਂ ਜਾ ਰਿਹਾ, ਠੀਕ ਹੈ। ਤੇ 290 ਰੁਪਏ ਦੇ 78 ਰੁਪਏ ਵਾਲੀ ਚੀਜ਼ ਨੂੰ ਇਹਨੂੰ 290 ਚ ਵੇਚਿਆ ਜਾ ਰਿਹਾ। ਤੁਸੀਂ ਕਿੰਨੀਆਂ ਬਿੱਲ ਬੁੱਕ ਬੋਤਲਾਂ ਕਿੱਥੇ? ਵੇਚੀਆਂ ਸਵੇਰ ਦੀਆਂ? ਬਿੱਲ ਬੁੱਕ ਹੈ ਹੀ ਨਹੀਂ ਇੱਥੇ। ਦੱਸੋ ਸਾਨੂੰ ਕਾਊਂਟਿੰਗ ਕਰਕੇ। ਨਹੀਂ, ਹੁਣ ਤੁਹਾਨੂੰ ਆਈਡੀਆ ਹੋਊਗਾ ਕਿੰਨੀਆਂ ਬੋਤਲਾਂ ਵੇਚੀਆਂ ਸਵੇਰ ਦੀਆਂ। ਇਹ ਮੇਨ ਠੇਕਾ ਆ ਜਾਂ ਐਕਸਟੈਂਸ਼ਨ ਹੈ? ਤੁਸੀਂ ਦੱਸੋ ਵੀ ਸੇਲ ਤੋਂ ਚੈੱਕ ਕਰ ਲਓ ਨਾ ਕਿੰਨੇ ਵੇਚੀਆਂ ਸਵੇਰ ਦੀਆਂ। ਅੱਛਾ, ਇਹ ਹਾਤਾ ਵੀ ਤੁਹਾਡਾ ਹੀ ਹੈ? ਇਹਦਾ ਲਾਇਸੈਂਸ ਹੈਗਾ? ਇਹ ਮੇਨ ਠੇਕਾ ਜਾਂ ਐਕਸਟੈਂਸ਼ਨ ਤੇ ਹੈ? ਐਕਸਟੈਂਸ਼ਨ ਤੁਹਾਡੀ ਕਾਗਜ਼ਾਂ 'ਚ ਐਗਜ਼ਿਸਟ ਕਰਦੀ ਹੈਗੀ ਆ। ਕੱਢੋ ਜੀ ਇਹ ਨਹੀਂ, ਬਟ ਮੇਨ ਠੇਕੇ ਤੋਂ ਇਲਾਵਾ ਤੁਸੀਂ ਐਗਜ਼ਿਸਟੈਂਸ ਖੋਲ ਨਹੀਂ ਸਕਦੇ। ਅੱਜ ਤੁਹਾਡੇ ਕਲਿਆਣ ਲਈ ਆਏ ਜਿਹੜਾ ਮੇਨ ਠੇਕਾ ਹੀ ਖੋਲ ਸਕਦਾ ਹੈ, ਦੂਜਾ ਐਕਸਟੈਂਸ਼ਨ ਤੇ ਖੋਲ ਹੀ ਨਹੀਂ ਸਕਦਾ। ਦਿਖਾਣਾ ਹੈ ਕਾਗਜ਼, ਦਿਖਾਣਾ ਹੈ ਕਿ ਕਿਹੜੇ ਵਾਲਾ ਠੇਕਾ ਲਿਆ ਕੇ। ਨਹੀਂ, ਲਾਇਸੈਂਸਿੰਗ ਹੈ। ਲਾਇਸੈਂਸਿੰਗ ਇਸੇ ਏਰੀਏ ਦੇ ਲਾਇਸੈਂਸ ਦਾ ਵਾ। ਤੁਹਾਡੇ ਸਾਹਮਣੇ ਧਾਰਮਿਕ ਸੰਸਥਾਨ ਹੈ, ਇੱਥੇ ਠੇਕਾ ਚੱਲ ਨਹੀਂ ਸਕਦਾ। ਨਹੀਂ ਭਾਵੇਂ ਵਰਕਰ ਹੈ, ਧਾਰਮਿਕ ਸੰਸਥਾਨ ਹੈ। ਧਾਰਮਿਕ ਸੰਸਥਾਨ ਦੇ ਸਾਹਮਣੇ ਠੇਕਾ ਖੋਲ ਸਕਦਾ? ਕੀ? ਆਹੋ ਤੁਹਾਨੂੰ ਦੱਸ ਦਿਓ ਨਾ, ਤੁਹਾਡਾ ਇਹ ਠੇਕਾ ਇਹਨਾਂ ਕਾਗਜ਼ਾਂ 'ਚ ਪੈਂਦਾ। ਪਹਿਲੇ ਕਾਗਜ਼ ਬਣਾ ਕੇ ਲਿਆਏ ਹੋਏ ਅਸੀਂ ਸਾਰੀ ਕਾਗਜ਼ੀ ਕਾਰਵਾਈ ਕਰਕੇ ਲਿਆਏ ਹੋਏ। ਆ ਲਓ ਜੀ। ਕੀ ਨਾਮ ਹੈ ਤੁਹਾਡੇ ਠੇਕੇਦਾਰ ਦਾ? अब रमन कुमार के ठेके पहले भी हम यहाँ से लेते हैं, कभी बिल नहीं दिया। अभी तो कह रहे हैं ना जैसे कि बिल बुक खत्म हो रखी है, शेखुपुर का कभी भी नहीं मिला बिल। ਤੁਸੀਂ ਮੰਨਦੇ ਹੋ ਵੈਸੇ ਕੋਈ ਵੀ ਚੀਜ਼ ਕਿਸੇ ਜਗ੍ਹਾ ਤੋਂ ਖਰੀਦੀਏ ਤਾਂ ਉਹਦਾ ਬਿੱਲ ਹੋਣਾ ਜ਼ਰੂਰੀ ਹੈ? ਇਹਦਾ ਮਤਲਬ ਹੈ ਸਰਕਾਰ ਦੇ ਟੈਕਸ ਦੀ ਚੋਰੀ ਨਹੀਂ ਹੋ ਰਹੀ, ਠੀਕ ਹੈ ਨਾ? ਮਤਲਬ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ। ਐਂਡ ਕਿੰਨੇ ਲੰਮੇ ਸਾਲਾਂ ਤੋਂ ਇਹ ਚੂਨਾ ਲਾਇਆ ਜਾਂਦਾ ਹੋਏਗਾ, ਠੀਕ ਹੈ ਜੀ। ਦੂਜੀ ਚੀਜ਼ ਹੈ, ਇੱਥੇ ਲਾਗੇ ਦੇਖੋ ਧਾਰਮਿਕ ਸੰਸਥਾਨ ਹੈ, ਡੇਰਾ ਹੈ ਰਾਧਾ ਸਮੀ, ਠੀਕ ਹੈ ਜੀ। ਉਹਦੇ ਲਾਗੇ ਬਿਲਕੁਲ ਠੇਕਾ ਤੇ ਹਾਤਾ ਦੋਨੋਂ ਚੀਜ਼ਾਂ ਚੱਲ ਰਹੀਆਂ। रमन कुमार के कोल ठेके हैगे ने। ਨਹੀਂ, ਇਹਦੇ ਵਿੱਚ ਦੱਸੇ ਨੇ ਠੇਕੇ ਦੀ ਜਗ੍ਹਾ ਵੀ ਦੱਸੀ ਹੋਣੀ, ਕਿਹੜੀ ਕਿਹੜੀ ਜਗ੍ਹਾ मैं ਹੈ। ही पूछदी है भी ਤੁਹਾਡਾ ਇਸ ਕਾਗਜ਼ਾਂ 'ਚ ਠੇਕਾ ਆਂਦਾ ਦੱਸੋ। ਇਹ ਤੁਸੀਂ ਪੈਸੇ ਦੇ ਕੇ ਲਿੱਤੇ, ਪੁੱਛੋ ਆਪਣੇ ਮਾਲਕ ਨੂੰ, ਫੋਟੋ ਸਟੇਟ ਦਿਖਾਓ, ਖਿੱਚ ਲਓ ਇਹਦੀ ਫੋਟੋ ਸਟੇਟ। ਦੇਖੋ, ਜਿੱਥੇ ਧਾਰਮਿਕ ਸਥਾਨ ਹੈ ਨਾ, ਉੱਥੇ ਠੇਕਾ ਨਹੀਂ ਚੱਲ ਸਕਦਾ। ਨਹੀਂ ਹੋਣਾ ਚਾਹੀਦਾ ਜੀ ਠੇਕਾ। ਧਾਰਮਿਕ ਸਥਾਨ ਦੇ ਵਿੱਚ ਬਿੱਲ ਤੋਂ ਬਿਨਾ ਠੇਕਾ ਨਹੀਂ ਦਿੱਤਾ। 14% ਟੈਕਸ ਜਿਹੜਾ ਇਹ ਖਾ ਰਹੇ ਹੈਗੇ ਨੇ। ਸਰਕਾਰੀ ਖਜ਼ਾਨੇ ਦੇ ਪੈਸੇ ਤੋਂ ਘਟੇ ਹੈਗੇ ਨੇ। ਅਗਰ 100 ਰੁਪਏ ਦੀ ਬੋਤਲ ਹੈ ਤੇ 14 ਰੁਪਏ ਮਾੜੀ ਜਗ੍ਹਾ ਤੇ ਇਹਨਾਂ ਨੇ 200 ਕਿੰਨੇ ਦੀ ਵੇਚੀ ਹੈ ਬੋਤਲ ਹੁਣੇ? 290 ਰੁਪਏ ਦੀ ਵੇਚੀ ਹੈ। 28 ਇੱਕ ਹੋ ਗਏ, 14 ਨਾਲ 28 ਇੱਕ ਹੋ ਗਏ, 40 ਰੁਪਏ ਸਰਕਾਰ ਦੇ ਹਜਮ ਕਰ ਗਏ ਇੱਕ ਬੋਤਲ ਦੇ ਵਿੱਚ।
ਦੂਜਾ ਇਹ ਠੇਕਾ ਇਹਦੇ ਸਾਹਮਣੇ ਚੱਲ ਨਹੀਂ ਸਕਦਾ ਹੈਗਾ। ਸਾਡਾ ਖਜ਼ਾਨਾ ਕਿਉਂ ਖਾਲੀ ਹੈ? ਉਹਦਾ ਬੇਸਿਕ ਕਾਰਨ ਹੀ ਇਹੀ ਹੈ ਕਿ ਇਹ ਠੇਕੇਦਾਰ ਜਿਹੜਾ ਮੇਨ ਹੈ ਹੋਲਸੇਲ ਤੇ ਦਿੰਦੇ ਆ, ਬੈਟ ਇਹ ਦੇ ਨਹੀਂ ਰਹੇ। ਜੇ 10 ਲੱਖ ਰੁਪਏ ਦਾ ਸ਼ਰਾਬ ਵੇਚ ਰਹੇ ਆ, 1,40,000 ਖਜ਼ਾਨੇ ਦਾ ਹੀ ਖਾ ਰਹੇ ਆ, ਜਿਹੜਾ ਕਿ ਜਨਤਾ ਤੇ ਬੋਝ ਪੈ ਰਿਹਾ ਹੈ। ਅਸੀਂ ਜਨਤਾ ਦਾ ਵੀ ਖਜ਼ਾਨਾ ਭਰਨਾ ਸਾਡਾ ਮਕਸਦ ਇਹ ਹੈ ਵੀ ਇਹ ਠੇਕੇਦਾਰ ਜਿਹੜੇ ਨਜਾਇਜ਼ ਕਰ ਰਹੇ ਹੈਗੇ ਆ, ਬੈਟ ਦੀ ਪੂਰੀ ਚੋਰੀ ਹੋ ਰਹੀ ਹੈਗੀ ਹੈ ਔਰ ਗਰੀਬ ਜਨਤਾ ਪਿਸ ਰਹੀ ਹੈ। ਜਦੋਂ ਖਜ਼ਾਨੇ 'ਚ ਪੈਸਾ ਨਹੀਂ ਆਉਂਦਾ ਫਿਰ ਸਿਲੰਡਰ ਮਹਿੰਗਾ ਹੁੰਦਾ ਵਾ, ਮਹਿੰਗਾਈ ਵੱਧਦੀ ਫਿਰ ਡੀਜ਼ਲ ਵੱਧਦਾ ਵਾ। ਮਹਿੰਗਾਈ ਵਧਣ ਦਾ ਕਾਰਨ ਇੱਕੋ ਹੀ ਹੈ ਕਿ ਸਾਡੇ ਜਿਹੜੇ ਰਾਜੇ ਬਣੇ ਹੋਏ ਸ਼ਹਿਰਾਂ ਦੇ ਇਹ ਟੈਕਸ ਦੀ ਪੂਰੀ ਚੋਰੀ ਕਰ ਰਹੇ ਆ ਰਾਜੇ। ਸਭ ਆਪਣਾ ਸਮਝ ਗਏ? ਇਹਨਾਂ ਦਾ ਖਜ਼ਾਨੇ 'ਚ ਪੈਸਾ ਜਾਣਾ ਨਹੀਂ, ਇਹ ਇਹਨਾਂ ਦੇ ਘਰਾਂ 'ਚ ਜਾ ਰਿਹਾ ਹੈਗਾ। ਇਹ ਰਿਕਾਰਡ ਮੈਂ ਕਢਾ ਕੇ ਲੈ ਕੇ ਆਈ ਹਾਂ ਟੈਕਸੇਸ਼ਨ ਡਿਪਾਰਟਮੈਂਟ ਤੋਂ। ਉੱਥੋਂ ਮੈਨੂੰ ਪਤਾ ਚੱਲਿਆ ਵੀ 1 ਰੁਪਈਆ ਵੀ ਰਿਟੇਲ ਡੀਲਰ ਟੈਕਸ ਦਾ ਜਮ੍ਹਾਂ ਨਹੀਂ ਕਰਾ ਰਹੇ ਹੈ। ਹੋਰ ਕਿਹੜਾ ਖਰੀਦਣ ਵਾਲਾ ਮੈਨੂੰ ਦੱਸੋ। ਔਰ ਇਹ ਵੀ ਦੱਸਣ ਨੂੰ ਧਿਆਨ ਨਹੀਂ ਕਿ ਸ਼ੇਰ ਦੀਆਂ ਕਿੰਨੀਆਂ ਬੋਤਲਾਂ ਵੇਚੀਆਂ ਨੇ। ਆਪਣਾ ਕਾਊਂਟਿੰਗ ਕਰੋ। ਚੱਲੀਏ ਆਪਾਂ ਚੱਲਦੇ ਆਪਾਂ ਚੱਲਦੇ ਰੁਕ ਜਾ ਆਪਣਾ ਕਾਊਂਟਿੰਗ ਕਰੋ ਕਿੰਨੀ ਵੇਚੀ ਤੁਸੀਂ ਕੋਈ ਚੀਜ਼ ਖਰੀਦਦੇ ਹੋ ਬਿੱਲ ਦਿੰਦੇ ਹੀ ਤੁਹਾਨੂੰ। ਸਾਡਾ ਤੇ ਕਹਿ ਗਾੜੀ ਹੋ ਗਏ ਕਹਿੰਦੇ 290 ਦੀ ਆ ਵੇਚਣ 290 ਦੀ ਡੇ 80 ਲੈ ਲਓ ਠੀਕ ਹੈ ਜੀ। 80 ਲੈ ਲਓ ਤਕਰੀਬਨ 14 ਰੁਪਏ ਤੇ ਇੱਥੋਂ ਚੋਰੀ ਕਰਕੇ ਆ ਲਓ ਜੀ ਤੁਸੀਂ ਵੀ ਲਵੋ 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 ਨਾ ਲਵੋ ਨਹੀਂ ਦਿਓ ਵਾਲਾ ਖਰੀਦਣਾ ਆ ਗਾਹਕ ਨੂੰ ਵੀ ਹਾਂ ਦਿਓ ਬੋਤਲ ਬਿੱਲ ਵੀ ਦਿਓ ਨਾਲ ਆ ਬੋਤਲ ਦਿਓ ਉਹਨਾਂ ਨੂੰ ਦੇਖ ਸਕਦੇ ਆ ਕਿ ਬਿੱਲ ਬੁੱਕ ਜਿਹੜੀ ਆ ਉਹ ਇੱਥੇ ਨਹੀਂ ਹੁਣ ਆਈ ਆ ਸੀ। ਬਿੱਲ ਇਹ ਬੁੱਕ। ਹੁਣੇ ਬਿੱਲ ਬੁੱਕ ਅੰਦਰ ਲਿਆਂਦੀ ਗਈ ਆ। ਦਿਖਾਓ ਜੀ ਕਿੰਨੇ ਬਿੱਲ ਕੱਟੇ ਆ ਉਹਦੇ ਚ। ਤੁਸੀਂ ਅੱਜ ਤੱਕ ਸਾਨੂੰ ਬਿੱਲ ਬੁੱਕ ਦਿਖਾ ਦਿਓ, ਅੱਜ ਤੱਕ ਬਿੱਲ ਕਿੰਨੇ ਬੁੱਕ ਬਿੱਲ ਦਿਖਾਓ ਕੱਟੇ ਆ। ਜੀ। ਲਿਓ ਜੀ ਬਿੱਲ ਬੁੱਕ ਦਿਓ ਸਾਨੂੰ, ਅਸੀਂ ਤੁਹਾਡੀ ਬਿੱਲ ਬੁੱਕ ਦੇਖੀਏ। ਇਹ ਤੁਸੀਂ ਕੱਟਣਾ ਬਾਅਦ ਚ ਬਿੱਲ ਪਹਿਲਾਂ ਬੁੱਕ ਪੁਰਾਣੇ ਲੈ ਕੇ ਆਏ ਨੇ ਜੀ। ਕੱਟੇ ਅੱਜ ਤੋਂ ਪਹਿਲਾਂ। ਬੱਚੇ ਦੇਣੀ ਪੈਣੀ ਹੈ ਰਾਜੇ। ਇਹਨੂੰ ਬਾਅਦ ਚ ਕੱਟ ਲਈ, ਜਿਹੜੀ ਨਵੀਂ ਬੋਤਲ ਵੇਚਣੀ ਪਹਿਲਾਂ ਪੁਰਾਣੀ ਦੇ ਦੇ ਸਾਨੂੰ ਜਿਹੜੀ ਕੱਟੀ ਹੋਈ ਆ। ਉਹ ਦੇ ਜਿਹੜੀ ਪਹਿਲਾਂ ਜਿਹੜੀ ਹੁਣ ਮੰਗਾਈ ਆ ਉਹ ਦਿਖਾ ਦੇ ਨਾ। ਫਿਰ ਵੀ ਉਹ ਚ ਹਲੇ ਕੋਈ ਐਂਟਰੀ ਨਹੀਂ ਪਈ ਹੈਗੀ। ਦਿਖਾ ਮੈਨੂੰ ਦਿਖਾ ਦੇ ਨਾ। ਮੈਂ ਇਹਨਾਂ ਸਾਰੀ ਦੇਖੋ ਚੈੱਕ ਕਰ ਘਟਾ ਲੈਂਦੀ ਹਾਂ। ਝੜਦਿਆਂ ਤੋਂ ਪਤਾ ਲੱਗ ਗਿਆ ਨਾ ਵੀ ਠੀਕ ਆ ਵੀ ਕਿੰਨੇ ਕੇ ਬਿੱਲ ਕੱਟਦੇ। ਦੇਖੋ ਹੈ ਨਾ ਕੰਮ ਕਰਦੇ ਆ ਇਦਾਂ ਥੋੜੀ ਹੁੰਦਾ ਕੰਮ ਹੈ ਤੁਸੀਂ ਸਰਕਾਰ ਦਾ ਖਜ਼ਾਨਾ ਖਾਈ ਜਾ ਰਹੇ ਹੈਗੇ ਗੱਡੀ ਜਾਂਦਾ ਦੱਸ ਇਹ ਦਿਹਾੜੀਦਾਰ ਬੰਦੇ ਆ ਲਿਓ ਇਹ ਹਲੇ ਕਾਪੀ ਤੇ ਕੋਈ ਇਹ ਦਿਖਾਓ ਜੀ ਜਿਹੜੀ ਬਿੱਲ ਬੁੱਕ ਹੈ। ਆ ਫੜਾਓ ਸਾਨੂੰ, ਇੱਥੇ ਤਾਂ ਕੋਈ ਨੰਬਰ ਨਹੀਂਗਾ। ਇਹ ਤਾਂ ਜਲ ਹੀ ਆ। ਆ ਦਿਓ ਇਹ ਬਿੱਲ ਆਹ ਬੁੱਕ ਫੜਾ ਨਹੀਂ ਦਿਓ, ਆ ਦਿਖਾ ਦਿਓ ਇਹ ਬੱਚੇ। ਬਿੱਲ ਬੁੱਕ ਨਹੀਂ ਹੈਗੀ। ਇਹ ਜਾਲੀ ਕਾਪੀ ਮੰਗਾਈ ਗਈ ਹੈ, ਇਹਦੇ ਤੇ ਕੋਈ ਨੰਬਰ ਨਹੀਂਗਾ, ਕੋਈ ਕੁਝ ਨਹੀਂ ਹੈਗਾ। ਨਹੀਂ ਇਹਦਾ ਤੇ ਲਾਇਸੈਂਸ ਨੰਬਰ ਹੋਣਾ ਚਾਹੀਦਾ ਜੀ। ਦਿਖਾਓ ਜੀ, ਇਨਵਾਇਸ ਕੁਛ ਨਹੀਂ। ਨੰਬਰ ਹੋਣਾ ਚਾਹੀਦਾ, ਸਭ ਕੁਝ ਆ। ਦਿਖਾਓ ਜੀ ਉਹ ਤੁਸੀਂ ਉਹ ਵੀ ਦਿਖਾ ਦਿਓ। ਪਹਿਲੀ ਵੀ ਦਿਖਾ ਦਿਓ ਜਿਹੜੇ ਅੱਜ ਤੋਂ ਪਹਿਲਾਂ ਤੁਸੀਂ ਬਿੱਲ ਕੱਟੇ ਆ, ਉਹ ਕਿਹੜੀ ਤਰੀਕ ਤੱਕ ਕੱਟੇ ਆ। ਦਿਖਾਓ ਜੀ ਦਿਖਾਓ ਇਹ 'ਚ। ਜਿਹੜੀ ਪਹਿਲੀ ਤਰੀਕ ਤੱਕ ਕੱਟੇ ਨੇ। 290 ਕਿੰਨੇ ਪੈਸੇ ਇਹਨੇ ਬਣਾਏ ਆਖਰੀ ਬਿੱਲ ਦੇਖੋ ਕਿਹੜੇ ਮਹੀਨੇ। ਰੁਪਏ ਘੱਟ ਲਏ ਯਾਰ 200 ਰੁਪਏ ਗਏ ਇਹ ਕਿੱਥੇ ਜਾਣੇ ਦੇ ਘਰ ਲੈਣੇ ਆ ਇਹ ਬਿੱਲ ਬੁੱਕ ਤੇ ਹੈ ਹੀ ਭਰੀ ਆ। ਨਾ ਉਹਨੇ ਪੈਸੇ ਲੈ ਲੈਣੇ ਆ ਠੇਕਾ ਬੰਦ ਹੋ ਹੋਰ ਕੀ ਆ ਸਹੀ ਗੱਲ ਆ ਅੱਧਾ ਬਣਾ ਯਾਰ ਇਹਦੀ ਬਿੱਲ ਬੁੱਕ ਹੀ ਨਹੀਂ ਹੈਗੀ ਤੁਹਾਡੇ ਕੋਲ। 8 ਮਾਰਚ 'ਚ ਇਹਨਾਂ ਨੇ ਸਿਰਫ 2 ਬਿੱਲ ਕੱਟੇ ਹੈਗੇ ਨੇ। ਬੜੀ ਹੈਰਾਨਗੀ ਦੀ ਗੱਲ ਹੈ। ਇਹ 8 ਮਾਰਚ ਹੈ ਕਿ 19 ਮਾਰਚ ਹੈ? 8 ਸਰ ਬਿੱਲ ਅੱਧਾ ਕਰ ਦੇ ਇੱਕ ਬਿਨੀ ਦਾ ਪਾਈਆ ਵੀ ਕੱਢ ਦੇ 8 ਮਾਰਚ 'ਚ ਇਹਨਾਂ ਨੇ 4 ਬਿੱਲ ਕੱਟੇ ਨੇ। 7 ਮਾਰਚ 'ਚ ਇਹਨਾਂ ਨੇ ਆਪਾਂ ਅਪ੍ਰੈਲ ਚ ਆ ਜੀ ਅੱਜ। ਅੱਛਾ ਅਪ੍ਰੈਲ ਦੇ ਚਾ ਇਹ ਕਿਉਂਕਿ 8 ਮਾਰਚ ਤੱਕ ਇਸ ਕਰਕੇ ਕਿਉਂਕਿ 10 ਮਾਰਚ ਤੱਕ 10 ਮਾਰਚ ਤੱਕ ਜਿਹੜਾ ਸੀਗਾ ਕੋਡ ਆਫ ਕੰਡਕਟ 7 ਮਾਰਚ 'ਚ ਇਹਨਾਂ ਨੇ 2 ਕੱਟੇ 10 ਨੇ। ਮਾਰਚ ਤੱਕ ਕੋਡ ਆਫ ਕੰਡਕਟ 7 ਸੀਗਾ। ਮਾਰਚ ਤੱਕ ਇਹਨਾਂ ਨੇ Code of 2 Conduct ਕੱਟੇ ਦੇ ਆ। ਦੌਰਾਨ ਹੀ ਬਿੱਲ ਕੱਟੇ ਗਏ ਨੇ। ਦੇਖੋ ਕੋਡ ਆਫ ਕੰਡਕਟ ਦੇ ਦੌਰਾਨ ਹੀ ਬਿੱਲ ਕੱਟੇ ਗਏ ਨੇ ਕਿਉਂਕਿ 10 ਤਰੀਕ ਨੂੰ ਰਿਜ਼ਲਟ ਆਉਣਾ ਬਾਕੀ ਸੀ। ਠੀਕ ਹੈ ਜੀ।
बस ये बैट तो चेक कर रहे हैं कि बैट नहीं है, ठेका इतने सामने नहीं होना चाहिए था। ਇਹਦੇ ਸਾਹਮਣੇ ਇਹ ਮੇਜ਼ਰਮੈਂਟ ਹੋਈ ਹੈ। ਦੇਖੋ ਬੈਟ ਨਹੀਂ ਜਾ ਰਿਹਾ, ਉੱਤੋਂ ਹੀ ਆਇਆ ਸੀ। ਨਹੀਂ ਨਹੀਂ ਕੀ ਨਹੀਂ ਜਾ ਰਿਹਾ ਮੈਂ ਸਮਝ ਬੈਟ ਨਹੀਂ ਜਾ ਰਿਹਾ, ਜਿਹੜੀ ਸੇਲ ਹੋ ਰਹੀ ਡੇਲੀ ਦਾ ਕੋਈ ਬਿੱਲ ਕੱਟਿਆ ਜਾ ਰਿਹਾ? TCS ਤੇ ਹੈ ਜੀ, ਇਹ ਵੈਟ ਤੇ ਨਹੀਂ ਹੈ। ਨਹੀਂ ਇਹ ਵੈਟ ਸਭ ਦਾ ਕੱਟਣਾ, ਮੈਂ ਉੱਥੇ ਅਸੀਂ ਵੈਟ ਹੁੰਦਾ ਜੀ 14.3%। 14.3% ਵੈਟ ਨਹੀਂ ਜਾ ਜੋ ਰਿਹਾ। ਤੁਸੀਂ ਸੇਲ ਕਰ ਰਹੇ ਹੋ ਹਾਂਜੀ ਠੀਕ ਹੈ, ਉਹਦੇ ਤੇ ਰਿਟੇਲ ਆ ਨਾ, ਇਹ ਰਿਟੇਲ ਠੇਕਾ ਨਾ ਸਰ, It's not L1. ਇਹਦੇ ਵਿੱਚ ਵੈਟ ਨਹੀਂ ਹੁੰਦਾ, ਨਹੀਂ TCS ਨਹੀਂ ਨਹੀਂ ਜੀ ਵੈਟ ਹੁੰਦਾ ਜੀ, ਲੈ ਵੈਟ ਕੇ ਆਏ ਅਸੀਂ ਸਾਰਾ ਕੁਝ, ਅੱਛਾ ਜੀ। 14 ਲੈ ਕੇ ਆਏ ਆਫੀਸਰਸ ਕੋਲ। 14.3% ਵੈਟ ਹੈ। ਨਹੀਂ ਕਹਿੰਦੇ ਕਪੂਰਥਲੇ ਚ ਜਮਾ 14.3% ਵੈਟ ਹੈ। ਠੀਕ ਹੈ ਨਾ, ਇਹ ਰਮਨ ਦੇ ਟੱਕੇ ਨੇ, ਇਹ ਰਮਨ ਦੇ ਕਾਕੂ ਦਾ ਬਣੀ ਹੋਈ ਹੈ। ਸਾਰੀ ਪਾਣੀ ਨਹੀਂ ਬੈਟ GST ਤੋਂ ਜਾਣਾ ਹੈ। ਨਹੀਂ ਕੀਤਾ ਭਾਜੀ, ਜਿਹੜੀ ਸੇਲ ਹੁੰਦੀ ਹੈ ਆਫਰ ਦੇ ਉੱਤੇ ਜਿਹੜੀ ਆ ਉਹ ਵੈਟ ਹੀ ਜਾਣਾ ਦੇ। ਵੈਟ ਟੋਟਲ ਸਾਰੇ ਹੈ। GST ਤੁਹਾਡਾ ਜਿਹੜਾ ਲੱਗ ਰਿਹਾ 14.3% ਹੈ। ਐਡੇ ਟੈਕਸ ਦੀ ਸਿੱਧੀ ਇਹਦਾ ਮਤਲਬ ਤੁਸੀਂ ਕਾਗਜ਼ੀ ਕਾਰਵਾਈ ਚ ਦੇਖੋ, ਇਹ ਇਹਨਾਂ ਦੀ ਮੈਂ ਬਿੱਲ ਚੈੱਕ ਕੀਤੀ ਹੈ 9 ਮਾਰਚ ਤੋਂ ਬਾਅਦ ਅੱਜ ਕਿੰਨੀ ਹੋ ਗਈ ਹੈ, ਅੱਜ ਕਿੰਨੀ ਤਰੀਕ ਹੈ? 7 ਅਪ੍ਰੈਲ ਹੋ ਗਈ ਹੈ। ਇੱਕ ਬਿੱਲ ਵੀ ਕੱਟਿਆ ਗਿਆ ਸੀ ਠੇਕੇ ਦੇ ਉੱਤੇ। ਇਹਦਾ ਮਤਲਬ 14% ਵੈਟ ਹੈ, ਟੋਟਲ ਖਜ਼ਾਨੇ ਦਾ ਪੈਸਾ ਖਾਧਾ ਜਾ ਰਿਹਾ ਹੈਗਾ। ਇਹ ਹਾਲ ਸਾਰੇ ਪੰਜਾਬ ਦੇ ਟੋਟਲ ਕਪੂਰਥਲੇ ਦੇ ਵਿੱਚ ਹੈਗਾ। ਇਹ ਕੰਮ ਵੀ ਕਰਨਾ ਹੋ ਰਿਹਾ ਹੈਗਾ। इलेक्शन के बाद कुछ बिल कटे गए, कितने बिल कटे गए कितने बिल कटे ने इन्होंने टोटल 137 दूना 107 दूना 214 बिल कटे इन्होंने टोटल कोड ऑफ कंडक्ट ਦੇ ਵਿੱਚ ਕੋਡ ਆਫ ਕੰਡਕਟ ਦੇ ਦੌਰਾਨ ਆ ਇਲੈਕਸ਼ਨ ਕੋਡ ਆਫ ਕੰਡਕਟ ਦੇ ਦੌਰਾਨ ਇਹਨਾਂ ਨੇ 8 ਮਾਰਚ ਤੱਕ 214 ਬਿੱਲ ਕੱਟੇ ਨੇ। ਇਹ ਚੀਜ਼ ਆਪਣੇ ਆਪ 'ਚ ਸ਼ੋਅ ਕਰਦੀ ਆ ਕਿ ਅਸੀਂ ਖਜ਼ਾਨੇ ਨੂੰ ਕਿੱਦਾਂ ਲੁੱਟ ਰਹੇ ਹੈਗੇ। ਨਹੀਂ ਬੈਕ ਮੈਂ ਕੋਈ ਕੰਮ 14.3% ਰਿਟੇਲ ਦਾ ਵੱਡੇ ਵੈਟ ਨਹੀਂ। ਰਿਟੇਲ ਦੇ ਬੈਕ ਵਧੀਆ ਅਸੀਂ ਸਾਰੇ ਅਸੀਂ 2 ਘੰਟੇ ਉਹਨਾਂ ਕੋਲ ਲਾ ਕੇ ਆਏ। GST ਬੈਕ ਐਕਸਾਈਜ਼ ਹੋਲਸੇਲ ਤੱਕ ਜਾਣਾ। ਐਕਸਾਈਜ਼ ਜਿਹੜਾ ਹੋਲਸੇਲ ਹੈ ਉਹ ਐਕਸਾਈਜ਼ ਉਹ L1 ਤੱਕ ਹੈ ਜੀ, L1 ਤੱਕ ਹੈ। ਰਿਟੇਲ ਤੋਂ ਬਾਅਦ ਜਿਹੜੀ ਸਾਡੇ ਕੋਲ 14% ਇਹ 14% ਠੇਕੇਦਾਰ ਨਹੀਂ ਦੇ ਰਿਹਾ। 3% ਤੁਹਾਡੇ ਤੇ ਟੈਕਸ ਲੱਗਦਾ। ਅਸੀਂ ਕਿਉਂ ਸਾਡਾ ਖਜ਼ਾਨਾ ਕਿਉਂ ਖਾਲੀ ਹੋ ਰਿਹਾ ਹੈ? ਸਭ ਤੋਂ ਵੱਡੀ ਗੱਲ ਹੈ, ਸਮਝ ਆ ਗਈ ਕਿਉਂ ਗਰੀਬੀ ਹੈ ਸਾਡੀ ਕੰਟਰੀ ਦੇ ਵਿੱਚ। ਇੱਕ ਮਿੰਟ, ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਠੇਕੇਦਾਰ ਅਮੀਰ ਹੋਈ ਜਾ ਰਹੇ ਆ। ਲਿਖਿਆ 290 ਰੁਪਏ ਦੀ ਤੁਸੀਂ ਸੇਲ ਕੀਤੀ ਹੈ ਇਹਨਾਂ ਨੂੰ, 14 ਰੁਪਏ ਤੁਸੀਂ ਲਿਖੇ ਹੋ ਰੇਟ ਤੋਂ ਵੱਧ ਲੈ ਰਹੇ ਹੋ, ਉਤੋਂ ਟੈਕਸ ਦੀ ਚੋਰੀ। ਠੀਕ ਹੈ, 14.3% ਟੈਕਸ ਚੋਰੀ ਕਰ ਇਹ ਲਿਆ। ਬੈਟ ਦੇਖੋ 14 ਰੁਪਏ 2 ਘੰਟੇ ਮੈਂ ਐਕਸਾਈਜ਼ ਅਸਿਸਟੈਂਟ ਕਮਿਸ਼ਨਰ GST ਨਾਲ ਲਗਾ ਕੇ ਆਈ। ਲਗਾਉਣ ਤੋਂ ਬਾਅਦ ਉਹਨਾਂ ਨੂੰ ਮੈਂ ਪੁੱਛਿਆ ਵੀ ਬੈਟ, ਉਹ ਕਹਿੰਦੇ 14% ਹੈ, ਲੇਕਿਨ ਕਪੂਰਥਲੇ ਚ ਇਹ ਦੇਖੋ ਜੀ ਤੁਹਾਡੇ ਸਾਹਮਣੇ ਜਿੰਨੀ ਵੀ ਸੇਲ ਹੋ ਰਹੀ ਆ, ਕਿਸੇ ਨੂੰ ਵੀ ਕੋਈ ਬਿੱਲ ਨਹੀਂ ਦਿੱਤਾ ਜਾ ਰਿਹਾ। ਜਿੰਨੀ ਵੀ ਫਿਲਹਾਲ ਸੇਲ ਹੋ ਰਹੀ ਆ, ਕਿਸੇ ਨੂੰ ਵੀ ਕੋਈ ਬਿੱਲ ਨਹੀਂ ਦਿੱਤਾ ਜਾ ਰਿਹਾ। ਆਫੀਸਰ ਝੂਠ ਨਹੀਂ ਬੋਲੇ। GST ਸਰਵਿਸ ਜਿਹੜੀਆਂ ਨੇ ਲੱਗਣੀਆਂ ਨੇ ਤੁਹਾਨੂੰ ਜੀ 14.3%। ਇਹ ਕਿਸੇ ਸਾਈਜ਼ ਦੀ ਬੈਠ ਇਹ GST ਰਿਟੇਲਰ ਨੇ ਦੇਣੀ ਹੈ। ਨਹੀਂ ਉਹ ਵੱਖਰੀ ਗੱਲ ਆ ਜੀ, ਉਹ L1 ਤੇ ਆ ਜੀ, ਉਹ L1 ਤੱਕ ਹੈ। L1 ਤੱਕ ਨਾਓ ਇਟ ਇਜ਼ ਅ ਰਿਟੇਲ, ਨਾਓ ਇਟ ਇਜ਼ ਅ ਰਿਟੇਲ। ਰਿਟੇਲ ਤੇ ਤੁਸੀਂ 14% ਦੇਣਾ ਟੈਕਸ। 14.3% ਲੱਗਣਾ ਜੀ ਕੱਪੜੇ ਤੁਹਾਨੂੰ। ਸਟਿਚ ਕੱਪੜੇ ਤੇ 12%, ਅਨਸਟਿਚ ਕੱਪੜੇ ਤੇ 5%। ਮੈਂ ਤਾਂ ਸਿਰਫ ਦੇਖੋ ਕਪੂਰਥਲੇ ਚ ਅਸੀਂ ਖਜ਼ਾਨਾ ਭਰਨਾ ਵਾ। ਖਜ਼ਾਨੇ ਦੀ ਚੋਰੀ ਹੋ ਰਹੀ। ਅਲਰਟ ਹੋ ਜਾਣ, ਸਾਡੀ ਗਰੀਬੀ ਦੂਰ ਹੋਵੇ। ਨਹੀਂ ਤਾਂ ਕੱਲ ਨੂੰ ਉਹੀ ਹਾਲ ਹੋਣਾ। ਅੱਜ ਸਿਲੰਡਰ 1000 ਦਾ ਹੋਇਆ, ਆਪਣੇ ਲਿਖੇ ਹੋਏ ਰੇਟਾਂ ਦੇ ਮੁਤਾਬਿਕ, ਆਪਣੇ ਲਿਖੇ ਹੋਏ ਰੇਟਾਂ ਤੋਂ ਤੁਸੀਂ 14 ਰੁਪਏ ਵੱਧ ਲੈ ਕੇ ਵੇਚ ਰਹੇ ਹੋ, ਉਤੋਂ ਟੈਕਸ ਦੀ ਚੋਰੀ। ਮੇਰਾ ਰਮਨ ਠੇਕੇਦਾਰ ਨੂੰ ਬੁਲਾਓ, ਜਿਹਨੇ ਕਿਹੜਾ ਠੇਕਾ ਹੈਗਾ। ਇਹ ਮੇਨ ਠੇਕਾ ਕੀ ਹੈ? ਮੇਨ ਠੇਕਾ ਜਾਂ ਐਕਸਟੈਂਸ਼ਨ ਕੈਂਪ ਹੈ? ਅਸੀਂ ਤਾਂ ਸਿੰਪਲ ਲੋਕਾਂ ਨੇ ਸਾਨੂੰ ਟੈਕਸ ਚਾਹੀਦਾ। ਜਿਹੜੀ ਟੈਕਸ ਦੀ ਚੋਰੀ ਪੁਰਾਣੇ ਸ਼ਹਿਰਾਂ 'ਚ ਹੋ ਰਹੀ ਹੈ, ਇਹਦੇ ਤੇ ਈਵਨ ਪਰਚਾ ਵੀ ਬਣਦਾ। ਇਹ MS ਹੰਸਰਾਜ ਨਾਮ ਤੇ ਆ। ਹੰਸਰਾਜ, ਇਹ ਰਮਨ ਜੀ ਦੇ ਨਾਮ ਤੇ ਜਾਂ ਹੰਸਰਾਜ ਦੇ ਨਾਮ ਤੇ? ਅਸੀਂ ਸਾਰੇ ਪਾਰਟਨਰ ਹਾਂ।
ਪਰ ਨਹੀਂ ਹਲੋ ਬਟੇ ਤੇ ਹੈ ਹੀ ਪਾਰਟਨਰ ਨਹੀਂ ਹੈ ਨਹੀਂ ਨਹੀਂ ਆ ਸਾਨੂੰ ਜੋ ਦਿੱਤਾ ਡਿਪਾਰਟਮੈਂਟ ਨੇ ਸਾਨੂੰ ਦੇ ਕੇ ਭੇਜਿਆ ਵਾ ਇਹ ਰਮਨ ਕੁਮਾਰ ਜੀ ਦੇ ਨਾਮ ਤੇ ਹੈਗੀ ਡਿਪਾਰਟਮੈਂਟ ਕੋਲ ਪਾ ਦੇ ਇਹ ਹੰਸਰਾਜ ਏਜੰਸੀ ਦੇ ਨਾਲ ਹਾਂਜੀ ਕਿੰਨੇ ਮੁੰਡੇ ਖਾ ਗਏ ਆ ਜਾ ਕੇ ਪੁੱਛ ਲਓ ਜੀ ਆ ਲੋ ਆ ਤੁਸੀਂ ਪੁੱਛ ਲਓ ਸ਼ੇਖਪੁਰ ਤੋਂ ਲੈ ਕੇ ਜਿੱਤੂਗੀ ਹੁਣ ਅਗਲੀ ਸਾਲ ਸ਼ੇਖਪੁਰ ਦੇ ਵਿੱਚ ਰਮਨ ਕੁਮਾਰ ਦੇ ਨਾਂ ਤੇ ਠੇਕੇ ਆ ਰਮਨ ਕੁਮਾਰ ਦੇ ਕਿਹੜਾ ਕੋਣੀ ਹੰਸਰਾਜ ਏਜੰਸੀ ਦੇ ਨਾਲ ਨਾ ਰਮਨ ਕੁਮਾਰ You can clarify from the ਵੈਰੀਫਾਈ ਕਰੋ ਨਾ ਅਸੀਂ ਆ ਡਾਕੂਮੈਂਟ ਉੱਥੇ ਲੈ ਕੇ ਆਏ ਸਾਡੇ ਕੋਲ ਡੀਡ ਹੈ ਇਹਦੀਆਂ ਜੀ ਅਸੀਂ ਡਾਕੂਮੈਂਟ ਡੀਟਾ ਤੁਹਾਡੀਆਂ ਪਾਣੀ ਫਰਮ ਹੈ ਡਿਪਾਰਟਮੈਂਟ ਨੇ ਦਿੱਤਾ ਮੈਂ ਕਹਿੰਦਾ ਉਹ ਡੀਟਸ ਪਾਰਟਨਰਸ਼ਿਪ ਫਰਮ ਹੈ ਤੁਹਾਡੀ ਨੇ ਡੀਡ ਨਹੀਂ ਦਿੱਤੀ ਠੀਕ ਹੈ ਉਹ ਤੁਹਾਡੀ ਡਿਪਾਰਟਮੈਂਟ ਨੇ ਦਿੱਤਾ ਇਹ ਹੰਸਰਾਜ ਸੰਸਥਾ ਨਾਮ ਤੇ ਜਾ ਕੇ ਰਮਨ ਕੁਮਾਰ ਰਮਨ ਦੇ ਨਾਂ ਤੇ ਠੇਕੇ ਆ ਤੁਸੀਂ ਪੁੱਛੋ ਅਸੀਂ ਲੈ ਕੇ ਆਏ ਅਸੀਂ ਸਰਕਾਰ ਲੈ ਕੇ ਆਏ ਮਾਲਕ ਮੈਂ ਡਿਪਾਰਟਮੈਂਟ ਕਿਹਦਾ ਕਹਿ ਦੇਵੇ ਬਾਰੇ ਤੇ ਗੱਲ ਹੈ 290 ਦਾ ਟੈਕਸ ਦੇ ਨਾਂ ਤੇ ਕੋਈ ਆ ਰਿਹਾ ਅਸੀਂ ਇਹਦੇ ਪਾਰਟਨਰ ਅਸੀਂ ਟੈਕਸ ਨਾਲ ਹੈ ਵੀ ਗਰੀਬਾਂ ਦੇ ਵਿੱਚ ਰਮਨ ਦੇ ਨਾਮ ਤੇ ਨਹੀਂ ਰਮਨ ਦੇ ਨਾਮ ਤੇ ਪ੍ਰੂਫ ਕਰਕੇ ਦਵੇ ਡਿਪਾਰਟਮੈਂਟ ਇਹਨੂੰ ਕਿੱਦਾਂ ਕਰਦਾ ਡਿਪਾਰਟਮੈਂਟ ਪ੍ਰੂਫ ਕਰੇ ਰਮਨ ਦੇ ਨਾਮ ਤੇ ਦਿੱਤਾ ਹੈ ਠੇਕੇ ਟੈਕਸ ਦੇਣਾ ਚਾਹੀਦਾ ਇੱਥੇ ਜਿੰਨੀ ਵਿਕਰੀ ਹੋ ਰਹੀ ਹੈ ਅਸੀਂ ਬਿਨਾਂ ਟੈਕਸ ਟੈਕਸ ਆਪਣਾ ਦੇ ਰਹੇ ਆ ਬੈਟ ਨਹੀਂ ਜਾ ਰਿਹਾ ਅਸੀਂ ਗਵਰਨਮੈਂਟ ਆਪਣਾ ਦੇ ਟੈਕਸ ਦੇ ਰਹੇ ਹਾਂ, ਅਸੀਂ ਡਿਪਾਰਟਮੈਂਟ ਨੂੰ ਦੇ ਰਹੇ ਦੇਖੋ, ਡਿਪਾਰਟਮੈਂਟ ਸਾਨੂੰ ਕਵੇ ਅਸਿਸਟੈਂਟ ਕਮਿਸ਼ਨਰ ਜੀਐਸਟੀ ਰਾਹੁਲ ਪਾਟਿਲ ਨਾਲ ਗੱਲ ਹੋਈ ਹੈ ਤੇਲ ਦੇ ਤੀਜੀ ਪਾਰਟੀ ਨੂੰ ਮੈਨੂੰ ਇੱਥੇ ਪੁੱਛਣਾ ਕੋਈ ਤੇਲ ਮਤਲਬ ਦੇ ਇੱਕ ਬਿੱਲ ਨਹੀਂ ਕੱਟਿਆ ਜਾ ਰਿਹਾ ਹੈਗਾ। 14.3% ਇੱਕ ਬਿੱਲ ਨਹੀਂ ਕੱਟਿਆ ਜਾ ਰਿਹਾ ਬਿੱਲ ਤੋਂ ਬਿਨਾਂ ਸ਼ਰਾਬ ਸੇਲ ਨਹੀਂ ਹੋ ਸਕਦੀ ਇਹ ਸਿੰਪਲ ਅਸੀਂ ਟੋਟਲ ਤੁਸੀਂ ਮੰਨਦੇ ਹੋ ਬਿੱਲ ਕੱਟਿਆ ਜਾ ਰਿਹਾ ਠੇਕੇਦਾਰ ਸਾਹਿਬ ਤੁਸੀਂ ਮੰਨਦੇ ਹੋ ਬਿੱਲ ਕੱਟਿਆ ਜਾ ਰਿਹਾ ਇੱਥੇ ਕੋਈ ਬਿੱਲ ਕੱਟਿਆ ਜਾ ਰਿਹਾ ਸਾਨੂੰ ਵੈਟ ਹੈ ਬਿੱਲ ਵੈਟ ਹੈ ਹੀ ਨਹੀਂ ਤੁਹਾਨੂੰ ਅਸੀਂ ਵੈਟ ਸਾਡੇ ਵੈਟ ਪਹਿਲਾਂ ਇਹ ਤਾਂ ਦੱਸੋ ਅਸੀਂ ਨਾਲ ਵੈਟ ਦਿੰਦੇ ਹਾਂ। ਐਲ1 ਵੀ ਉਹਦੇ ਕੋਲ ਹੋਲਸੇਲਰ ਵੀ ਹੋਈ ਆ ਰਿਟੇਲਰ ਵੀ ਕੌਣ ਹੋਈ ਹੈ ਆ ਉਹਦੇ ਕੋਲ ਕੌਣ ਕਹਿੰਦਾ ਉਹਦੇ ਕੋਲ ਹੈ ਤੁਹਾਡੇ ਸਾਹਮਣੇ ਇੱਕ ਗੱਲ ਐਲਵਨ ਟੋਟਾ ਗਰੁੱਪ ਦਾ ਨਾਲ ਗੱਲ ਕੀਤੀ ਹੈ ਦੇਖੋ ਮੇਰੀ ਇੱਕ ਮਿੰਟ ਠੀਕ ਹੈ ਨਾ। ਤੁਸੀਂ ਮੂੰਹ ਜ਼ਬਾਨੀ ਗੱਲ ਕਰਦੇ ਪੇਪਰ ਮੁਤਾਬਕ ਐਲਵਨ ਵੀ ਉਹਦਾ ਨਹੀਂ ਇਹ ਦੇਖੋ ਸਾਨੂੰ ਉਹਨਾਂ ਨੇ ਕਿਹਾ ਵੀ ਸਾਡੇ ਸ਼ਹਿਰ ਚ ਬੈਟ 1% ਨਹੀਂ ਆ ਰਿਹਾ ਸ਼ਰਾਬ ਰਮਨ ਦਾ ਨਾਂ ਜਿਹੜਾ ਕਹਿੰਦਾ ਰਮਨ ਦਾ ਨਾਮ ਕਿ ਲੈਣਾ ਰਮਨ ਸਾਰੀ ਜਗ੍ਹਾ ਤੇ ਥੋੜੀ ਮਾਲਕ ਹੈ ਐਲਵਨ ਵੀ ਉਹਦੇ ਨਾਂ ਤੇ ਨਹੀਂ ਹੈ ਐਲਵਨ ਟੋਟਾ ਗਰੁੱਪ ਦਾ ਕੋਈ ਨਹੀਂ ਬੱਚੇ ਗੱਲ ਹੈ ਐਲਵਨ ਡੋਡਾ ਗਰੁੱਪ ਦਾ ਬੈਟ ਦੇ ਨਾਲ ਵੀ ਸਾਡਾ ਖਜ਼ਾਨਾ ਭਰਨਾ ਚਾਹੀਦਾ ਸਹੀ ਹੈ ਮਾਤਾ ਜੀ ਬੈਟ ਸਹੀ ਗੱਲ ਆ ਠੀਕ ਹੈ ਨਾ ਅਸੀਂ ਬਾਕੀ ਠੇਕੇ ਵੀ ਚੈੱਕ ਕਰਨੇ ਹੈਗੇ ਹਾਂ ਸਾਡਾ ਮਕਸਦ ਹੈ ਕਿ ਕਪੂਰਥਲੇ ਦਾ ਖਜ਼ਾਨਾ ਭਰੇ ਬਾਕੀ ਕਰ ਲਓ ਅਸੀਂ ਸਟੇਸ਼ਨ ਲੱਗੇ ਕੱਲ ਦਾਰੂ ਲਿੱਤੀ ਸਾਡੇ ਇਹ ਤਾਂ ਐਕਸਾਈਜ਼ ਆਪਣੇ ਆਪ ਲਊਗਾ ਵੀ ਕਿੰਨਾ ਐਕਸਾਈਜ਼ ਅਲਾਉ ਕਰ ਰਿਹਾ ਟੇਲ ਕਰਕੇ ਲੱਗ ਲੱਗਾ ਜਾਣਾ ਯਾਰ ਬੁਲਾ ਲਓ 360 ਰੁਪਏ ਦੀ ਬੋਤਲ ਹੈਗਾ ਤਾਂ ਬਿੱਲ ਦੇ ਵਿੱਚ ਲੱਗੂਗਾ ਸਾਈਜ਼ ਬੁਲਾਓ ਠੀਕ ਹੈ ਸਾਨੂੰ ਕੱਲ 360 ਅਸਿਸਟੈਂਟ ਕਮਿਸ਼ਨਰ ਨਾਲ ਗੱਲ ਕਰ ਲਓ ਸਟੇਸ਼ਨ ਤੇ ਲੱਗੇ 360 ਰੁਪਏ ਦੀ ਕਿੱਥੋਂ ਸਾਡੇ ਕਿੱਥੋਂ ਮਿਲੀ ਸਟੇਸ਼ਨ ਤੇ ਲੱਗੋ ਹਾਂ ਦੇ ਸਰਦਾਰ ਸਾਹਿਬ ਕੀ ਹਾਲ ਜੀ ਉਹ ਅਸੀਂ ਦੇਣਾ ਵਾ ਸਹੀ ਗੱਲ ਹੈ ਜੀ ਐਕਸਾਈਜ਼ ਜਦੋਂ ਰਿਟੇਲ ਵਾਲੇ ਨੇ ਬੈਟ ਦੇਣਾ ਹਾਂਜੀ 14% ਬੈਟ ਦੇਣਾ ਰਿਟੇਲ ਵਾਲੇ ਮੈਮ ਅਸੀਂ ਇੱਥੇ ਇਸ ਟਾਈਮ ਦੇਖੋ ਸਾਨੂੰ ਬੈਟ ਨਾਲ ਸਾਨੂੰ ਕਿਸੇ ਦੇ ਨਾਲ ਨਹੀਂ ਅਸੀਂ ਖਜ਼ਾਨੇ ਕਰਕੇ ਆਏ ਹਾਂ ਵੀ ਸਾਡਾ ਸਿਲੰਡਰ 1000 ਰੁਪਏ ਦਾ ਹੋ ਗਿਆ ਸਾਡਾ ਖਜ਼ਾਨਾ ਖਾਲੀ ਹੋ ਗਿਆ 350 ਕਰੋੜ ਰੁਪਏ ਦਾ ਸਾਡੇ ਖਜ਼ਾਨੇ ਤੇ ਆ ਸਾਨੂੰ ਪਾਰਟੀ ਇਹ ਕਹਿੰਦੀ ਆ ਕਿੱਦਾਂ ਰੈਵਨਿਊ ਜਨਰੇਟ ਕਰਨਾ ਵਾ ਰੈਵਨਿਊ ਤਾਂ ਹੀ ਜਨਰੇਟ ਹੋਏਗਾ ਜੇ ਬੈਟ ਤੇ ਐਕਸਾਈਜ਼ ਪ੍ਰੋਪਰ ਦਿੱਤਾ ਜਾਊਗਾ ਸ਼ਹਿਰ ਦੇ ਵਿੱਚ ਈਵਨ ਅਸੀਂ ਕਾਰਪੋਰੇਸ਼ਨ ਵਾਲਿਆਂ ਦੀ ਵੀ ਡਿਊਟੀ ਲਾਈ ਸਾਨੂੰ ਹਾਊਸ ਟੈਕਸ ਤੇ ਦੁਕਾਨਾਂ ਦੇ ਟੈਕਸ ਕੱਟੇ ਕਰਕੇ ਸਹੀ ਹੈ ਜੀ ਤਾਂ ਕਿ ਗਰੀਬ ਦੀ ਗਰੀਬੀ ਦੂਰ ਹੋ ਸਕੇ ਹਾਂਜੀ ਲੇਕਿਨ ਖਜ਼ਾਨੇ 'ਚ ਪੈਸਾ ਆਣਾ ਕਿੱਥੋਂ ਆ ਉਹ ਉਦੋਂ ਹੀ ਆਊਗਾ ਜਦੋਂ ਅਸੀਂ ਬੈਟ ਦਵਾਂਗੇ ਹਾਂਜੀ, ਦਵਾਂਗੇ ਹਾਊਸ ਟੈਕਸ ਦਵਾਂਗੇ ਹੈਲੋ ਠੀਕ ਹੈ ਜੀ ਸਾਡਾ ਮਕਸਦ ਕਿਸੇ ਤੇ ਅਟੈਕ ਤਾਂ ਨਹੀਂ ਹੈਗਾ ਮੈਡਮ ਜੀ ਨਹੀਂ ਜਨਰਲ ਗੱਲ ਕਰ ਰਹੇ ਟੈਕਸੀ ਚੋਰੀ ਦੇਖੋ ਅਲੱਗ ਆ ਦੁਬਾਰਾ ਕਰਾ ਦਿਓ ਤੁਸੀਂ ਮੇਰੀ ਗੱਲ ਸੁਣੋ ਬੈਠ ਇੱਕ ਮਿੰਟ ਨੰਬਰ ਦੇਖੋ ਮੈਂ ਤਾਂ ਜੀਐਸਟੀ ਤੇ ਮੇਰਾ ਲਾਇਆ ਤੁਹਾਡਾ ਨੰਬਰ ਦੇਖੋ ਕਾਲ ਲਾਓ ਨੰਬਰ ਦੇਖੋ ਕਾਲ ਲਾਓ ਆਹ ਦੇਖੋ ਨੰਬਰ ਤੁਸੀਂ ਜਿਨ੍ਹਾਂ ਨੂੰ ਕਾਲ ਕਰ ਰਹੇ ਹੋ ਜੀਐਸਟੀ ਡਿਪਾਰਟਮੈਂਟ ਦੇ ਆ ਉਹ ਐਕਸਾਈਜ਼ ਦੇ ਨਹੀਂ ਆ ਬੈਟ ਉਹਨਾਂ ਨੇ ਲੈਣਾ ਤੁਹਾਡੇ ਤੋਂ ਮੇਨ ਡੀਲਿੰਗ ਹੈ ਰਮਨ ਹੈ ਨਾ ਇਹਨਾਂ ਦੀ ਬੈਟ ਤੁਸੀਂ ਦੇ ਹੀ ਨਹੀਂ ਰਹੇ ਮੈਡਮ ਨੂੰ ਕਹੋ ਮੈਡਮ ਕਹਿੰਦੇ ਮੈਨੂੰ ਬਿੱਲ ਕੱਟਣੇ ਆ ਇੱਥੇ ਜੀਐਸਟੀ ਮੈਡਮ ਨੇ ਸਾਨੂੰ ਕਹਿਤਾ ਕਿ ਮੈਂ ਕੋਡ ਆਫ ਕੰਡਕਟ ਤੇ ਜ਼ਬਰਦਸਤੀ ਬਿਲਿੰਗ ਕਰਾਈ ਹੈ ਮੈਡਮ ਅਦਰਵਾਈਜ਼ ਬਿਲਿੰਗ ਨਹੀਂ ਕਪੂਰਥਲੇ 'ਚ ਹੋ ਰਹੀ ਹੈਗੀ
ਸਿਰਫ ਕੋਡ ਆਫ ਕੰਡਕਟ ਚ ਬਿੱਲ ਬੁੱਕਾਂ ਦੇ ਕੇ ਬਿੱਲ ਕਟਵਾਏ ਗਏ ਹੈਗੇ। ਯਾਨੀ ਕਿ ਜਿੰਨੇ ਠੇਕੇਦਾਰ ਵੱਡੇ ਨੇ, ਜਿੱਦਾਂ ਰਮਨ ਹੈ, ਆਸ਼ੀਸ਼ ਹੈ, ਸਾਨੂੰ ਡਿਪਾਰਟਮੈਂਟ ਨੇ ਦਿੱਤਾ ਹੈਗਾ। ਡਿਪਾਰਟਮੈਂਟ ਕਹਿੰਦਾ ਵੀ ਰਮਨ ਕੁਮਾਰ ਕੋਲ ਠੇਕੇ ਆ, ਆਸ਼ੀਸ਼ ਸ਼ਰਮਾ ਤੇ ਗਗਨ ਸ਼ਰਮਾ ਕੋਲ ਠੇਕੇ ਨੇ। ਇੱਕ ਵੀ ਬੰਦਾ ਸਾਨੂੰ ਕਹਿੰਦੇ ਵੈਟ ਨਹੀਂ ਦੇ ਰਿਹਾ ਕਪੂਰਥਲੇ ਦੇ ਵੀ। ਠੀਕ ਹੈ ਜੀ। ਆਪਣੇ ਈਡੀਓ ਮੈਡਮ ਤੇ ਇਹ ਦੇਖੋ ਜੀ, ਇਹ ਲੋ, ਅਸੀਂ ਤੁਹਾਨੂੰ ਕੋਈ ਵੀ ਚੀਜ਼ ਕਾਗਜ਼ਾਂ ਤੋਂ ਬਾਹਰ ਨਹੀਂ ਕਰਾਂਗੇ। ਅਸਿਸਟੈਂਟ ਕਮਿਸ਼ਨਰ ਜੀਐਸਟੀ ਰਾਹੁਲ ਪਾਟਿਆ, ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਜੀਐਸਟੀ ਮੈਡਮ ਪ੍ਰਿੰਕਾ ਕਹਿੰਦੇ ਆ ਕੋਡ ਆਫ ਕੰਡਕਟ ਚ ਅਸੀਂ ਬਿੱਲ ਕਟਵਾਏ ਹੈਗੇ ਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਬਿੱਲ ਦੇਣੇ ਵੈਟ ਬੰਦ ਕਰ ਦਿੱਤਾ ਹੈਗਾ। ਹੁਣ ਇਹ ਕਿੱਥੇ ਕਿਸ ਸਟੇਜ ਤੇ ਮਿਲੀ ਭੁਗਤ ਹੈ? ਇਹ ਠੇਕੇਦਾਰ ਮਾਮਲਾ ਦਾ ਪੂਰਾ ਜਾਣਦੇ ਹੈ ਨੇ। ਕੀ ਹੈ ਜੀ? ਇਹ ਮਾਮਲਾ ਹੈ ਜੀ। ਮਾਮਲਾ ਇਹ ਹੈ ਕਿ ਮਾਮਲਾ ਜਦ ਇਹ ਤੱਕ ਸਰਕਾਰ 40 ਕਰੋੜ ਚ ਠੇਕੇ ਦੇ ਕੇ ਠੀਕ ਹੈ ਦੇਖੋ L1 ਤੱਕ ਜਦ ਤੱਕ ਹੋਲਸੇਲ ਮਾਲ ਆਉਂਦਾ ਉੱਥੇ ਐਕਸਾਈਜ਼ ਡਿਊਟੀ ਇਕੱਠੀ ਲੈ ਲਿੱਤੀ ਜਾਂਦੀ ਹੈ। ਜਿੱਦਾਂ ਐਕਸਾਈਜ਼ ਡਿਊਟੀ ਲਿੱਤੀ ਉਹਨਾਂ ਨੇ ਇਹਨਾਂ ਨੂੰ ਜਦੋਂ ਦਿੱਤਾ ਹੈਗਾ ਰਮਨ ਨੂੰ ਠੇਕਾ, ਉਹਨਾਂ ਨੇ 14,95,578 ਰੁਪਏ ਲੈ ਲਿੱਤੇ। ਲੇਕਿਨ ਜਦੋਂ ਰਿਟੇਲ ਤੇ ਆ ਜਾਂਦਾ ਉੱਥੇ ਵੈਟ ਲੱਗਣਾ ਜਿੱਦਾਂ ਕੱਪੜਿਆਂ ਤੇ ਲੱਗਦਾ, ਬਾਕੀ ਆਈਟਮ ਤੇ ਲੱਗਦਾ। ਲੇਕਿਨ ਠੇਕੇਦਾਰ ਕਿਸੇ ਨੂੰ ਬਿੱਲ ਨਹੀਂ ਕੱਟ ਕੇ ਦੇ ਰਹੇ ਹੈਗੇ। ਬਿੱਲ ਕੱਟਣਾ ਇਹਨਾਂ ਦੀ ਡਿਊਟੀ ਹੈ। ਬਿੱਲ 'ਚ 14% ਟੈਕਸ ਪੈਂਦਾ ਹੈਗਾ। ਉਹ ਖਜ਼ਾਨੇ 'ਚ ਜਾਣਾ ਹੈਗਾ। ਉਹ ਖਜ਼ਾਨੇ ਦਾ ਟੈਕਸ ਜਿਹੜੇ ਆ ਜਿੰਨੇ ਵੀ ਇਹ ਵੱਡੇ ਠੇਕੇਦਾਰ ਹੈ ਉਹ ਆਪ ਹਜਮ ਚੋਰੀ ਕਰ ਰਹੇ। ਇਸੇ ਕਰਕੇ ਅੱਜ ਹਾਲਾਤ ਇੰਡੀਆ 'ਚ ਇਹ ਹੋ ਗਏ ਕਿ ਸਿਲੰਡਰ 1000 ਰੁਪਏ ਦਾ ਹੋ ਗਿਆ, ਡੀਜ਼ਲ ਪੈਟਰੋਲ ਵੱਧ ਗਿਆ ਕਿਉਂਕਿ ਖਰਚੇ ਤਾਂ ਪੂਰੇ ਕਰਨੇ ਆ। ਸਾਡਾ ਜਿਹੜਾ ਆਮ ਆਦਮੀ ਪਾਰਟੀ ਦਾ ਮਕਸਦ ਹੈ ਖਜ਼ਾਨੇ ਦਾ ਪੈਸਾ ਪੂਰਾ ਕਰਨਾ, ਟੈਕਸ ਦੀ ਚੋਰੀ ਬਚਾਣੀ, ਐਕਸਾਈਜ਼ ਦੀ ਚੋਰੀ ਬਚਾਣੀ, ਵੈਟ ਦੀ ਚੋਰੀ ਬਚਾਣੀ, ਤਾਂ ਕਿ ਖਜ਼ਾਨੇ 'ਚ ਪੈਸਾ ਹੋਊਗਾ ਤੇ ਸਾਡੀ ਮਹਿੰਗਾਈ ਘਟੂਗੀ। ਸਾਨੂੰ ਕਿਸੇ ਨਾਲ ਪਰਸਨਲ ਰੰਜਿਸ਼ ਨਹੀਂ ਹੈਗੀ। ਹੁੰਦਾ ਨਾ ਵੀ ਪਰਸਨਲ ਰੰਜਿਸ਼ ਕਰਕੇ ਆਏ ਆ। ਆਪਣੀ ਇੱਕੋ ਹੀ ਥਿਊਰੀ ਆ ਵੀ ਆਮ ਆਦਮੀ ਪਾਰਟੀ ਆ ਗਈ ਹੈ, ਹਾਂਜੀ ਖਜ਼ਾਨੇ 'ਚ ਪੈਸਾ ਵਧੇ, ਸਹੀ ਗੱਲ ਹੈ ਜੀ। ਅਸੀਂ ਪੈਸਾ ਮੰਗ ਕੇ ਲੋਕਾਂ ਦੇ ਕੰਮ ਕਰਾ ਸਕੀਏ। ਮੈਡਮ ਜੀ ਇਹ ਰੋਜ਼ ਪੀਨੇ ਨੂੰ 90 ਰੁਪਏ ਦਾ ਪਈਆ ਦਿਹਾੜੀ ਲੈਦੇ ਅਸੀਂ ਕਰਿਆ ਕਰੇ ਪੀਏ ਕਿੱਥੋਂ ਆਏ ਕੀ ਕਰੀਏ ਦੱਸੋ? ਬਿੱਲ ਦਿੰਦੇ ਆ ਤੁਹਾਨੂੰ? ਅਗਲੇ 90 ਰੁਪਏ ਲੈਂਦੇ ਆ। ਕੋਈ ਨਹੀਂ ਦਿੰਦਾ ਕੱਟ ਕੇ 90-100 ਰੁਪਏ ਲਾਉਂਦੇ ਪਾਈਏ ਦਾ। ਕੋਈ ਨਹੀਂ ਬਿੱਲ ਦਿੰਦਾ ਜੀ। ਸਾਨੂੰ ਕੋਈ ਨਹੀਂ ਬਿੱਲ ਦਿੰਦਾ। ਬਿੱਲ ਮਿਲਦਾ ਸ਼ੇਖਰ ਮੈਂ ਹੁਣ ਆਈ ਦਿਹਾੜੀ ਕਰਕੇ ਆ, ਬੱਚੇ ਪਾਲੀਏ ਪੀਏ ਹੁਣ ਸਾਨੂੰ ਲੱਗੀ ਆ ਕਰੀਏ ਇੱਥੋਂ ਹੀ ਲੈਣੇ ਆ ਕੇ ਰੋਜ਼ ਦਾਰੂ ਕੋਈ ਲੈਣੀ ਪੈਣੀ ਜੀ, ਹੋਰ ਕਿੱਥੋਂ ਲੈਣੀ? ਕੀ ਕਰੀਏ ਹੁਣ ਦੱਸੋ? ਮਹੱਲਾ ਸਾਡਾ ਸੁੰਦਰ ਲੱਗ ਰਿਹਾ, ਬਾਹਰੋਂ ਥੋੜੀ ਲੈਣੀ। ਠੀਕ ਹੈ ਜਿਹੜੀ ਆ ਇੱਧਰ ਦੇਖੋ ਕਹਿੰਦੇ ਅਸੀਂ ਰੋਜ਼ ਲੈਂਦੇ ਆ, ਅਸੀਂ ਬਿੱਲ ਮਿਲਿਆ ਤੁਹਾਨੂੰ? ਕਦੇ ਨਹੀਂ ਦਿੱਤਾ ਇਹਨੇ ਬਿੱਲ, ਦੱਸੋ ਜੀ। ਕੋਈ ਬਿੱਲ ਨਹੀਂ ਮਿਲਦਾ ਹੈ ਨਾ, ਕਿਸੇ ਠੇਕੇ ਤੋਂ ਬਿੱਲ ਨਹੀਂ ਮਿਲਦਾ। ਇਹਦਾ ਹੁਣ ਸਰਕਾਰੀ ਪੈਸੇ ਦੀ ਚੋਰੀ ਹੁੰਦੀ ਹੈ। ਮੈਡਮ ਹੁਣ ਕੀ ਕਾਰਵਾਈ ਦੇਖੋ ਇਹ ਚੀਜ਼ ਅਸੀਂ ਫਾਈਨਾਂਸ ਡਿਪਾਰਟਮੈਂਟ ਦੇ ਨੋਟਿਸ ਲਿਆਵਾਂਗੇ। ਚੀਮਾ ਸਾਹਿਬ ਦੇ ਡਿਫੈਂਸ ਮਿਨਿਸਟਰ ਦੇ, ਉਹਨਾਂ ਕੋਲ ਐਕਸਾਈਜ਼ ਤੇ ਵੈਟ ਦਾ ਸਿਸਟਮ ਹੈ। ਇਹ ਚੀਜ਼ ਉਹਨਾਂ ਦੇ ਨੋਟਿਸ ਲਿਆਂਦੀ ਜਾਊਗੀ ਕਿ ਠੇਕੇਦਾਰ ਜਿਹੜੇ ਰਿਟੇਲ ਦਾ ਕੰਮ ਕਰਦੇ ਆ ਉਹ ਵੈਟ ਦੀ ਚੋਰੀ ਕਰਦੇ ਆ, ਜਿਹਦੇ ਨਾਲ ਲੱਖਾਂ ਰੁਪਏ ਦਾ ਖਜ਼ਾਨੇ ਨੂੰ ਨੁਕਸਾਨ ਹੁੰਦਾ। ਠੀਕ ਹੈ ਜੀ। ਅਸੀਂ ਡਿਪਾਰਟਮੈਂਟ ਨੂੰ ਵੀ ਹੱਥ ਜੋੜਾਂਗੇ ਕਿ ਇਹ ਵੈਟ ਜਿਹੜਾ ਚੋਰੀ ਹੋ ਰਿਹਾ ਉਹ ਚੋਰੀ ਕੰਟਰੋਲ ਕੀਤੀ ਜਾਵੇ ਤੇ ਲੀਗਲ ਐਕਸ਼ਨ ਲਿੱਤਾ ਜਾਵੇ ਤਾਂ ਕਿ ਜਿਹੜੀ ਆ ਖਜ਼ਾਨਾ ਜਿਹੜਾ ਸਾਡਾ ਵਾ ਉਹ ਭਰੇ। ਇਹ ਮੈਡਮ ਇਸ ਠੇਕੇ ਤੋਂ ਇਲਾਵਾ ਹੋਰ ਵੀ ਅੱਗੇ ਵੀ ਅਸੀਂ ਹਰ ਠੇਕਾ ਹੀ ਚੈੱਕ ਕਰਾਂਗੇ ਕਿਉਂਕਿ ਸਾਡਾ ਮਕਸਦ ਇਹ ਵੀ ਮੇਰੇ ਵੀਰ ਨੇ, ਇਹ ਮੇਰੇ ਬੱਚੇ ਨੇ। ਮੈਨੂੰ ਕਿਸੇ ਨਾਲ ਕੋਈ ਨਹੀਂ ਰੰਜਿਸ਼ ਹੈਗੀ। ਮੈਨੂੰ ਤਾਂ ਸਿੰਪਲ ਹੈ ਵੀ ਸਰਕਾਰ ਦੇ ਖਜ਼ਾਨੇ ਦਾ ਪੈਸਾ ਸਰਕਾਰ ਦੇ ਖਜ਼ਾਨੇ 'ਚ ਆਉਣਾ ਚਾਹੀਦਾ। ਇਹ ਮੈਡਮ ਜੀ ਪੀਏ ਕਿੱਥੋਂ ਹੈ? ਮੈਡਮ ਜੀ ਪੀਏ ਕਿੱਥੋਂ? ਕੀ ਕਰੀਏ ਅਸੀਂ? ਗਰੀਬ ਬੰਦੇ ਪੀਏ ਕਿੱਥੋਂ ਹੈ? ਕੀ ਰੱਖਦੇ ਆ? ਪੀਏ ਉਹ ਵੀ ਅਸੀਂ ਉਹ ਗੱਲ ਲੈ ਲਿੱਤੀ ਹੈ। ਪੈਸੇ ਲੈ ਲਓ ਕਣਕ ਦੇ ਬਾਅਦ ਸਾਡੇ ਪਰ ਕੀ ਆ ਉੱਥੇ? ਹਾਂਜੀ 100 ਰੁਪਏ ਲੈ ਲੈਣਾ ਸਾਡੀ ਜੇਬ 'ਚ ਨਾ ਲਿਆ ਕਰੋ। ਦੇਖੋ ਸਾਡੀ ਤਾਂ ਡਿਪਾਰਟਮੈਂਟ ਨੂੰ ਇੱਕੋ ਹੀ ਬੇਨਤੀ ਹੈ ਕਿ ਇਹ ਜਿਹੜੀ ਬੈਗ ਦੀ ਚੋਰੀ ਹੈ ਕਪੂਰਥਲੇ ਦੇ ਵਿੱਚ ਠੇਕੇਦਾਰ ਕਰ ਰਹੇ ਨੇ ਸ਼ਰਾਬ ਦੇ, ਉਹ ਚੋਰੀ ਬੰਦ ਹੋਣੀ ਚਾਹੀਦੀ ਕਪੂਰਥਲੇ 'ਚ, ਤਾਂ ਕਿ ਕਰੋੜਾਂ ਦਾ ਟੈਕਸ ਜਿਹੜਾ ਇਕੱਠਾ ਕਰਕੇ ਗਰੀਬ ਜਨਤਾ ਦਾ ਭਲਾ ਹੋ ਸਕਦਾ ਹੈ। ਤੇ ਗਰੀਬ ਜਨਤਾ ਕੀ ਆ ਕੇ ਪੀਂਦੀ ਆ? ਸਹੀ ਗੱਲ ਆ। ਹਾਂ ਤੇ ਗਰੀਬ ਜਨਤਾ ਹੀ ਫਿਰ 1000 ਰੁਪਏ ਦਾ ਸਿਲੰਡਰ ਖਰੀਦਦੀ ਹੈ ਨਾ। ਸਿਲੰਡਰ ਕਿਉਂ ਵੱਧਦਾ? ਖਜ਼ਾਨੇ 'ਚ ਪੈਸਾ ਹੈ ਨਹੀਂ।
ਟੈਕਸ ਬੈਟ ਉੱਥੇ ਹੀ ਜਾਂਦਾ ਸੀ, ਸੈਂਟਰ 'ਚ ਜਾਂਦਾ ਭਾਜੀ ਬੈਟ। ਚੱਲ ਆ ਚੱਲੀਏ। ਬੈਟ ਉੱਥੇ ਜਾਣਾ, ਬੈਟ ਜਾਊਗਾ, ਖਜ਼ਾਨਾ ਵਧੂਗਾ ਤੇ ਚੀਜ਼ਾਂ ਦਾ ਰੇਟ ਘਟ ਜਾਊਗਾ। ਜੇ ਖਜ਼ਾਨੇ ਦੀ ਚੋਰੀ ਹੁੰਦੀ ਪਈ ਹੈਗੀ ਆ, ਆਮ ਆਦਮੀ ਪਾਰਟੀ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਟੈਕਸ ਦੀ ਚੋਰੀ ਬਚਾਉਣੀ ਹੈ। ਠੀਕ ਹੈ ਜੀ। ਬਾਕੀ ਰਮਨ ਠੇਕੇਦਾਰ ਨੂੰ ਸੁਨੇਹਾ ਦੇ ਦਿਓ ਕਿ ਮੈਡਮ ਸਟ੍ਰਿਕਟ ਹੈ, ਮੈਡਮ ਨੇ ਕਾਰਵਾਈਆਂ ਪਾਣੀਆਂ ਟੈਕਸ ਲੈਣਾ ਹੀ ਲੈਣਾ ਵਾ, ਜਿੱਦਾਂ ਮਰਜ਼ੀ ਟੈਕਸ ਦਿੱਤਾ ਜਾਵੇ। ਸਾਰਿਆਂ ਦੇ ਕਰਦੇ ਬਹੁਤ ਬਹੁਤ ਸ਼ੁਕਰਾਨਾ ਜੀ। ਅੱਛਾ ਜੀ। ਠੀਕ ਹੈ ਜੀ। ਤੁਸੀਂ ਤੁਹਾਨੂੰ ਇੱਕੋ ਬੇਨਤੀ ਹੈ, ਜਿੰਨੇ ਦੀ ਵੀ ਪੈਕ ਲੈਣਾ ਵਾ ਨਾਲ ਲਵੋ। ਬਿਨਾਂ ਲੈਣੀ ਨਹੀਂ ਤੁਸੀਂ। ਗੱਲ ਕਹਿੰਦੇ ਦੇਖੋ ਤੁਹਾਨੂੰ ਮੈਂ ਇਹ ਬੇਨਤੀ ਕਰੂੰਗੀ, ਆਪਣੇ ਪਰਿਵਾਰ ਬਚਾ ਲਓ, ਇਹ ਛੱਡ ਦਿਓ ਵੀ। ਹਾਂਜੀ ਉਹ ਛੱਡ ਦਿਓ ਯਾਰ ਜੀ, ਛੱਡ ਦਿਓ। ਹੈਗੇ ਦਿਹਾੜੀਦਾਰ ਬੰਦੇ ਕਰੀਏ। ਜੈ ਮਾਤਾ ਦੀ ਜੈ। ਮੈਡਮ ਪਰਿਵਾਰ ਖਤਮ ਹੋ ਗਿਆ ਸਾਡੇ। ਨਹੀਂ ਪਤਾ ਕਿਦਾਂ ਮੈਡਮ ਜੀ, ਜਿੱਦਾਂ ਦਿਹਾੜੀਦਾਰ ਬੰਦੇ ਆ ਬਹੁਤ ਮਿਹਨਤ ਕਰਕੇ ਹਨਾ। ਹਾਂਜੀ ਥਕਾਵਟ ਹੋ ਜਾਂਦੀ ਹੈ। ਪੀਣੀ ਯਾਰ, ਸਹੀ ਗੱਲ ਕਹਿੰਦੇ, ਨਾ ਪੀਓ। ਪਤਾ ਕਿਦਾਂ ਨਹੀਂ ਪੀਣੀ ਪੈਂਦੀ ਆ ਯਾਰ, ਠੇਕੇ ਨਾ ਬੰਦ ਹੋਇਆ ਨਾ ਪੀਣ ਦਾ। ਤੁਸੀਂ ਥੋੜਾ ਜਿਹਾ ਸੁਧਾਰ ਕਰੋ, ਪਰਿਵਾਰ ਪਾਲੋ ਆਪਣੇ। ਜਿਹੜੀ ਮੇਨ ਗੱਲ ਆ ਨਾ ਮੈਡਮ ਜੀ ਪੀਣੀ ਹੋ ਕਿਤੋਂ ਪੀਏ। ਹਾਂ ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਅਸੀਂ ਸੁੰਦਰ ਨਗਰ ਰਾਧਾ ਸਵਾਮੀ ਡੇਰੇ ਦੇ ਸਾਹਮਣੇ ਠੇਕੇ ਦੇ ਉੱਤੇ ਆਏ ਹਾਂ ਜੀ। ਹੰਸਰਾਜ ਐਂਡ ਸੰਸ ਲਾਇਸੈਂਸ ਨੰਬਰ 113U, ਠੀਕ ਹੈ ਜੀ। ਉਸ ਠੇਕੇ ਦੇ ਉੱਤੇ ਸਾਹਮਣੇ ਖੜੇ ਹਾਂ। ਸੋ ਜਿੱਥੇ ਮੈਡਮ ਮੰਜੂ ਰਾਣਾ ਜੀ ਪਹੁੰਚੇ ਨੇ ਤੇ ਖਰੀਦਣ ਵਾਲਿਆਂ ਨੂੰ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਬਿੱਲ ਦਿੱਤੇ ਜਾ ਰਹੇ ਕਿ ਨਹੀਂ ਠੇਕੇ ਵੱਲੋਂ ਜੀ। ਹਾਂਜੀ ਅਸੀਂ ਅੱਜ ਸਪੈਸ਼ਲ ਆਏ ਹਾਂ ਠੇਕਾ ਸ਼ਰਾਬ ਅੰਗਰੇਜ਼ੀ ਅਤੇ ਦੇਸੀ ਹੰਸਰਾ ਦਾ ਸਾਹਮਣੇ ਲਾਇਸੈਂਸ ਨੰਬਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ 13U। ਅੱਛਾ ਜੀ, ਤੁਸੀਂ ਕੋਵਾ ਕਿਹੜਾ ਖਰੀਦਿਆ ਹੈਗਾ ਵਾ? ਫਟ ਦਿਖਾ ਦਿਓ ਬੱਚੇ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੁਝ ਨਹੀਂ ਕਹਿਣਾ ਸੀ ਤੁਹਾਨੂੰ। ਦਿਖਾ ਦੇ ਤੈਨੂੰ ਕੀ ਆ ਜਾ, ਤੁਹਾਨੂੰ ਵੀ ਕੁਛ ਕਹਿਣਾ ਸਰ। ਤੁਹਾਨੂੰ ਕੁਝ ਨਹੀਂ ਕਹਿਣਾ, ਤੁਹਾਡਾ ਬਿੱਲ ਦੇਖਣਾ ਬਸ ਅਸੀਂ। ਤੁਹਾਡਾ ਹੱਕ ਹੈ ਬਿੱਲ ਲੈਣਾ। ਕਿੰਨੇ ਦਾ ਖਰੀਦਿਆ? ਕੋਵਾ ਕਿੰਨੇ ਦਾ ਖਰੀਦਿਆ ਵਾ? 290 ਦੀ ਬੋਤਲ ਦਿੱਤੀ ਹੈ। ਕਿਹੜੀ? ਫਸਟ ਚੁਆਇਸ ਦਿਖਾਓ ਜੀ, ਕਿਹੜੀ ਫਸਟ ਚੁਆਇਸ ਇਹਨਾਂ ਨੂੰ ਦਿੱਤੀ ਆ ਤੁਸੀਂ ਹੁਣ? 290 ਦਾ ਰਾਣੇ ਦੀ। ਆ ਲਓ ਦਿਖਾ ਦਿਓ ਇੱਕ ਮਿੰਟ ਇਹਨਾਂ ਨੂੰ। ਇਹ ਕਿਹੜੀ ਹੈਗੀ? ਰਾਣਾ ਸ਼ੂਗਰਸ ਲਿਮਟਿਡ ਦੀ ਸ਼ਰਾਬ ਹੈ। ਆਪਣੀ ਰਾਣੇ ਦੀ ਹੈ। ਉਹਨੂੰ ਸਸਤੀ ਸ਼ਰਾਬ ਮਿਲੂਗੀ ਉਲਟਾ। ਇਹ ਰਾਣਾ ਸ਼ੂਗਰਸ ਲਿਮਟਿਡ ਦੀ ਸ਼ਰਾਬ ਹੈ। ਇਹ ਕਿੰਨੇ ਦੀ ਹੈ ਜੀ? ਆ ਜਾ ਦਿਖਾ ਦਿਓ ਕਿਹੜੀ ਸ਼ਰਾਬ ਐਕਚੁਅਲ ਰੇਟ ਕੀ ਹੈਗਾ ਇਹਦਾ? ਹਾਂਜੀ ਬਿੱਲ ਦਾ ਪੁੱਛਣਾ। 282 ਰੁਪਏ ਰੇਟ। ਇੱਥੇ ਲਿਖਿਆ ਕਿੰਨਾ ਹੈ? ਸ਼ਰਾਬ ਦੀ ਬੋਤਲ ਕਿਹੜੀ ਲਿੱਤੀ ਹੈ ਦਿਖਾ ਦਿਓ। ਆ ਦੇਖੋ ਜੀ, ਇਹਨਾਂ ਨੇ ਲਿੱਤੀ ਹੈ ਸ਼ਰਾਬ ਦੀ ਬੋਤਲ। 290 ਲਾਏ। ਆ ਲਿੱਤੀ ਹੈ ਸ਼ਰਾਬ ਦੀ ਬੋਤਲ 278 ਰੁਪਏ ਕਿੰਨੇ ਦੀ ਤੇ ਦਿੱਤੀ? 290 ਰੁਪਏ ਕਿੰਨੇ ਦੀ ਵਿੱਚ? 290 ਜੀ। 290 ਰੁਪਏ 278 ਰੁਪਏ ਰੇਟ ਲਿਖਿਆ ਹੈਗਾ ਤਾਂ 290 ਰੁਪਏ ਦੀ ਵੇਚੀ ਹੈ। ਇਹਨਾਂ ਨੂੰ ਬਿੱਲ ਦਿੱਤਾ ਜੀ ਤੁਸੀਂ? ਨਹੀਂ ਸਰ, ਕੋਈ ਬਿੱਲ ਨਹੀਂ ਦਿੱਤਾ। ਨਹੀਂ, ਤੁਸੀਂ ਸਵੇਰ ਦੀਆਂ ਕਿੰਨੀਆਂ ਬੋਤਲਾਂ? ਦੇਖੋ ਤੁਹਾਨੂੰ ਕੋਈ ਬਿੱਲ ਦਿੱਤਾ ਹੈ ਨਾ? ਦੇਖੋ ਜੀ, ਕਹਿੰਦੇ ਬਿੱਲ ਦਿੱਤਾ ਨਹੀਂ ਜਾ ਰਿਹਾ, ਠੀਕ ਹੈ। ਤੇ 290 ਰੁਪਏ ਦੇ 78 ਰੁਪਏ ਵਾਲੀ ਚੀਜ਼ ਨੂੰ ਇਹਨੂੰ 290 ਚ ਵੇਚਿਆ ਜਾ ਰਿਹਾ। ਤੁਸੀਂ ਕਿੰਨੀਆਂ ਬਿੱਲ ਬੁੱਕ ਬੋਤਲਾਂ ਕਿੱਥੇ? ਵੇਚੀਆਂ ਸਵੇਰ ਦੀਆਂ? ਬਿੱਲ ਬੁੱਕ ਹੈ ਹੀ ਨਹੀਂ ਇੱਥੇ। ਦੱਸੋ ਸਾਨੂੰ ਕਾਊਂਟਿੰਗ ਕਰਕੇ। ਨਹੀਂ, ਹੁਣ ਤੁਹਾਨੂੰ ਆਈਡੀਆ ਹੋਊਗਾ ਕਿੰਨੀਆਂ ਬੋਤਲਾਂ ਵੇਚੀਆਂ ਸਵੇਰ ਦੀਆਂ। ਇਹ ਮੇਨ ਠੇਕਾ ਆ ਜਾਂ ਐਕਸਟੈਂਸ਼ਨ ਹੈ? ਤੁਸੀਂ ਦੱਸੋ ਵੀ ਸੇਲ ਤੋਂ ਚੈੱਕ ਕਰ ਲਓ ਨਾ ਕਿੰਨੇ ਵੇਚੀਆਂ ਸਵੇਰ ਦੀਆਂ। ਅੱਛਾ, ਇਹ ਹਾਤਾ ਵੀ ਤੁਹਾਡਾ ਹੀ ਹੈ? ਇਹਦਾ ਲਾਇਸੈਂਸ ਹੈਗਾ? ਇਹ ਮੇਨ ਠੇਕਾ ਜਾਂ ਐਕਸਟੈਂਸ਼ਨ ਤੇ ਹੈ? ਐਕਸਟੈਂਸ਼ਨ ਤੁਹਾਡੀ ਕਾਗਜ਼ਾਂ 'ਚ ਐਗਜ਼ਿਸਟ ਕਰਦੀ ਹੈਗੀ ਆ। ਕੱਢੋ ਜੀ ਇਹ ਨਹੀਂ, ਬਟ ਮੇਨ ਠੇਕੇ ਤੋਂ ਇਲਾਵਾ ਤੁਸੀਂ ਐਗਜ਼ਿਸਟੈਂਸ ਖੋਲ ਨਹੀਂ ਸਕਦੇ। ਆਜੋ ਅੱਜ ਤੁਹਾਡੇ ਕਲਿਆਣ ਲਈ ਆਏ ਜਿਹੜਾ ਮੇਨ ਠੇਕਾ ਹੀ ਖੋਲ ਸਕਦਾ ਹੈ, ਦੂਜਾ ਐਕਸਟੈਂਸ਼ਨ ਤੇ ਖੋਲ ਹੀ ਨਹੀਂ ਸਕਦਾ। ਦਿਖਾਣਾ ਹੈ, ਕਾਗਜ਼ ਦਿਖਾਣਾ ਹੈ, ਇਹ 'ਚ ਕਿਹੜੇ ਹਾਂਜੀ। ਵਾਲਾ ਠੇਕਾ ਲਿਆ ਕੇ। ਨਹੀਂ, ਲਾਇਸੈਂਸਿੰਗ ਹੈ। ਲਾਇਸੈਂਸਿੰਗ ਇਸੇ ਏਰੀਏ ਦੇ ਲਾਇਸੈਂਸ ਦਾ ਵਾ। ਤੁਹਾਡੇ ਸਾਹਮਣੇ ਧਾਰਮਿਕ ਸੰਸਥਾਨ ਹੈ, ਇੱਥੇ ਠੇਕਾ ਚੱਲ ਨਹੀਂ ਸਕਦਾ। ਨਹੀਂ ਭਾਵੇਂ ਵਰਕਰ ਹੈ, ਧਾਰਮਿਕ ਸੰਸਥਾਨ ਹੈ। ਧਾਰਮਿਕ ਸੰਸਥਾਨ ਦੇ ਸਾਹਮਣੇ ਠੇਕਾ ਖੋਲ ਸਕਦਾ? ਕੀ? ਤੁਹਾਨੂੰ ਦੱਸ ਦਿਓ ਨਾ, ਤੁਹਾਡਾ ਇਹ ਠੇਕਾ ਇਹਨਾਂ ਕਾਗਜ਼ਾਂ 'ਚ ਪੈਂਦਾ। ਪਹਿਲੇ ਕਾਗਜ਼ ਬਣਾ ਕੇ ਲਿਆਏ ਹੋਏ ਅਸੀਂ। ਅਸੀਂ
ਸਾਰੀ ਕਾਗਜ਼ੀ ਕਾਰਵਾਈ ਕਰਕੇ ਲਿਆਏ ਮੈਂ ਫੜ ਪੈਸੇ ਦੇ ਆ ਲੋ ਕੀ ਨਾਮ ਹੈ ਤੁਹਾਡੇ ਠੇਕੇਦਾਰ ਦਾ अब ए रमन कुमार के ठेके पहले भी हम यहाँ से लेते पर हमें बिल नहीं दिया अभी तो कह रहे हैं ना जैसे कि बिल बुक खत्म हो रखी है शेखुपुर का कभी भी नहीं मिला बिल ਤੁਸੀਂ ਮੰਨਦੇ ਹੋ ਵੈਸੇ ਕੋਈ ਵੀ ਚੀਜ਼ ਕਿਸੇ ਜਗ੍ਹਾ ਤੋਂ ਖਰੀਦੀਏ ਤਾਂ ਉਹਦਾ ਬਿੱਲ ਹੋਣਾ ਜ਼ਰੂਰੀ ਹੈ ਇਹਦਾ ਮਤਲਬ ਹੈ ਸਰਕਾਰ ਦੇ ਟੈਕਸ ਦੀ ਚੋਰੀ ਨਹੀਂ ਹੋ ਰਹੀ ਠੀਕ ਹੈ ਨਾ ਮਤਲਬ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਐਂਡ ਕਿੰਨੇ ਲੰਮੇ ਸਾਲਾਂ ਤੋਂ ਇਹ ਚੂਨਾ ਲਾਇਆ ਜਾਂਦਾ ਹੋਵੇਗਾ ਠੀਕ ਹੈ ਜੀ ਦੂਜੀ ਚੀਜ਼ ਹੈ ਇੱਥੇ ਲਾਗੇ ਦੇਖੋ ਧਾਰਮਿਕ ਸੰਸਥਾਨ ਹੈ ਡੇਰਾ ਹੈ ਰਾਧਾ ਸਮੀ ਠੀਕ ਹੈ ਜੀ ਉਹਦੇ ਲਾਗੇ ਬਿਲਕੁਲ ਠੇਕਾ ਤੇ ਹਾਤਾ ਦੋਨੋਂ ਚੀਜ਼ਾਂ ਚੱਲ ਰਹੀਆਂ ਰਮਨ ਕੁਮਾਰ ਦੇ ਕੋਲ ਦਾ ਠੇਕੇ ਹੈਗੇ ਨੇ ਨਹੀਂ ਇਹਦੇ ਵਿੱਚ ਦੱਸੇ ਨੇ ਠੇਕੇ ਦੀ ਜਗ੍ਹਾ ਵੀ ਦੱਸੀ ਹੋਣੀ ਕਿਹੜੀ ਕਿਹੜੀ ਜਗ੍ਹਾ ਮੈਂ ਹੈ ਹੀ ਪੁੱਛਦੀ ਆ ਵੀ ਤੁਹਾਡਾ ਇਸ ਕਾਗਜ਼ਾਂ 'ਚ ਠੇਕਾ ਆਂਦਾ ਦੱਸੋ ਇਹ ਤੁਸੀਂ ਪੈਸੇ ਦੇ ਕੇ ਲਿੱਤੇ ਪੁੱਛੋ ਆਪਣੇ ਮਾਲਕ ਨੂੰ ਫੋਟੋ ਸਟੇਟ ਦਿਖਾਓ ਖਿੱਚ ਲਓ ਇਹਦੀ ਫੋਟੋ ਸਟੇਟ ਦੇਖੋ ਜਿੱਥੇ ਧਾਰਮਿਕ ਸਥਾਨ ਹੈ ਨਾ ਉੱਥੇ ਠੇਕਾ ਨਹੀਂ ਚੱਲ ਸਕਦਾ ਨਹੀਂ ਹੋਣਾ ਚਾਹੀਦਾ ਜੀ ਧਾਰਮਿਕ ਸਥਾਨ ਦੇ ਵਿੱਚ ਬਿੱਲ ਤੋਂ ਬਿਨਾ ਠੇਕਾ ਨਹੀਂ ਦਿੱਤਾ 14% ਟੈਕਸ ਜਿਹੜਾ ਇਹ ਖਾ ਰਹੇ ਹੈਗੇ ਨੇ ਸਰਕਾਰੀ ਖਜ਼ਾਨੇ ਦੇ ਪੈਸੇ ਕਿਉਂ ਘਟੇ ਹੈਗੇ ਨੇ ਅਗਰ 100 ਰੁਪਏ ਦੀ ਬੋਤਲ ਹੈ ਤੇ 14 ਰੁਪਏ ਮਾੜੀ ਜਗ੍ਹਾ ਦੇ ਇਹਨਾਂ ਨੇ 200 ਕਿੰਨੇ ਦੀ ਵੇਚੀ ਹੈ ਬੋਤਲ ਹੁਣੇ 290 ਰੁਪਏ ਦੀ ਵੇਚੀ ਹੈ 28 ਇੱਕ ਹੋ ਗਏ 14 ਨਾਲ 28 ਇੱਕ ਹੋ ਗਏ 40 ਰੁਪਏ ਇਹ ਸਰਕਾਰ ਦੇ ਹਜਮ ਕਰ ਗਏ ਇੱਕ ਬੋਤਲ ਦੇ ਵਿੱਚ ਦੂਜਾ ਇਹ ਠੇਕਾ ਇਹਦੇ ਸਾਹਮਣੇ ਚੱਲ ਨਹੀਂ ਸਕਦਾ ਹੈਗਾ ਸਾਡਾ ਖਜ਼ਾਨਾ ਕਿਉਂ ਖਾਲੀ ਹੈ ਉਹਦਾ ਬੇਸਿਕ ਕਾਰਨ ਹੀ ਇਹੀ ਹੈ ਕਿ ਇਹ ਠੇਕੇਦਾਰ ਜਿਹੜਾ ਮੇਨ ਹੈ ਹੋਲਸੇਲ ਤੇ ਦਿੰਦੇ ਆ ਬੈਟ ਇਹ ਦੇ ਨਹੀਂ ਰਹੇ ਜੇ 10 ਲੱਖ ਰੁਪਏ ਦਾ ਸ਼ਰਾਬ ਵੇਚ ਰਹੇ ਆ 1,40,000 ਖਜ਼ਾਨੇ ਦਾ ਖਾ ਰਹੇ ਆ ਜਿਹੜਾ ਕਿ ਜਨਤਾ ਤੇ ਬੋਝ ਪੈ ਰਿਹਾ ਅਸੀਂ ਜਨਤਾ ਦਾ ਵੀ ਖਜ਼ਾਨਾ ਭਰਨਾ ਸਾਡਾ ਮਕਸਦ ਇਹ ਹੈ ਵੀ ਇਹ ਠੇਕੇਦਾਰ ਜਿਹੜੇ ਨਜਾਇਜ਼ ਕਰਦੇ ਹੈਗੇ ਆ ਬੈਟ ਦੀ ਪੂਰੀ ਚੋਰੀ ਹੋ ਰਹੀ ਹੈਗੀ ਹੈ ਔਰ ਗਰੀਬ ਜਨਤਾ ਪਿਸ ਰਹੀ ਹੈ ਜਦੋਂ ਖਜ਼ਾਨੇ 'ਚ ਪੈਸਾ ਨਹੀਂ ਆਉਂਦਾ ਫਿਰ ਸਿਲੰਡਰ ਮਹਿੰਗਾ ਹੁੰਦਾ ਮਹਿੰਗਾਈ ਵੱਧਦੀ ਫਿਰ ਡੀਜ਼ਲ ਵੱਧਦਾ ਮਹਿੰਗਾਈ ਵਧਣ ਦਾ ਕਾਰਨ ਇੱਕੋ ਹੀ ਹੈ ਕਿ ਸਾਡੇ ਜਿਹੜੇ ਰਾਜੇ ਬਣੇ ਹੋਏ ਸ਼ਹਿਰਾਂ ਦੇ ਇਹ ਟੈਕਸ ਦੀ ਪੂਰੀ ਚੋਰੀ ਕਰ ਰਿਹਾ ਰਾਜ ਸਭ ਆਪਣਾ ਸਮਝ ਗਿਆ ਖਜ਼ਾਨੇ 'ਚ ਪੈਸਾ ਜਾਣਾ ਨਹੀਂ ਤੇ ਇਹਨਾਂ ਦੇ ਘਰਾਂ 'ਚ ਜਾ ਰਿਹਾ ਹੈਗਾ ਇਹ ਰਿਕਾਰਡ ਮੈਂ ਕਢਾ ਕੇ ਲੈ ਕੇ ਆਈ ਹਾਂ ਟੈਕਸੇਸ਼ਨ ਡਿਪਾਰਟਮੈਂਟ ਦੇ ਕੋਲ ਉੱਥੋਂ ਮੈਨੂੰ ਪਤਾ ਚੱਲਿਆ ਵੀ 1 ਰੁਪਈਆ ਵੀ ਰਿਟੇਲ ਡੀਲਰ ਟੈਕਸ ਦਾ ਜਮ੍ਹਾਂ ਨਹੀਂ ਕਰਾ ਰਹੇ ਨੇ ਹੋਰ ਬੜਾ ਖਰੀਦਣ ਵਾਲਾ ਮੈਨੂੰ ਦੱਸੋ ਔਰ ਇਹ ਵੀ ਦੱਸੋ ਨੂੰ ਧਿਆਨ ਨਹੀਂ ਸ਼ੇਅਰ ਦੀਆਂ ਕਿੰਨੀਆਂ ਬੋਤਲਾਂ ਵੇਚੀਆਂ ਆਪਣਾ ਕੌਣ ਜਾਂ 10 ਚੱਲੀਏ ਆਪਾਂ ਚੱਲਦੇ ਆ ਇਹ ਚੱਲਿਆ अपना काउंटिंग करो कितनी बेची ਤੁਸੀਂ ਕੋਈ ਚੀਜ਼ ਖਰੀਦਦੇ ਹੋ ਬਿੱਲ ਦਿੰਦੇ ਹੀ ਤੁਹਾਨੂੰ ਕਹਿ ਗਾੜੀ ਹੋ ਗਏ ਕਹਿੰਦਾ 290 ਦੀ ਆ ਪੈਸੇ ਦੇ ਤੇਰੇ 276 ਵੇਚਣ 290 ਦੀ ਡੇ 80 ਲੈ ਲਓ ਠੀਕ ਹੈ ਜੀ 80 ਲੈ ਲਓ ਤਕਰੀਬਨ 14 ਰੁਪਏ ਤੇ ਇੱਥੋਂ ਚੋਰੀ ਕਰਕੇ ਆ ਲਓ ਜੀ ਤੁਸੀਂ ਵੀ ਲਓ ਨਹੀਂ ਦਿਓ ਵਾਲਾ ਖਰੀਦਣਾ ਆ ਗਾਹਕ ਨੂੰ ਵੀ ਹਾਂ ਦਿਓ ਬੋਤਲ ਬਿੱਲ ਵੀ ਦਿਓ ਨਾਲ ਆ ਬੋਤਲ ਦਿਓ ਦੇਖ ਸਕਦੇ ਆ ਕਿ ਬਿੱਲ ਬੁੱਕ ਜਿਹੜੀ ਆ ਉਹ ਇੱਥੇ ਨਹੀਂ ਹੁਣ ਆਈ ਆ ਬਿੱਲ ਸੀ ਇਹ ਬੁੱਕ। ਹੁਣੇ ਬਿੱਲ ਬੁੱਕ ਅੰਦਰ ਲਿਆਂਦੀ ਗਈ ਆ ਦਿਖਾਓ ਜੀ ਕਿੰਨੇ ਬਿੱਲ ਕੱਟੇ ਆ ਉਹਦੇ ਚ ਤੁਸੀਂ ਅੱਜ ਤੱਕ ਸਾਨੂੰ ਬਿੱਲ ਬੁੱਕ ਦਿਖਾ ਦਿਓ ਅੱਜ ਤੱਕ ਬਿੱਲ ਕਿੰਨੇ ਬੁੱਕ ਬਿੱਲ ਦਿਖਾਓ ਕੱਟੇ ਆ ਜੀ ਲਿਓ ਜੀ ਬਿੱਲ ਬੁੱਕ ਦਿਓ ਸਾਨੂੰ ਅਸੀਂ ਤੁਹਾਡੀ ਬਿੱਲ ਬੁੱਕ ਦੇਖੀਏ ਇਹ ਤੁਸੀਂ ਕੱਟਣਾ ਬਾਅਦ ਇਹ ਬਿੱਲ ਬੁੱਕ ਲੈ ਕੇ ਆਏ ਨੇ ਜੀ। ਅੱਜ ਤੋਂ ਪਹਿਲਾਂ ਬੱਚੇ ਦੇਣੀ ਪੈਣੀ ਹੈ ਰਾਜੇ ਇਹਨੂੰ ਬਾਅਦ ਚ ਕੱਟ ਲਈ ਜਿਹੜੀ ਨਵੀਂ ਬੋਤਲ ਵੇਚਣੀ ਪਹਿਲਾਂ ਪੁਰਾਣੀ ਦੇ ਦੇ ਸਾਨੂੰ ਜਿਹੜੀ ਕੱਟੀ ਹੋਈ ਆ ਉਹ ਦੇ ਜਿਹੜੀ ਪਹਿਲਾਂ ਜਿਹੜੀ ਹੁਣ ਮੰਗਾਈ ਆ ਉਹ ਦਿਖਾ ਦੇ ਨਾ ਫਿਰ ਵੀ ਉਹ ਚ ਹਲੇ ਕੋਈ ਐਂਟਰੀ ਨਹੀਂ ਪਈ ਹੈਗੀ ਦਿਖਾ ਮੈਨੂੰ ਦਿਖਾ ਦੇ ਨਾ ਮੈਂ ਇਹਦਾ ਸਾਰੀ ਦੇਖੋ ਚੈੱਕ ਘਟਾ ਕਰਾਂਗੀ ਝੜਦਿਆਂ ਤੋਂ ਪਤਾ ਲੱਗ ਗਿਆ ਨਾ ਵੀ ਠੀਕ ਆ ਵੀ ਕਿੰਨੇ ਕੇ ਬਿੱਲ ਕੱਟਦੇ ਦੇਖੋ ਹੈ ਨਾ ਕੰਮ ਕਰਦੇ ਆ ਇਦਾਂ ਥੋੜੀ ਹੁੰਦਾ ਕੰਮ ਹੈ ਤੁਸੀਂ ਸਰਕਾਰ ਦਾ ਖਜ਼ਾਨਾ ਖਾਈ ਜਾ ਰਹੇ ਹੈਗੇ ਗੱਡੀ ਜਾਂਦਾ ਦੱਸ ਇਹ ਦਿਹਾੜੀਦਾਰ ਬੰਦੇ ਆ ਲਿਓ ਇਹ ਹਲੇ ਕਾਪੀ ਤੇ ਕੋਈ ਇਹ ਦਿਖਾਓ ਜੀ ਜਿਹੜੀ ਬਿੱਲ ਬੁੱਕ ਹੈ ਆ ਫੜਾਓ ਸਾਨੂੰ ਇੱਥੇ ਤਾਂ ਕੋਈ ਨੰਬਰ ਨਹੀਂਗਾ ਇਹ ਤਾਂ ਜਲ ਹੀ ਆ ਆ ਦਿਓ ਇਹ ਬਿੱਲ ਆਹ ਬੁੱਕ ਫੜਾ ਨਹੀਂ ਦਿਓ
ਆ ਦਿਖਾ ਦਿਓ ਇਹ ਬੱਚੇ ਬਿੱਲ ਬੁੱਕ ਨਹੀਂ ਹੈਗੀ। ਇਹ ਜਾਲੀ ਕਾਪੀ ਮੰਗਾਈ ਗਈ ਹੈ, ਇਹਦੇ ਤੇ ਕੋਈ ਨੰਬਰ ਨਹੀਂਗਾ, ਕੋਈ ਕੁਝ ਨਹੀਂ ਹੈਗਾ। ਨਹੀਂ ਇਹਦਾ ਤੇ ਲਾਇਸੈਂਸ ਨੰਬਰ ਹੋਣਾ ਚਾਹੀਦਾ ਜੀ, ਦਿਖਾਓ ਜੀ, ਇਨਵਾਇਸ ਕੁਛ ਨਹੀਂ। ਨੰਬਰ ਹੋਣਾ ਚਾਹੀਦਾ, ਸਭ ਕੁਝ ਹੈ। ਦਿਖਾਓ ਜੀ, ਉਹ ਤੁਸੀਂ ਉਹ ਵੀ ਦਿਖਾ ਦਿਓ। ਪਹਿਲੀ ਵੀ ਦਿਖਾ ਦਿਓ ਜਿਹੜੇ ਅੱਜ ਤੋਂ ਪਹਿਲਾਂ ਤੁਸੀਂ ਬਿੱਲ ਕੱਟੇ ਆ, ਉਹ ਕਿਹੜੀ ਤਰੀਕ ਤੱਕ ਕੱਟੇ ਆ? ਦਿਖਾਓ ਜੀ, ਦਿਖਾਓ ਜੀ। ਜਿਹੜੀ ਪਹਿਲੀ ਤਰੀਕ ਤੱਕ ਕੱਟੇ ਨੇ। 290 ਕਿੰਨੇ ਪੈਸੇ ਇਹਨੇ ਬਣਾਏ ਆਖਰੀ ਬਿੱਲ ਦੇਖੋ ਕਿਹੜੇ ਮਹੀਨੇ ਰੁਪਏ ਘੱਟ ਲਏ ਯਾਰ 2000 ਰੁਪਏ ਗਏ ਸਾਡੇ। ਇਹ ਕਿੱਥੇ ਜਾਣੇ ਦੇ ਘਰ ਜਾਣੇ ਆ ਇਹ ਬਿੱਲ ਬੁੱਕ ਤਾਂ ਹੈ ਹੀ ਭਰੀ ਆ। ਮੈਂ ਉਹਨੇ ਹੀ ਪੈਸੇ ਲੈ ਲੈਣੇ ਆ ਮੈਂ ਠੇਕਾ ਬੰਦ ਨੂੰ ਲੋੜ ਕੀ ਆ ਸਹੀ ਗੱਲ ਆ ਅੱਧਾ ਬਣਾ ਯਾਰ ਇਹਦੀ ਬਿੱਲ ਬੁੱਕ ਹੀ ਨਹੀਂ ਹੈਗੀ ਤੁਹਾਡੇ ਕੋਲ। 8 ਮਾਰਚ 'ਚ ਇਹਨਾਂ ਨੇ ਸਿਰਫ 2 ਬਿੱਲ ਕੱਟੇ ਹੈਗੇ ਨੇ। ਬੜੀ ਹੈਰਾਨਗੀ ਦੀ ਗੱਲ ਹੈ। ਇਹ 8 ਮਾਰਚ ਹੈ ਕਿ 19 ਮਾਰਚ ਹੈ? 8 ਸਰ ਬਿੱਲ ਅੱਧਾ ਕਰ ਦੇ ਇੱਕ ਬਿਨੀ ਦਾ ਪਾਈਆ ਵੀ ਕੱਢ ਦੇ। 8 ਮਾਰਚ 'ਚ ਇਹਨਾਂ ਨੇ 4 ਬਿੱਲ ਕੱਟੇ ਨੇ। 7 ਮਾਰਚ 'ਚ ਇਹਨਾਂ ਨੇ ਆਪਾਂ ਅਪ੍ਰੈਲ ਚ ਆ ਜੀ ਅੱਜ ਅਪ੍ਰੈਲ ਦੇ ਚਾਂ ਇਹ ਕਿਉਂਕਿ 8 ਮਾਰਚ ਤੱਕ ਇਸ ਕਰਕੇ ਕਿਉਂਕਿ 10 ਮਾਰਚ ਤੱਕ 10 ਮਾਰਚ ਤੱਕ ਜਿਹੜਾ ਸੀਗਾ ਕੋਡ ਆਫ ਕੰਡਕਟ 7 ਮਾਰਚ 'ਚ ਇਹਨਾਂ ਨੇ 2 ਕੱਟੇ 10 ਨੇ। ਮਾਰਚ ਤੱਕ ਕੋਡ ਆਫ ਕੰਡਕਟ 7 ਸੀਗਾ। ਮਾਰਚ ਤੱਕ ਇਹਨਾਂ ਨੇ Code 2 of Conduct ਕੱਟੇ ਦੇ ਆ। ਦੌਰਾਨ ਹੀ ਬਿੱਲ ਕੱਟੇ ਗਏ ਨੇ। ਦੇਖੋ ਕੋਡ ਆਫ ਕੰਡਕਟ ਦੇ ਦੌਰਾਨ ਹੀ ਬਿੱਲ ਕੱਟੇ ਗਏ ਨੇ ਕਿਉਂਕਿ 10 ਤਰੀਕ ਨੂੰ ਰਿਜ਼ਲਟ ਆਉਣਾ ਬਾਕੀ ਸੀ। ਠੀਕ ਹੈ ਜੀ। ਕੀ ਹਾਲ ਚਾਲ ਹੈ ਸਰ ਜੀ? ਬਸ ਇਹ ਬੈਟ ਤੋਂ ਚੈੱਕ ਕਰ ਰਹੇ ਹੈ ਕਿ ਬੈਟ ਨਹੀਂ ਹੈ, ਠੇਕਾ ਤੇ ਸਾਹਮਣੇ ਨਹੀਂ ਹੋਣਾ ਚਾਹੀਦਾ। ਇਹਦੇ ਸਾਹਮਣੇ ਇਹ ਮੇਜ਼ਰਮੈਂਟ ਹੋਈ ਹੈ ਦੇਖੋ ਬੈਟ ਨਹੀਂ ਜਾ ਰਿਹਾ, ਉੱਤੋਂ ਹੀ ਆਇਆ ਸੀ। ਨਹੀਂ ਕੀ ਨਹੀਂ ਜਾ ਰਿਹਾ ਮੈਂ ਬੈਟ ਨਹੀਂ ਜਾ ਰਿਹਾ। ਜਿਹੜੀ ਸੇਲ ਹੋ ਰਹੀ ਬੈਟ ਡੇਲੀ ਨਹੀਂ ਦਾ ਕੋਈ ਜਾ ਬਿੱਲ ਕੱਟਿਆ ਜਾ ਰਿਹਾ? TCS ਤੇ ਹੈ ਜੀ ਇਹ ਵੈਟ ਤੇ ਨਹੀਂ ਹੈ ਨਹੀਂ ਇਹ ਬੈਟ ਸਭ ਦਾ ਕੱਟਣਾ। ਮੈਂ ਉੱਥੇ ਅਸੀਂ ਉਹ ਦਫ਼ਤਰ ਵੈਟ ਚ ਆ- ਹੁੰਦਾ ਜੀ 14.3%। 14.3% ਬੈਟ ਨਹੀਂ ਜਾ ਜੋ ਰਿਹਾ। ਤੁਸੀਂ ਸੇਲ ਕਰ ਰਹੇ ਹੋ ਹਾਂਜੀ। ਠੀਕ 9 ਹੈ ਮਾਰਚ ਉਹਦੇ ਤੋਂ ਤੇ ਬਾਅਦ ਕੋਈ ਰਿਟੇਲ ਆ ਨਾ ਬਿੱਲ ਇਹ ਰਿਟੇਲ ਠੇਕਾ ਹੈ ਨਾ ਸਰ It's not L1. ਇਹਦੇ ਵਿੱਚ ਵੈਟ ਨਹੀਂ ਹੁੰਦਾ ਨਹੀਂ TCS ਨਹੀਂ ਜੀ ਵੈਟ ਹੁੰਦਾ ਜੀ ਲੈ ਵੈਟ ਕੇ ਹੁੰਦਾ। ਆਏ ਅਸੀਂ ਸਾਰਾ ਕੁਝ। ਅੱਛਾ ਜੀ 14 ਲੈ ਕੇ ਆਏ ਆਫੀਸਰਸ ਕੋਲ 14.3% ਵੈਟ ਹੈ। ਨਹੀਂ ਕਹਿੰਦੇ ਕਪੂਰਥਲੇ ਚ ਜਮਾ 14.3% ਵੈਟ ਹੈ ਜੀ। ਠੀਕ ਹੈ ਨਾ। ਇਹ ਰਮਨ ਦੇ ਟੱਕੇ ਨੇ। ਇਹ ਰਮਨ ਦੇ ਕਾਗਜ਼ ਰਮਨ ਨੂੰ ਦੇ ਸਾਰੀ ਪਾਣੀ ਨਹੀਂ ਬੈਟ ਯੈਸ ਕਿਉਂ ਜਾਣਾ ਨਹੀਂ ਕੀਤਾ ਭਾਜੀ ਜਿਹੜੀ ਸੇਲ ਹੁੰਦੀ ਹੈ ਆਫਰ ਦੇ ਉੱਤੇ ਜਿਹੜੀ ਆ ਉਹ ਵੈਟ ਹੀ ਜਾਣਾ ਹੈ। ਬੈਟ ਟੋਟਲ ਸਾਰੇ ਹੈ। GST ਤੁਹਾਡਾ ਜਿਹੜਾ ਲੱਗ ਰਿਹਾ 14.3% ਹੈ। ਠੀਕ ਇਹਦੇ ਟੈਕਸ ਦੀ ਇਹਦਾ ਮਤਲਬ ਤੁਸੀਂ ਕਾਗਜ਼ੀ ਕਾਰਵਾਈ ਚ ਦੇਖੋ ਇਹ ਇਹਨਾਂ ਦੀ ਮੈਂ ਬਿੱਲ ਚੈੱਕ ਕੀਤੀ ਹੈ 9 ਮਾਰਚ ਤੋਂ ਬਾਅਦ ਅੱਜ ਕਿੰਨੀ ਹੋ ਗਈ ਹੈ? ਅੱਜ ਕਿੰਨੀ ਤਰੀਕ ਹੈ? 7 ਅਪ੍ਰੈਲ ਹੋ ਗਈ ਹੈ। ਇੱਕ ਬਿੱਲ ਵੀ ਕੱਟਿਆ ਗਿਆ ਇਸ ਠੇਕੇ ਦੇ ਉੱਤੇ। ਇਹਦਾ ਮਤਲਬ 14% ਵੈਟ ਹੈ। ਟੋਟਲ ਖਜ਼ਾਨੇ ਦਾ ਪੈਸਾ ਖਾਦਾ ਜਾ ਰਿਹਾ ਹੈਗਾ। ਇਹ ਹਾਲ ਸਾਰੇ ਪੰਜਾਬ ਦੇ ਟੋਟਲ ਕਪੂਰਥਲੇ ਦੇ ਵਿੱਚ ਹੈਗਾ। ਇਹ ਕੰਮ ਬਿਲਕੁਲ ਕਰਨਾ ਹੋ ਰਿਹਾ ਹੈਗਾ। इलेक्शन के बाद कुछ बिल कटे गए कितने बिल कटे गए कितने बिल कटे ने इन्होंने टोटल 137 दूना 107 दूना 214 बिल कटे इन्होंने टोटल कोड ऑफ कंडक्ट ਦੇ ਵਿੱਚ ਕੋਡ ਆਫ ਕੰਡਕਟ ਦੇ ਦੌਰਾਨ ਇਲੈਕਸ਼ਨ ਕੋਡ ਆਫ ਕੰਡਕਟ ਦੇ ਦੌਰਾਨ ਇਹਨਾਂ ਨੇ 8 ਮਾਰਚ ਤੱਕ 214 ਬਿੱਲ ਕੱਟੇ ਨੇ। ਇਹ ਚੀਜ਼ ਆਪਣੇ ਆਪ 'ਚ ਸ਼ੋਅ ਕਰਦੀ ਆ ਕਿ ਅਸੀਂ ਖਜ਼ਾਨੇ ਨੂੰ ਕਿੱਦਾਂ ਲੁੱਟ ਰਹੇ ਹੈਗੇ। ਨਹੀਂ ਬੈਕ ਮੈਂ ਕੋਈ ਕੰਮ 14.3% ਹੈ। ਰਿਟੇਲ ਦਾ ਅੱਗੇ ਵੈਟ ਨਹੀਂ ਰਿਟੇਲ ਦੇ ਬੈਕ ਬਲਕਿ ਅਸੀਂ ਸਾਰੀ ਅਸੀਂ 2 ਘੰਟੇ ਉਹਨਾਂ ਕੋਲ ਹੀ ਲਾ ਕੇ ਆ GST ਬੈਕ ਐਕਸਾਈਜ਼ ਹੋਲਸੇਲ ਤੱਕ ਜਾਣਾ ਐਕਸਾਈਜ਼ ਜਿਹੜਾ ਹੋਲਸੇਲ ਹੈ ਉਹ ਐਕਸਾਈਜ਼ L1 ਤੱਕ ਹੈ ਜੀ L1 ਤੱਕ ਹੈ ਰਿਟੇਲ ਤੋਂ ਬਾਅਦ ਜਿਹੜੀ ਸਾਡੀ ਅਸੀਂ ਕੋਲ 14% ਇਹ 14% ਠੇਕੇਦਾਰ ਨਹੀਂ ਦੇ ਰਿਹਾ। 14.3% ਤੁਹਾਡੇ ਤੇ ਟੈਕਸ ਲੱਗਦਾ। ਅਸੀਂ ਕਿਉਂ ਸਾਡਾ ਖਜ਼ਾਨਾ ਕਿਉਂ ਖਾਲੀ ਹੋ ਰਿਹਾ ਹੈ? ਸਭ ਤੋਂ ਵੱਡੀ ਗੱਲ ਹੈ ਸਮਝ ਆ ਗਈ ਕਿਉਂ ਗਰੀਬੀ ਹੈ ਸਾਡੀ ਕੰਟਰੀ ਦੇ ਵਿੱਚ। ਇੱਕ ਮਿੰਟ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਠੇਕੇਦਾਰ ਅਮੀਰ ਹੋਈ ਜਾ ਰਹੇ ਆ। ਲਿਖਿਆ 290 ਰੁਪਏ ਦੀ ਤੁਸੀਂ ਸੇਲ ਕੀਤੀ ਹੈ ਇਹਨਾਂ ਨੂੰ 14 ਰੁਪਏ ਤੁਸੀਂ ਲਿਖੇ ਹੋ ਰੇਟ ਤੋਂ ਵੱਧ ਲੈ ਰਹੇ ਹੋ ਉਤੋਂ ਟੈਕਸ ਦੀ ਚੋਰੀ ਠੀਕ ਹੈ 14.3% ਟੈਕਸ ਚੋਰੀ ਕਰ ਇਹ ਲਿਆ ਬੈਟ ਤੇ ਦੇਖੋ 14 ਰੁਪਏ 2 ਘੰਟੇ ਮੈਂ ਐਕਸਾਈਜ਼ ਅਸਿਸਟੈਂਟ ਕਮਿਸ਼ਨਰ GST ਨਾਲ ਲਗਾ ਕੇ ਆਈ ਹਾਂ।
ਲਗਾਉਣ ਤੋਂ ਬਾਅਦ ਉਹਨਾਂ ਨੂੰ ਮੈਂ ਪੁੱਛਿਆ ਵੀ ਵੈਟ ਉਹ ਕਹਿੰਦੇ 14% ਹੈ ਲੇਕਿਨ ਕਪੂਰਥਲੇ ਚ ਇਹ ਦੇਖੋ ਜੀ ਤੁਹਾਡੇ ਸਾਹਮਣੇ ਜਿੰਨੀ ਵੀ ਸੇਲ ਹੋ ਰਹੀ ਆ ਕਿਸੇ ਨੂੰ ਵੀ ਕੋਈ ਬਿੱਲ ਨਹੀਂ ਦਿੱਤਾ ਜਾ ਰਿਹਾ। ਜਿੰਨੀ ਵੀ ਫਿਲਹਾਲ ਸੇਲ ਹੋ ਰਹੀ ਆ ਕਿਸੇ ਨੂੰ ਵੀ ਕੋਈ ਬਿੱਲ ਨਹੀਂ ਦਿੱਤਾ ਜਾ ਰਿਹਾ। ਆਫੀਸਰ ਝੂਠ ਨਹੀਂ ਬੋਲੇ GST ਸਰਵਿਸ ਜਿਹੜੀਆਂ ਨੇ ਲੱਗੀਆਂ ਨੇ ਤੁਹਾਨੂੰ ਜੀ 14.3%। AETC ਐਕਸਾਈਜ਼ ਕੋਈ GST ਰਿਟੇਲਰ ਨੇ ਦੇਣੀ ਹੈ ਨਹੀਂ ਉਹ ਵੱਖਰੀ ਗੱਲ ਆ ਜੀ। ਉਹ L1 ਤੇ ਆ ਜੀ। ਉਹ L1 ਤੱਕ ਹੈ। L1 ਤੱਕ ਨਾਓ ਇਟ ਇਜ਼ ਰਿਟੇਲ ਰਿਟੇਲ ਤੇ ਤੁਸੀਂ 14% ਦੇਣਾ ਟੈਕਸ 14.3% ਲੱਗਣਾ ਹੈ ਕੱਪੜੇ ਤੁਹਾਨੂੰ। ਕੱਪੜੇ ਤੇ 12%, ਅਨਸਟਿਚ ਕੱਪੜੇ ਤੇ 5%। ਮੈਂ ਤਾਂ ਸਿਰਫ ਦੇਖੋ ਕਪੂਰਥਲੇ ਚ ਅਸੀਂ ਖਜ਼ਾਨਾ ਭਰਨਾ ਵਾ। ਖਜ਼ਾਨੇ ਦੀ ਚੋਰੀ ਹੋ ਰਹੀ। ਅਲਰਟ ਹੋ ਜਾਣ ਸਾਡੀ ਗਰੀਬੀ ਦੂਰ ਹੋਵੇ। ਨਹੀਂ ਤਾਂ ਕੱਲ ਨੂੰ ਉਹੀ ਹਾਲ ਹੋਣਾ। ਅੱਜ ਸਿਲੰਡਰ 1000 ਦਾ ਹੋਇਆ ਆਪਣੇ ਲਿਖੇ ਹੋਏ ਰੇਟਾਂ ਦੇ ਮੁਤਾਬਕ ਆਪਣੇ ਲਿਖੇ ਹੋਏ ਰੇਟਾਂ ਤੋਂ ਤੁਸੀਂ 14 ਰੁਪਏ ਵੱਧ ਲੈ ਕੇ ਵੇਚ ਰਹੇ ਹੋ। ਉਤੋਂ ਟੈਕਸ ਦੀ ਚੋਰੀ। ਮੇਰਾ ਰਮਨ ਠੇਕੇਦਾਰ ਨੂੰ ਬੁਲਾਓ ਕਿਹੜਾ ਠੇਕਾ ਹੈਗਾ। ਇਹ ਮੇਨ ਠੇਕਾ ਕੀ ਹੈ? ਮੇਨ ਠੇਕਾ ਜਾਂ ਐਕਸਟੈਂਸ਼ਨ ਕਰਾਉਂਦਾ ਅਸੀਂ ਤਾਂ ਸਿੰਪਲ ਲੋਕਾਂ ਨੇ ਸਾਨੂੰ ਟੈਕਸ ਚਾਹੀਦਾ। ਜਿਹੜੀ ਟੈਕਸ ਦੀ ਚੋਰੀ ਪੁਰਾਣੇ ਸ਼ਹਿਰਾਂ 'ਚ ਹੋ ਰਹੀ ਹੈ ਇਹਦੇ ਤੇ ਈਵਨ ਪਰਚਾ ਵੀ ਬਣਦਾ। ਇਹ ਹੈ MS ਹੰਸਰਾਜ ਨਾਮ ਤੇ ਆ। ਹੰਸਰਾਜ ਇਹ ਰਮਨ ਜੀ ਦੇ ਨਾਮ ਤੇ ਜਾਂ ਹੰਸਰਾਜ ਦੇ ਨਾਮ ਤੇ? ਅਸੀਂ ਸਾਰੇ ਪਾਰਟਨਰ ਹਾਂ। ਹਾਂਜੀ ਪਾਰਟਨਰਾਂ ਦੇ ਪਰ ਨਹੀਂ ਹਲੋ ਬਟ ਇਹ ਤਾਂ ਹੈ ਹੀ ਪਾਰਟਨਰ ਨਹੀਂ ਹੈ। ਨਹੀਂ ਪਾਰਟਨਰ ਆਉਂਦੇ ਆ ਸਾਨੂੰ ਜੋ ਦਿੱਤਾ ਡਿਪਾਰਟਮੈਂਟ ਨੇ ਸਾਨੂੰ ਦੇ ਕੇ ਭੇਜਿਆ ਵਾ। ਇਹ ਰਮਨ ਕੁਮਾਰ ਜੀ ਦੇ ਨਾਮ ਤੇ ਹੈਗੀ ਡਿਪਾਰਟਮੈਂਟ ਕੋਲ ਕਾਗਜ਼ ਇਹ ਹੰਸਰਾਜ ਏਜੰਸੀ ਦੇ ਨਾਲ। ਹਾਂਜੀ ਆ ਚਾਰ ਠੇਕੇ ਪੁੱਛ ਲਓ ਆ ਲੋ ਆ ਤੁਸੀਂ ਪੁੱਛ ਲਓ। ਸ਼ੇਖਪੁਰ ਤੋਂ ਲੈ ਕੇ ਜਿੱਤੂਗੀ ਹੁਣ ਸ਼ੇਖਪੁਰ ਦੇ ਵਿੱਚ ਰਮਨ ਕੁਮਾਰ ਦੇ ਨਾਂ ਤੇ ਠੇਕੇ ਆ। ਰਮਨ ਕੁਮਾਰ ਦੇ ਜਿਹੜਾ ਨਾਲ ਹੁਣ ਹੰਸਰਾਜ ਏਜੰਸੀ ਦੇ ਨਾਲ। ਨਾ ਰਮਨ ਕੁਮਾਰ You can clarify from the ਕਲੈਰੀਫਾਈ ਕਰੋ ਨਾ। ਅਸੀਂ ਆ ਡਾਕੂਮੈਂਟ ਉੱਥੇ ਲੈ ਕੇ ਆਏ ਸਾਡੇ ਕੋਲ ਡੀਡ ਹੈ ਇਹਦੀਆਂ। ਦੇਖੋ ਜੀ ਅਸੀਂ ਡਾਕੂਮੈਂਟ ਡੀਟਾ ਤੁਹਾਡੀਆਂ ਪਾਣੀ ਫਰਮ ਹੈ। ਡਿਪਾਰਟਮੈਂਟ ਨੇ ਦਿੱਤਾ। ਮੈਂ ਕਹਿੰਦਾ ਉਹ ਡੀਡ ਪਾਰਟਨਰਸ਼ਿਪ ਫਰਮ ਹੈ ਤੁਹਾਡੀ। ਡਿਪਾਰਟਮੈਂਟ ਨੇ ਡੀਡ ਨਹੀਂ ਦਿੱਤੀ। ਠੀਕ ਹੈ ਉਹ ਤੁਹਾਡੀ ਡਿਪਾਰਟਮੈਂਟ ਨੇ ਦਿੱਤਾ। ਇਹ ਹੰਸਰਾਜ ਸੰਸਥਾ ਦੇ ਨਾਮ ਤੇ ਜਾ ਕੇ ਰਮਨ ਕੁਮਾਰ ਦੇ ਰਮਨ ਦੇ ਨਾਂ ਤੇ ਠੇਕੇ ਆ। ਰਮਨ ਦੇ ਨਾਲ ਸਾਡੇ ਦੀ ਗੱਲ ਹੈ। ਤੁਸੀਂ ਪੁੱਛੋ ਅਸੀਂ ਲੈ ਕੇ ਆਏ ਸੀ। ਅਸੀਂ ਕਿਸੇ ਨਾਲ ਲੈ ਕੇ ਆਏ ਅਸੀਂ ਮਾਲਕ ਮੈਂ ਡਿਪਾਰਟਮੈਂਟ ਕਿਹਦਾ ਕਹਿ ਦੇਵੇ। ਭਾਰਤ ਦੀ ਗੱਲ ਹੈ 290 ਦਾ ਟੈਕਸ ਦੇ ਨਾਲ ਕੋਈ ਆ ਰਿਹਾ। ਅਸੀਂ ਇਹਦੇ ਪਾਰਟਨਰ ਅਸੀਂ ਰਮਨ ਟੈਕਸ ਕੁਮਾਰ ਨਾਲ ਹੈ ਵੀ ਗਰੀਬਾਂ ਦੇ ਦੇ ਵਿੱਚ ਰਮਨ ਦੇ ਨਾਮ ਤੇ ਰਮਨ ਦੇ ਨਾਮ ਤੇ ਪ੍ਰੂਫ ਕਰਕੇ ਦਿਓ ਡਿਪਾਰਟਮੈਂਟ ਇਹਨੂੰ ਕਿੱਦਾਂ ਕਰਦਾ। ਡਿਪਾਰਟਮੈਂਟ ਡਿਪਾਰਟਮੈਂਟ ਪ੍ਰੂਫ ਕਰੇ ਰਮਨ ਦੇ ਨਾਮ ਤੇ ਕਿੱਦਾਂ ਇਹ ਠੇਕੇ। ਟੈਕਸ ਦੇਣਾ ਚਾਹੀਦਾ। ਇੱਥੇ ਜਿੰਨੀ ਵਿਕਰੀ ਹੋ ਰਹੀ ਹੈ ਅਸੀਂ ਬਿਨਾਂ ਟੈਕਸ ਟੈਕਸ ਆਪਣਾ ਦੇ ਰਹੇ ਆ। ਬੈਟ ਨਹੀਂ ਜਾ ਰਿਹਾ ਅਸੀਂ ਗਵਰਨਮੈਂਟ ਆਪਣਾ ਦੇ ਟੈਕਸ ਦੇ ਰਹੇ ਹਾਂ। ਅਸੀਂ ਡਿਪਾਰਟਮੈਂਟ ਨੂੰ ਦੇਖੋ, ਡਿਪਾਰਟਮੈਂਟ ਸਾਨੂੰ ਕਵੇ। ਅਸਿਸਟੈਂਟ ਕਮਿਸ਼ਨਰ GST ਰਾਹੁਲ ਪਾਟਿਲ ਨਾਲ ਗੱਲ ਹੋਈ ਹੈ। ਸੇਲ ਦੇ ਤੀਜੀ ਪਾਰਟੀ ਨੂੰ ਸਾਨੂੰ ਇੱਥੇ ਪੁੱਛਣਾ ਕੋਈ ਰਿਟੇਲ ਮਤਲਬ ਦੇ ਇੱਕ ਬਿੱਲ ਨਹੀਂ ਕੱਟਿਆ ਜਾ ਰਿਹਾ ਹੈਗਾ। 14.3% ਇੱਕ ਬਿੱਲ ਨਹੀਂ ਕੱਟਿਆ ਜਾ ਰਿਹਾ। ਬਿੱਲ ਤੋਂ ਬਿਨਾਂ ਸ਼ਰਾਬ ਸੇਲ ਨਹੀਂ ਹੋ ਸਕਦੀ। ਇਹ ਸਿੰਪਲ ਅਸੀਂ ਟੋਟਲ ਤੁਸੀਂ ਮੰਨਦੇ ਹੋ ਬਿੱਲ ਕੱਟਿਆ ਜਾ ਰਿਹਾ? ਠੇਕੇਦਾਰ ਸਾਹਿਬ ਤੁਸੀਂ ਮੰਨਦੇ ਹੋ ਬਿੱਲ ਕੱਟਿਆ ਜਾ ਰਿਹਾ? ਤੇ ਕੋਈ ਬਿੱਲ ਕੱਟਿਆ ਜਾ ਰਿਹਾ? ਬਿੱਲ ਵੈਟ ਹੈ ਹੀ ਨਹੀਂ। ਤੁਹਾਨੂੰ ਅਸੀਂ ਸਾਡੇ ਵੈਟ ਪਹਿਲਾਂ ਅਸੀਂ ਨਾਲ ਵੈਟ ਦਿੰਦੇ ਹਾਂ। L1 ਵੀ ਉਹਦੇ ਕੋਲ ਹੋਲਸੇਲਰ ਵੀ ਹੋਈ ਆ ਰਿਟੇਲਰ ਵੀ ਕੌਣ ਹੋਈ ਆ। L1 ਉਹਦੇ ਕੋਲ ਹੈ? ਕੌਣ ਕਹਿੰਦਾ ਉਹਦੇ ਕੋਲ ਹੈ? ਤੁਹਾਡੇ ਸਾਹਮਣੇ ਅਸੀਂ ਗੱਲ L1 ਟੋਟਾ ਗਰੁੱਪ ਦਾ ਨਾਲ ਗੱਲ ਕੀਤੀ ਹੈ। ਦੇਖੋ ਮੇਰੀ ਇੱਕ ਮਿੰਟ ਠੀਕ ਹੈ ਸੁਣਿਆ। ਨਾ। ਤੁਸੀਂ ਮੂੰਹ ਜ਼ਬਾਨੀ ਗੱਲ ਕਰਦੇ ਪੇਪਰ ਮੁਤਾਬਕ L1 ਵੀ ਉਹਦਾ ਨਹੀਂ ਹੈ। ਇਹ ਦੇਖੋ ਸਾਨੂੰ ਉਹਨਾਂ ਨੇ ਕਿਹਾ ਵੀ ਸਾਡੇ ਸ਼ਹਿਰ ਚ ਬੈਟ 1% ਨਹੀਂ ਆ ਰਿਹਾ ਸ਼ਰਾਬ। ਰਮਨ ਦਾ ਨਾਂ ਜਿਹੜਾ ਕਹਿੰਦਾ ਰਮਨ ਦਾ ਨਾਮ ਕਿ ਲੈ ਲੈਂਦਾ। ਰਮਨ ਸਾਰੀ ਜਗ੍ਹਾ ਤੇ ਥੋੜੀ ਮਾਲਕ ਹੈ। L1 ਵੀ ਉਹਦੇ ਨਾਂ ਤੇ ਨਹੀਂ ਹੈ। L1 ਟੋਟਾ ਗਰੁੱਪ ਦਾ। ਕੋਈ ਨਹੀਂ ਬੱਚੇ ਗੱਲ ਹੈ L1 ਡੋਡਾ ਗਰੁੱਪ ਦਾ। ਬੈਟ ਦੇ ਨਾਲ ਆ ਵੀ ਸਾਡਾ ਖਜ਼ਾਨਾ ਭਰਨਾ ਚਾਹੀਦਾ। ਸਹੀ ਹੈ ਮਾਤਾ ਜੀ। ਬੈਟ ਸਹੀ ਗੱਲ ਆ। ਠੀਕ ਹੈ ਨਾ। ਅਸੀਂ ਬਾਕੀ ਠੇਕੇ ਵੀ ਚੈੱਕ ਕਰਨੇ ਹੈਗੇ। ਹਾਂ ਸਾਡਾ ਮਕਸਦ ਹੈ ਕਿ ਕਪੂਰਥਲੇ ਦਾ ਖਜ਼ਾਨਾ ਭਰੇ। ਬਾਕੀ ਕਰ ਲਓ। ਆਈ ਸਟੇਸ਼ਨ ਲੱਗੇ ਕੱਲ ਦਾਰੂ ਲਿੱਤੀ ਸਾਡੇ ਇਹ ਤਾਂ ਐਕਸਾਈਜ਼ ਆਪਣੇ ਆਪ ਲਊਗਾ ਵੀ ਕਿੰਨਾ ਐਕਸਾਈਜ਼ ਅਲਾਉ ਕਰ ਰਿਹਾ ਟੇਲਰ। ਕਰਕੇ ਰੱਖ ਲੈ ਕੇ ਜਾਣਾ ਯਾਰ। ਬੁਲਾ ਲਓ। 360 ਰੁਪਏ ਦੀ ਬੋਤਲ ਪਈ ਆ ਹੈਗਾ ਸਾਨੂੰ। ਤੇ ਬਿੱਲ ਦੇ ਵਿੱਚ ਲੱਗੂਗਾ ਸਾਈਜ਼ ਬੁਲਾਓ। ਠੀਕ ਹੈ ਸਾਨੂੰ ਕੱਲ 360 ਅਸਿਸਟੈਂਟ ਕਮਿਸ਼ਨਰ ਨਾਲ ਗੱਲ ਕਰ ਲਓ। ਸਟੇਸ਼ਨ ਤੇ ਲੱਗੇ 360 ਰੁਪਏ ਦੀ ਕਿੱਥੋਂ ਸਾਡੇ ਕਿੱਥੋਂ ਮਿਲੀ ਸਟੇਸ਼ਨ ਤੇ ਲੱਗੋ। ਹਾਂ ਜੀ ਸਰਦਾਰ ਸਾਹਿਬ ਹਾਲ ਜੀ ਉਹ ਅਸੀਂ ਦੇਣਾ ਵਾ ਸਹੀ ਗੱਲ ਹੈ ਜੀ। ਐਕਸਾਈਜ਼ ਜਦੋਂ ਰਿਟੇਲ ਵਾਲੇ ਨੇ ਬੈਟ ਦੇਣਾ। ਹਾਂਜੀ 14% ਬੈਟ ਦੇਣਾ ਰਿਟੇਲ ਵਾਲੇ ਨੂੰ। ਮੈਮ ਅਸੀਂ ਇੱਥੇ ਇਸ ਟਾਈਮ ਦੇਖੋ ਜੀ, ਸਾਨੂੰ ਬੈਟ ਨਾਲ ਸਾਨੂੰ ਕਿਸੇ ਦੇ ਨਾਲ ਨਹੀਂ। ਅਸੀਂ ਖਜ਼ਾਨੇ ਕਰਕੇ ਆਏ ਹਾਂ ਵੀ ਸਾਡਾ ਸਿਲੰਡਰ 1000 ਰੁਪਏ
ਠੇਕੇ ਦਾ ਹੋ ਗਿਆ ਹਾਂਜੀ, ਹਾਂਜੀ। ਸਾਡਾ ਖਜ਼ਾਨਾ ਖਾਲੀ ਹੋ ਗਿਆ 350 ਕਰੋੜ ਰੁਪਏ ਦਾ ਸਾਡੇ ਖਜ਼ਾਨੇ ਤੇ ਆ ਸਾਨੂੰ ਪਾਰਟੀ ਇਹ ਕਹਿੰਦੀ ਆ ਕਿੱਦਾਂ ਰੈਵਨਿਊ ਜਨਰੇਟ ਕਰਨਾ ਰੈਵਨਿਊ ਤਾਂ ਹੀ ਜਨਰੇਟ ਹੋਏਗਾ ਜੇ ਬੈਟ ਤੇ ਐਕਸਾਈਜ਼ ਪ੍ਰੋਪਰ ਦਿੱਤਾ ਜਾਊਗਾ ਸ਼ਹਿਰ ਦੇ ਵਿੱਚ ਈਵਨ ਅਸੀਂ ਕਾਰਪੋਰੇਸ਼ਨ ਵਾਲਿਆਂ ਦੀ ਵੀ ਡਿਊਟੀ ਲਾਈ ਸਾਨੂੰ ਹਾਊਸ ਟੈਕਸ ਤੇ ਦੁਕਾਨਾਂ ਦੇ ਟੈਕਸ ਕੱਟੇ ਕਰਕੇ ਸਹੀ ਹੈ ਜੀ। ਤਾਂ ਕਿ ਗਰੀਬੀ ਦੂਰ ਹੋ ਸਕੇ ਹਾਂਜੀ। ਲੇਕਿਨ ਖਜ਼ਾਨੇ 'ਚ ਪੈਸਾ ਆਣਾ ਕਿੱਥੋਂ ਆ ਉਹ ਉਦੋਂ ਹੀ ਆਊਗਾ ਜਦੋਂ ਅਸੀਂ ਬੈਟ ਦਵਾਂਗੇ GST ਦਵਾਂਗੇ ਹਾਊਸ ਟੈਕਸ ਦਵਾਂਗੇ ਹੈਲੋ ਠੀਕ ਹੈ ਜੀ ਸਾਡਾ ਮਕਸਦ ਕਿਸੇ ਤੇ ਅਟੈਕ ਦਾ ਨਹੀਂ ਹੈਗਾ ਦੇਖੋ ਅਲੱਗ ਅਲੱਗ ਆ ਦੁਬਾਰਾ ਕਰਾ ਦਿਓ ਤੁਸੀਂ ਮੇਰੀ ਗੱਲ ਸੁਣੋ ਨੰਬਰ ਦੇਖੋ ਮੈਂ ਤਾਂ GST ਤੇ ਮੇਰਾ ਲਾਇਆ ਤੁਹਾਡਾ ਨੰਬਰ ਦੇਖੋ ਕਾਲ ਲਾਓ ਨੰਬਰ ਦੇਖੋ ਤੁਸੀਂ ਕਾਲ ਲਾਓ ਆਹ ਦੇਖੋ ਨੰਬਰ ਨੰਬਰ ਤੁਸੀਂ ਜਿਨ੍ਹਾਂ ਨੂੰ ਕਾਲ ਕਰ ਰਹੇ ਹੋ GST ਡਿਪਾਰਟਮੈਂਟ ਦੇ ਆ ਉਹ ਐਕਸਾਈਜ਼ ਦੇ ਨਹੀਂ ਆ ਬੈਟ ਉਹਨਾਂ ਨੇ ਲੈਣਾ ਤੁਹਾਡੇ ਤੋਂ ਮੇਨ ਡੀਲਿੰਗ ਹੈ ਰਮਨ ਹੈ ਨਾ ਇਹਨਾਂ ਦੇ ਬੈਟ ਤੁਸੀਂ ਦੇ ਹੀ ਨਹੀਂ ਰਹੇ ਮੈਡਮ ਨੂੰ ਕਹੋ ਮੈਡਮ ਕਹਿੰਦੇ ਮੈਨੂੰ ਬਿੱਲ ਕੱਟਣੇ ਆ ਇੱਥੇ ਜੀ ਮੈਂ ਮੈਡਮ ਨੇ ਸਾਨੂੰ ਕਹਿਤਾ ਕਿ ਮੈਂ ਕੋਡ ਆਫ ਕੰਡਕਟ ਜ਼ਬਰਦਸਤੀ ਬਿਲਿੰਗ ਕਰਾਈ ਹੈ ਮੈਡਮ ਅਦਰਵਾਈਜ਼ ਬਿਲਿੰਗ ਨਹੀਂ ਕਪੂਰਥਲਾ 'ਚ ਹੋ ਰਹੀ ਹੈਗੀ ਸਿਰਫ ਕੋਡ ਆਫ ਕੰਡਕਟ 'ਚ ਬਿੱਲ ਬੁੱਕਾਂ ਦੇ ਕੇ ਬਿੱਲ ਕਟਵਾਏ ਗਏ ਹੈਗੇ ਯਾਨੀ ਕਿ ਜਿੰਨੇ ਠੇਕੇਦਾਰ ਵੱਡੇ ਨੇ ਜਿੱਦਾਂ ਰਮਨ ਹੈ ਆਸ਼ੀਸ਼ ਹੈ ਸਾਨੂੰ ਡਿਪਾਰਟਮੈਂਟ ਨੇ ਦਿੱਤਾ ਹੈਗਾ ਡਿਪਾਰਟਮੈਂਟ ਕਹਿੰਦਾ ਵੀ ਰਮਨ ਕੁਮਾਰ ਕੋਲ ਠੇਕੇ ਆ ਆਸ਼ੀਸ਼ ਸ਼ਰਮਾ ਤੇ ਗਗਨ ਸ਼ਰਮਾ ਕੋਲ ਠੇਕੇ ਨੇ ਇੱਕ ਵੀ ਬੰਦਾ ਸਾਨੂੰ ਕਹਿੰਦੇ ਬੈਟ ਨਹੀਂ ਦੇ ਰਿਹਾ ਕਪੂਰਥਲੇ ਦੇ ਵਿੱਚ ਠੀਕ ਹੈ ਜੀ ਆਪਣੇ ਈਟੀਓ ਮੈਡਮ ਤੇ ਇਹ ਦੇਖੋ ਜੀ ਇਹ ਲੋ ਅਸੀਂ ਤੁਹਾਨੂੰ ਕੋਈ ਵੀ ਚੀਜ਼ ਕਾਗਜ਼ਾਂ ਤੋਂ ਬਾਹਰ ਨਹੀਂ ਕਰਾਂਗੇ ਅਸਿਸਟੈਂਟ ਕਮਿਸ਼ਨਰ GST ਰਾਹੁਲ ਪਾਟਿਆ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ GST ਮੈਡਮ ਪ੍ਰਿੰਕਾ ਕਹਿੰਦੇ ਆ ਕੋਡ ਆਫ ਕੰਡਕਟ ਚ ਅਸੀਂ ਬਿੱਲ ਕਟਵਾਏ ਹੈਗੇ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਿੱਲ ਦੇਣੇ ਬੈਟ ਬੰਦ ਕਰ ਦਿੱਤਾ ਹੈਗਾ ਹੁਣ ਇਹ ਕੀ ਕਿੱਥੇ ਕਿਸ ਸਟੇਜ ਤੇ ਮਿਲੀ ਭੁਗਤ ਹੈ ਇਹ ਠੇਕੇਦਾਰ ਮਾਮਲਾ ਪੂਰਾ ਜਾਣਦੇ ਹੈ ਨੇ। ਕੀ ਹੈ ਜੀ ਇਹ ਮਾਮਲਾ ਹੈ ਕੀ ਮਾਮਲਾ ਇਹ ਹੈ ਕਿ ਜਦ ਤੱਕ ਸਰਕਾਰ 40 ਕਰੋੜ ਚ ਠੇਕੇ ਦੇ ਕੇ ਠੀਕ ਹੈ ਦੇਖੋ L1 ਤੱਕ ਜਦ ਤੱਕ ਹੋਲਸੇਲ ਮਾਲ ਆਉਂਦਾ ਉੱਥੇ ਐਕਸਾਈਜ਼ ਡਿਊਟੀ ਇਕੱਠੀ ਲੈ ਲਿੱਤੀ ਜਾਂਦੀ ਹੈ ਜਿੱਦਾਂ ਐਕਸਾਈਜ਼ ਡਿਊਟੀ ਲਿੱਤੀ ਉਹਨਾਂ ਨੇ ਇਹਨਾਂ ਨੂੰ ਜਦੋਂ ਦਿੱਤਾ ਹੈਗਾ ਰਮਨ ਨੂੰ ਠੇਕਾ ਉਹਨਾਂ ਨੇ 14,95,578 ਰੁਪਏ ਲੈ ਲਿੱਤੇ ਲੇਕਿਨ ਜਦੋਂ ਰਿਟੇਲ ਤੇ ਆ ਜਾਂਦਾ ਉੱਥੇ ਬੈਟ ਲੱਗਣਾ ਜਿੱਦਾਂ ਕੱਪੜਿਆਂ ਤੇ ਲੱਗਦਾ ਬਾਕੀ ਆਈਟਮ ਤੇ ਲੱਗਦਾ ਲੇਕਿਨ ਠੇਕੇਦਾਰ ਕਿਸੇ ਨੂੰ ਬਿੱਲ ਨਹੀਂ ਕੱਟ ਕੇ ਦੇ ਰਹੇ ਹੈਗੇ ਬਿੱਲ ਕੱਟਣਾ ਇਹਨਾਂ ਦੀ ਡਿਊਟੀ ਹੈ ਬਿੱਲ 'ਚ 14% ਟੈਕਸ ਪੈਂਦਾ ਹੈਗਾ ਉਹ ਖਜ਼ਾਨੇ 'ਚ ਜਾਣਾ ਹੈਗਾ ਉਹ ਖਜ਼ਾਨੇ ਦਾ ਟੈਕਸ ਜਿਹੜੇ ਆ ਜਿੰਨੇ ਵੀ ਇਹ ਵੱਡੇ ਠੇਕੇਦਾਰ ਹੈ ਉਹ ਆਪ ਹਜਮ ਚੋਰੀ ਕਰ ਰਹੇ ਇਸੇ ਕਰਕੇ ਅੱਜ ਹਾਲਾਤ ਇੰਡੀਆ 'ਚ ਇਹ ਹੋ ਗਏ ਕਿ ਸਿਲੰਡਰ 1000 ਰੁਪਏ ਦਾ ਹੋ ਗਿਆ ਡੀਜ਼ਲ ਪੈਟਰੋਲ ਵੱਧ ਗਿਆ ਕਿਉਂਕਿ ਖਰਚੇ ਤਾਂ ਪੂਰੇ ਕਰਨੇ ਆ ਸਾਡਾ ਜਿਹੜਾ ਆਮ ਆਦਮੀ ਪਾਰਟੀ ਦਾ ਮਕਸਦ ਹੈ ਖਜ਼ਾਨੇ ਦਾ ਪੈਸਾ ਪੂਰਾ ਕਰਨਾ ਟੈਕਸ ਦੀ ਚੋਰੀ ਬਚਾਣੀ ਐਕਸਾਈਜ਼ ਦੀ ਚੋਰੀ ਬਚਾਣੀ ਬੈਟ ਦੀ ਚੋਰੀ ਬਚਾਣੀ ਤਾਂ ਕਿ ਖਜ਼ਾਨੇ 'ਚ ਪੈਸਾ ਹੋਊਗਾ ਤੇ ਸਾਡੀ ਮਹਿੰਗਾਈ ਘਟੂਗੀ ਸਾਨੂੰ ਕਿਸੇ ਨਾਲ ਪਰਸਨਲ ਰੰਜਿਸ਼ ਨਹੀਂ ਹੈਗੀ ਹੁੰਦਾ ਹੈ ਨਾ ਵੀ ਪਰਸਨਲ ਰੰਜਿਸ਼ ਕਰਕੇ ਆਏ ਆ ਆਪਣੀ ਇੱਕੋ ਹੀ ਥਿਊਰੀ ਆ ਵੀ ਆਮ ਆਦਮੀ ਪਾਰਟੀ ਆ ਗਈ ਆ ਹਾਂਜੀ ਖਜ਼ਾਨੇ 'ਚ ਪੈਸਾ ਵਧੇ ਸਹੀ ਗੱਲ ਆ ਜੀ। ਅਸੀਂ ਪੈਸਾ ਮੰਗ ਕੇ ਲੋਕਾਂ ਦੇ ਕੰਮ ਕਰਾ ਸਕਦੇ ਮੈਡਮ ਜੀ ਇਹ ਰੋਜ਼ ਪੀਣੇ ਨੂੰ 90 ਰੁਪਏ ਦਾ ਪਈਆ ਦਿਹਾੜੀ ਲੈਦੇ ਅਸੀਂ ਕਰਿਆ ਕਰੇ ਪੀਏ ਕਿੱਥੋਂ ਆਏ ਕੀ ਕਰੀਏ ਦੱਸੋ ਬਿੱਲ ਦਿੰਦੇ ਆ ਤੁਹਾਨੂੰ ਅਗਲੇ 90 ਰੁਪਏ ਲੈਂਦੇ ਆ ਕੋਈ ਨਹੀਂ ਦਿੰਦਾ ਕੱਟ ਕੇ 90 100 ਰੁਪਏ ਲਾਉਂਦੇ ਪਾਈਏ ਦਾ ਕੋਈ ਨਹੀਂ ਬਿੱਲ ਦਿੰਦਾ ਜੀ ਸਾਨੂੰ ਕੋਈ ਨਹੀਂ ਬਿੱਲ ਦਿੰਦਾ ਬਿੱਲ ਮਿਲਦਾ ਸ਼ੇਖਰ ਹੁਣ ਆਏ ਦਿਹਾੜੀ ਕਰਕੇ ਆ ਬੱਚੇ ਪਾਲ ਕੇ ਪੀਏ ਸਾਨੂੰ ਲੱਗੀ ਆ ਕਰੀਏ ਇੱਥੋਂ ਹੀ ਲੈਣੇ ਆ ਕੇ ਰੋਜ਼ ਦਾਰੂ ਕੋਈ ਲੈਣੀ ਪੈਣੀ ਜੀ, ਹੋਰ ਕਿੱਥੋਂ ਲੈਣੀ ਕੀ ਕਰੀਏ ਹੁਣ ਦੱਸੋ ਮਹੱਲਾ ਸਾਡਾ ਸੁੰਦਰ ਲੱਗ ਰਹੀ ਬਾਹਰੋਂ ਥੋੜੀ ਲੈਣੀ ਠੀਕ ਹੈ ਜਿਹੜੀ ਗੱਲ ਕਰ ਯਾਰ ਨਹੀਂ ਇੱਧਰ ਦੇਖੋ ਕਹਿੰਦੇ ਅਸੀਂ ਰੋਜ਼ ਲੈਂਦੇ ਆ ਕਦੇ ਬਿੱਲ ਮਿਲਿਆ ਤੁਹਾਨੂੰ ਕਦੀ ਨਹੀਂ ਦਿੱਤਾ ਇਹਨੇ ਬਿੱਲ ਦੱਸੋ ਕੋਈ ਬਿੱਲ ਨਹੀਂ ਮਿਲਦਾ ਹੈ ਨਾ ਕਿਸੇ ਠੇਕੇ ਤੋਂ ਬਿੱਲ ਨਹੀਂ ਮਿਲਦਾ ਇਹਦਾ ਹੁਣ ਸਰਕਾਰੀ ਪੈਸੇ ਦੀ ਚੋਰੀ ਹੁੰਦੀ ਹੈ ਮੈਡਮ ਹੁਣ ਕੀ ਕਾਰਵਾਈ ਦੇਖੋ ਇਹ ਚੀਜ਼ ਅਸੀਂ ਫਾਈਨਾਂਸ ਡਿਪਾਰਟਮੈਂਟ ਦੇ ਨੋਟਿਸ ਲਿਆਵਾਂਗੇ ਚੀਮਾ ਸਾਹਿਬ ਦੇ ਡਿਫੈਂਸ ਮਿਨਿਸਟਰ ਨੇ ਉਹਨਾਂ ਕੋਲ ਐਕਸਾਈਜ਼ ਤੇ ਬੈਟ ਦਾ ਸਿਸਟਮ ਹੈ ਇਹ ਚੀਜ਼ ਉਹਨਾਂ ਦੇ ਨੋਟਿਸ ਲਿਆਂਦੀ ਜਾਊਗੀ ਕਿ ਠੇਕੇਦਾਰ ਜਿਹੜੇ ਰਿਟੇਲ ਦਾ ਕੰਮ ਕਰਦੇ ਆ ਉਹ
ਬੈਗ ਦੀ ਚੋਰੀ ਕਰਦੇ ਆ ਜਿਹਦੇ ਨਾਲ ਲੱਖਾਂ ਰੁਪਏ ਦਾ ਖਜ਼ਾਨੇ ਨੂੰ ਨੁਕਸਾਨ ਹੋਇਆ। ਠੀਕ ਹੈ ਔਰ ਅਸੀਂ ਡਿਪਾਰਟਮੈਂਟ ਨੂੰ ਵੀ ਹੱਥ ਜੋੜਾਂਗੇ ਕਿ ਇਹ ਬੈਗ ਜਿਹੜਾ ਚੋਰੀ ਹੋ ਰਿਹਾ ਉਹ ਚੋਰੀ ਕੰਟਰੋਲ ਕੀਤੀ ਜਾਵੇ ਤੇ ਲੀਗਲ ਐਕਸ਼ਨ ਲਿੱਤਾ ਜਾਵੇ ਤਾਂ ਕਿ ਜਿਹੜੀ ਆ ਖਜ਼ਾਨਾ ਜਿਹੜਾ ਸਾਡਾ ਵਾ ਉਹ ਭਰੇ। ਇਹ ਮੈਡਮ ਇਸ ਠੇਕੇ ਤੋਂ ਇਲਾਵਾ ਹੋਰ ਵੀ ਅੱਗੇ ਵੀ ਇਹ ਅਸੀਂ ਹਰ ਠੇਕਾ ਹੀ ਚੈੱਕ ਕਰਾਂਗੇ ਕਿਉਂਕਿ ਸਾਡਾ ਮਕਸਦ ਇਹ ਵੀ ਮੇਰੇ ਵੀਰ ਨੇ ਇਹ ਮੇਰੇ ਬੱਚੇ ਨੇ। ਮੈਨੂੰ ਕਿਸੇ ਨਾਲ ਕੋਈ ਨਹੀਂ ਰੰਜਿਸ਼ ਹੈਗੀ। ਮੈਨੂੰ ਤਾਂ ਸਿੰਪਲ ਹੈ ਵੀ ਸਰਕਾਰ ਦੇ ਖਜ਼ਾਨੇ ਦਾ ਪੈਸਾ ਸਰਕਾਰ ਦੇ ਖਜ਼ਾਨੇ ਜਾਣਾ ਚਾਹੀਦਾ। ਮੈਡਮ ਵੀ ਪੀਏ ਕਿੱਥੋਂ ਹੈ ਮੈਡਮ ਵੀ ਪੀਏ ਕਿੱਥੋਂ ਕੀ ਕਰੀਏ ਅਸੀਂ ਗਰੀਬ ਬੰਦੇ ਪੀਏ ਕਿੱਥੋਂ ਹੈ ਕੀ ਰੱਖਦੇ ਆ? ਉਹ ਵੀ ਅਸੀਂ ਉਹ ਗੱਲ ਲੈ ਲਿੱਤੀ ਹੈ। ਹੌਲੀ ਹੌਲੀ ਕੰਮ ਮੁੜ ਕੇ ਜੱਕਦਮ ਸਾਡੇ ਵਰਗੀ ਆ ਉੱਥੇ ਹਾਂਜੀ 100 ਰੁਪਏ ਲੈ ਕੇ ਸਾਡੀ ਜੇਬ 'ਚ ਨਾ ਲਿਆ ਕਰੋ। ਦੇਖੋ ਸਾਡੀ ਤਾਂ ਡਿਪਾਰਟਮੈਂਟ ਨੂੰ ਇੱਕੋ ਹੀ ਬੇਨਤੀ ਹੈ ਕਿ ਇਹ ਜਿਹੜੀ ਬੈਗ ਦੀ ਚੋਰੀ ਹੈ ਕਪੂਰਥਲੇ ਦੇ ਵਿੱਚ ਠੇਕੇਦਾਰ ਕਰ ਰਹੇ ਨੇ ਸ਼ਰਾਬ ਦੇ, ਉਹ ਚੋਰੀ ਬੰਦ ਹੋਣੀ ਚਾਹੀਦੀ ਕਪੂਰਥਲੇ 'ਚ ਤਾਂ ਕਿ ਕਰੋੜਾਂ ਦਾ ਟੈਕਸ ਜਿਹੜਾ ਇਕੱਠਾ ਕਰਕੇ ਗਰੀਬ ਜਨਤਾ ਦਾ ਭਲਾ ਹੋ ਸਕਦਾ ਹੈ। ਤੇ ਗਰੀਬ ਜਨਤਾ ਕੀ ਆ ਕੇ ਪੀਂਦੀ ਆ ਸਹੀ ਗੱਲ ਆ। ਹਾਂ ਤੇ ਗਰੀਬ ਜਨਤਾ ਹੀ ਮੇਰਾ 1000 ਰੁਪਏ ਦਾ ਸਿਲੰਡਰ ਖਰੀਦਦੀ ਹੈ ਨਾ। ਸਿਲੰਡਰ ਕਿਉਂ ਵੱਧਦਾ? ਖਜ਼ਾਨੇ 'ਚ ਪੈਸਾ ਹੈ ਨਹੀਂ। ਟੈਕਸ ਬੈਗ ਉੱਥੇ ਜਾਂਦਾ ਜੀ, ਸੈਂਟਰ 'ਚ ਜਾਂਦਾ ਭਾਜੀ ਬੈਗ। ਚੱਲ ਆ ਚੱਲੀਏ। ਬੈਗ ਉੱਥੇ ਜਾਣਾ, ਬੈਗ ਜਾਊਗਾ, ਖਜ਼ਾਨਾ ਵਧੂਗਾ ਤੇ ਚੀਜ਼ਾਂ ਦਾ ਰੇਟ ਘਟ ਜਾਊਗਾ। ਜੇ ਖਜ਼ਾਨੇ ਦੀ ਚੋਰੀ ਹੁੰਦੀ ਪਈ ਹੈਗੀ ਆ, ਆਮ ਆਦਮੀ ਪਾਰਟੀ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਟੈਕਸ ਦੀ ਚੋਰੀ ਬਚਾਉਣੀ ਹੈ। ਠੀਕ ਹੈ ਜੀ। ਬਾਕੀ ਰਮਨ ਠੇਕੇਦਾਰ ਨੂੰ ਸੁਨੇਹਾ ਦੇ ਦਿਓ ਕਿ ਮੈਡਮ ਸਟ੍ਰਿਕਟ ਹੈ, ਮੈਡਮ ਨੇ ਕਾਰਵਾਈਆਂ ਪਾਣੀਆਂ ਹੀ ਪਾਣੀਆਂ, ਟੈਕਸ ਲੈਣਾ ਹੀ ਲੈਣਾ ਵਾ, ਜਿੱਦਾਂ ਮਰਜ਼ੀ ਟੈਕਸ ਦਿੱਤਾ ਜਾਵੇ। ਸਾਰਿਆਂ ਦੇ ਕਰਦੇ ਬਹੁਤ ਬਹੁਤ ਸ਼ੁਕਰਾਨਾ ਜੀ। ਅੱਛਾ ਜੀ ਠੀਕ ਹੈ ਜੀ। ਤੁਸੀਂ ਤੁਹਾਨੂੰ ਇੱਕੋ ਬੇਨਤੀ ਹੈ ਜਿੰਨੇ ਦੀ ਵੀ ਪੈਕ ਲੈਣਾ ਵਾ ਨਾਲ ਲਵੋ। ਨਾਲ ਲਵੋ ਬਿਨਾ ਲੈਣੀ ਨਹੀਂ ਤੁਸੀਂ। ਇਹ ਗੱਲ ਕਹਿਣ ਦੇ ਆ ਦੇਖੋ ਤੁਹਾਨੂੰ ਮੈਂ ਇਹ ਬੇਨਤੀ ਕਰੂੰਗੀ ਆਪਣੇ ਪਰਿਵਾਰ ਬਚਾ ਲਓ। ਇਹ ਛੱਡ ਦਿਓ ਵੀ ਹਾਂਜੀ ਉਹ ਛੱਡ ਦਿਓ ਯਾਰ ਜੀ। ਛੱਡ ਦਿਓ। ਹੈਗੇ ਦਿਹਾੜੀਦਾਰ ਬੰਦੇ ਕਰੀਏ ਜੈ ਮਾਤਾ ਦੀ ਜੈ। ਮੈਡਮ ਪਰਿਵਾਰ ਖਤਮ ਹੋ ਗਏ ਸਾਡੇ। ਨਹੀਂ ਪਤਾ ਕਿਦਾਂ ਮੈਡਮ ਜੀ ਜਿੱਦਾਂ ਦਿਹਾੜੀਦਾਰ ਬੰਦੇ ਆ ਬਹੁਤ ਮਿਹਨਤ ਕਰਕੇ ਹਨਾ ਹਾਂਜੀ ਥਕਾਵਟ ਹੋ ਨਾ ਜਾਂਦੀ ਪੀਣ ਯਾਰ, ਸਹੀ ਗੱਲ ਕਹਿੰਦੇ ਨਾ ਪੀਓ। ਬੱਚੇ ਪਾਲੀਏ ਪਤਾ ਕਿਦਾਂ ਨਹੀਂ ਪੀਣੀ ਪੈਂਦੀ ਆ ਯਾਰ। ਤੇ ਠੇਕੇ ਨਾ ਬੰਦ ਹੋਇਆ ਨਾ ਪੀਣ ਦਾ। ਤੁਸੀਂ ਥੋੜਾ ਜਿਹਾ ਸੁਧਾਰ ਕਰੋ, ਪਰਿਵਾਰ ਪਾਲੋ ਆਪਣੇ। ਜਿਹੜੀ ਮੇਨ ਗੱਲ ਆ ਨਾ ਮੈਡਮ ਜੀ ਹੁਣ ਪੀਣੀ ਹੋ ਕਿਤੋਂ ਪੀਏ ਹਾਂ ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਅਸੀਂ ਸੁੰਦਰ ਨਗਰ ਰਾਧਾ ਸਵਾਮੀ ਡੇਰੇ ਦੇ ਸਾਹਮਣੇ ਠੇਕੇ ਦੇ ਉੱਤੇ ਆਏ ਹਾਂ ਜੀ। ਹੰਸਰਾਜ ਐਂਡ ਸੰਸ ਲਾਇਸੈਂਸ ਨੰਬਰ 113U ਠੀਕ ਹੈ ਜੀ। ਉਸ ਠੇਕੇ ਦੇ ਉੱਤੇ ਸਾਹਮਣੇ ਖੜੇ ਹਾਂ। ਸੋ ਜਿੱਥੇ ਮੈਡਮ ਮੰਜੂ ਰਾਣਾ ਜੀ ਪਹੁੰਚੇ ਨੇ ਤੇ ਖਰੀਦਣ ਵਾਲਿਆਂ ਨੂੰ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਬਿੱਲ ਦਿੱਤੇ ਜਾ ਰਹੇ ਕਿ ਨਹੀਂ ਠੇਕੇ ਵੱਲੋਂ ਜੀ। ਹਾਂਜੀ ਅਸੀਂ ਅੱਜ ਸਪੈਸ਼ਲ ਆਏ ਹਾਂ ਠੇਕਾ ਸ਼ਰਾਬ ਅੰਗਰੇਜ਼ੀ ਅਤੇ ਦੇਸੀ ਹੰਸਰਾਜ ਐਂਡ ਸੰਸ ਲਾਇਸੈਂਸ ਨੰਬਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ। 13U ਅੱਛਾ ਜੀ। ਤੁਸੀਂ ਕੋਵਾ ਕਿਹੜਾ ਖਰੀਦਿਆ ਹੈਗਾ ਵਾ? ਫਟ ਵੈਸਾ ਫਟ ਵੈਸੀ ਬੋਲ ਦਿਖਾ ਦਿਓ ਬੱਚੇ, ਕੋਈ ਗੱਲ ਨਹੀਂ। ਦਿਖਾ ਦੇ ਕੋਈ ਗੱਲ ਨਹੀਂ, ਕੁਝ ਨਹੀਂ ਕਹਿਣਾ ਸੀ ਤੁਹਾਨੂੰ। ਦਿਖਾ ਦੇ ਤੈਨੂੰ ਕੀ ਆ ਜਾ। ਤੁਹਾਨੂੰ ਨਹੀਂ ਕੁਝ ਕਹਿਣਾ ਸਭ ਤੁਹਾਨੂੰ ਕੁਝ ਨਹੀਂ ਕਹਿਣਾ, ਤੁਹਾਡਾ ਬਿੱਲ ਦੇਖਣਾ ਬਸ। ਤੁਹਾਡਾ ਹੱਕ ਹੈ ਬਿੱਲ ਲੈਣਾ। ਕਿੰਨੇ ਦਾ ਖਰੀਦਿਆ? ਕੋਵਾ ਕਿੰਨੇ ਦਾ ਖਰੀਦਿਆ ਵਾ? 290 ਦੀ ਬੋਤਲ ਦਿੱਤੀ ਹੈ। ਕਿਹੜੀ? ਫਸਟ ਚੁਆਇਸ ਦਿਖਾਓ ਜੀ, ਕਿਹੜੀ ਫਸਟ ਚੁਆਇਸ ਇਹਨਾਂ ਨੂੰ ਦਿੱਤੀ ਹੈ ਤੁਸੀਂ ਹੁਣ? 290 ਦਾ ਰਾਣੇ ਦੀ ਆ ਲਓ ਦਿਖਾ ਦਿਓ 1 ਮਿੰਟ ਇਹਨਾਂ ਨੂੰ। ਇਹ ਕਿਹੜੀ ਹੈਗੀ? ਰਾਣਾ ਸ਼ੂਗਰਸ ਲਿਮਟਿਡ ਦੀ ਸ਼ਰਾਬ ਹੈ। ਆਪਣੀ ਰਾਣੇ ਦੀ ਹੈ। ਤੁਹਾਨੂੰ ਸਸਤੀ ਸ਼ਰਾਬ ਮਿਲੂਗੀ ਉਲਟਾ। ਇਹ ਰਾਣਾ ਸ਼ੂਗਰਸ ਲਿਮਟਿਡ ਦੀ ਸ਼ਰਾਬ ਹੈ। ਇਹ ਕਿੰਨੇ ਦੀ ਹੈ ਜੀ? ਆ ਜਾ ਦਿਖਾ ਦਿਓ ਕਿਹੜੀ ਖਰੀਦੀ ਹੈ। ਐਕਚੁਅਲ ਰੇਟ ਕੀ ਹੈਗਾ ਇਹਦਾ? ਹਾਂਜੀ ਬਿੱਲ ਦਾ ਪੁੱਛਣਾ। 282 ਰੁਪਏ। ਰੇਟ ਇੱਥੇ ਲਿਖਿਆ ਕਿੰਨਾ ਹੈ? ਸ਼ਰਾਬ ਦੀ ਬੋਤਲ ਕਿਹੜੀ ਲਿੱਤੀ ਹੈ ਦਿਖਾ ਦਿਓ। ਆਹ ਦੇਖੋ ਜੀ, ਇਹਨਾਂ ਨੇ ਲਿੱਤੀ ਹੈ ਸ਼ਰਾਬ ਦੀ ਬੋਤਲ। 290 ਲਾਏ ਆਹ ਲਿੱਤੀ ਹੈ ਸ਼ਰਾਬ ਦੀ ਬੋਤਲ।
278 ਰੁਪਏ ਕਿੰਨੇ ਦੀ ਤੇ ਦਿੱਤੀ 290 ਰੁਪਏ ਕਿੰਨੇ ਦੀ ਵੇਚੀ 290 ਜੀ 290 ਰੁਪਏ 278 ਰੁਪਏ ਰੇਟ ਲਿਖਿਆ ਹੈਗਾ ਤਾਂ 290 ਰੁਪਏ ਦੀ ਵੇਚੀ ਹੈ। ਇਹਨਾਂ ਨੂੰ ਬਿੱਲ ਦਿੱਤਾ ਜੀ ਤੁਸੀਂ? ਨਹੀਂ ਸਰ ਕੋਈ ਕੁਝ ਨਹੀਂ ਦਿੱਤਾ। ਨਹੀਂ ਤੁਸੀਂ ਸਵੇਰ ਦੀਆਂ ਕਿੰਨੀਆਂ ਬੋਤਲਾਂ ਦੇਖੋ ਤੁਹਾਨੂੰ ਕੋਈ ਬਿੱਲ ਦਿੱਤਾ ਹੈ ਨਾ? ਦੇਖੋ ਜੀ ਕਹਿੰਦੇ ਬਿੱਲ ਦਿੱਤਾ ਨਹੀਂ ਜਾ ਰਿਹਾ, ਠੀਕ ਹੈ, ਤੇ 290 ਰੁਪਏ ਦੇ 78 ਰੁਪਏ ਵਾਲੀ ਚੀਜ਼ ਨੂੰ ਇਹਨੂੰ 290 ਚ ਵੇਚਿਆ ਜਾ ਰਿਹਾ। ਤੁਸੀਂ ਕਿੰਨੀਆਂ ਬਿੱਲ ਬੁੱਕ ਬੋਤਲਾਂ ਕਿੱਥੇ? ਵੇਚੀਆਂ ਸਵੇਰ ਦੀਆਂ? ਬਿੱਲ ਬੁੱਕ ਹੈ ਹੀ ਨਹੀਂ ਇੱਥੇ। ਦੱਸੋ ਸਾਨੂੰ ਕਾਊਂਟਿੰਗ ਕਰਕੇ। ਨਹੀਂ ਹੁਣ ਤੁਹਾਨੂੰ ਆਈਡੀਆ ਹੋਊਗਾ ਕਿੰਨੀਆਂ ਬੋਤਲਾਂ ਵੇਚੀਆਂ ਸਵੇਰ ਦੀਆਂ। ਇਹ ਮੇਨ ਠੇਕਾ ਆ ਜਾਂ ਐਕਸਟੈਂਸ਼ਨ ਹੈ? ਤੁਸੀਂ ਦੱਸੋ ਤੁਸੀਂ ਸ਼ੇਅਰ ਤੋਂ ਚੈੱਕ ਕਰ ਲਓ ਨਾ ਕਿੰਨੇ ਵੇਚੀਆਂ ਸਵੇਰ ਦੀਆਂ। ਅੱਛਾ ਇਹ ਹਾਤਾ ਵੀ ਤੁਹਾਡਾ ਹੀ ਹੈ? ਇਹਦਾ ਲਾਇਸੈਂਸ ਹੈਗਾ? ਇਹ ਮੇਨ ਠੇਕਾ ਜਾਂ ਐਕਸਟੈਂਸ਼ਨ ਤੇ ਹੈ? ਐਕਸਟੈਂਸ਼ਨ ਤੁਹਾਡੀ ਕਾਗਜ਼ਾਂ 'ਚ ਐਗਜ਼ਿਸਟ ਕਰਦੀ ਹੈਗੀ ਆ। ਕੱਢੋ ਜੀ ਇਹ ਕਾਗਜ਼ ਨਹੀਂ, ਬਟ ਮੇਨ ਠੇਕੇ ਤੋਂ ਇਲਾਵਾ ਤੁਸੀਂ ਐਗਜ਼ਿਸਟੈਂਸ ਖੋਲ ਨਹੀਂ ਸਕਦੇ। ਅੱਜ ਤੁਹਾਡੇ ਕਲਿਆਣ ਲਈ ਆਏ ਜਿਹੜਾ ਮੇਨ ਠੇਕਾ ਹੀ ਖੋਲ ਸਕਦਾ ਹੈ, ਦੂਜਾ ਐਕਸਟੈਂਸ਼ਨ ਤੇ ਖੋਲ ਹੀ ਨਹੀਂ ਸਕਦਾ। ਦਿਖਾਣਾ ਹੈ ਕਾਗਜ਼ ਦਿਖਾਣਾ ਹੈ ਕਿ ਕਿਹੜੀ ਹਾਂਜੀ। ਵਾਲਾ ਠੇਕਾ ਲਿਆ ਕੇ ਨਹੀਂ ਲਾਇਸੈਂਸਿੰਗ ਆ, ਲਾਇਸੈਂਸਿੰਗ ਇਸੇ ਏਰੀਏ ਦੇ ਲਾਇਸੈਂਸ ਦਾ ਵਾ। ਤੁਹਾਡੇ ਸਾਹਮਣੇ ਧਾਰਮਿਕ ਸੰਸਥਾਨ ਹੈ, ਇੱਥੇ ਠੇਕਾ ਚੱਲ ਨਹੀਂ ਸਕਦਾ। ਨਹੀਂ ਭਾਵੇਂ ਵਰਕਰ ਹੈ, ਧਾਰਮਿਕ ਸੰਸਥਾਨ ਆ, ਧਾਰਮਿਕ ਸੰਸਥਾਨ ਦੇ ਸਾਹਮਣੇ ਠੇਕਾ ਖੋਲ ਸਕਦਾ? ਕੀ ਤੁਹਾਨੂੰ ਦੱਸਦੀ ਹੋ ਨਾ ਤੁਹਾਡਾ ਇਹ ਠੇਕਾ ਇਹਨਾਂ ਕਾਗਜ਼ਾਂ 'ਚ ਪੈਂਦਾ। ਪਹਿਲੇ ਕਾਗਜ਼ ਬਣਾ ਕੇ ਲਿਆਏ ਹੋਏ ਅਸੀਂ ਸਾਰੀ ਕਾਗਜ਼ੀ ਕਾਰਵਾਈ ਕਰਕੇ ਲਿਆਏ ਹੋਏ। ਆ ਲਓ ਜੀ। ਕੀ ਨਾਮ ਹੈ ਤੁਹਾਡੇ ਠੇਕੇਦਾਰ ਦਾ? ਇਹ रमन कुमार के ठेके हैं। पहले भी हम यहाँ से लेते हाँ, कभी रमन बिल कुमार नहीं के दिया। ठेके। अभी तो कह रहे हैं ना जैसे कि बिल बुक ठीक है खत्म ना? हो रखी है, शेखुपुर का कभी भी ठेका नहीं है मिला ना? बिल। ਤੁਸੀਂ ਮੰਨਦੇ ਹੋ ਵੈਸੇ ਕੋਈ ਵੀ ਚੀਜ਼ ਕਿਸੇ ਜਗ੍ਹਾ ਤੋਂ ਖਰੀਦੀਏ ਤਾਂ ਉਹਦਾ ਬਿੱਲ ਹੋਣਾ ਜ਼ਰੂਰੀ ਹੈ? ਇਹਦਾ ਮਤਲਬ ਹੈ ਸਰਕਾਰ ਦੇ ਟੈਕਸ ਦੀ ਚੋਰੀ ਨਹੀਂ ਹੋ ਰਹੀ, ਠੀਕ ਹੈ ਨਾ? ਮਤਲਬ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ। ਐਂਡ ਕਿੰਨੇ ਲੰਮੇ ਸਾਲਾਂ ਤੋਂ ਇਹ ਚੂਨਾ ਲਾਇਆ ਜਾਂਦਾ ਹੋਵੇਗਾ, ਠੀਕ ਹੈ ਜੀ। ਦੂਜੀ ਚੀਜ਼ ਹੈ ਇੱਥੇ ਲਾਗੇ ਦੇਖੋ ਧਾਰਮਿਕ ਸੰਸਥਾਨ ਹੈ ਡੇਰਾ ਹੈ ਰਾਧਾ ਸਮੀ, ਠੀਕ ਹੈ ਜੀ, ਉਹਦੇ ਲਾਗੇ ਬਿਲਕੁਲ ਠੇਕਾ ਤੇ ਹਾਤਾ ਦੋਨੋਂ ਚੀਜ਼ਾਂ ਚੱਲ ਰਹੀਆਂ। रमन कुमार ਦੇ ਕੋਲ ਦਾ ਠੇਕੇ ਹੈਗੇ ਨੇ। ਨਹੀਂ ਇਹਦੇ ਚ ਦੱਸੇ ਨੇ ਠੇਕੇ ਦੀ ਜਗ੍ਹਾ ਵੀ ਦੱਸੀ ਹੋਣੀ ਕਿਹੜੀ ਕਿਹੜੀ ਜਗ੍ਹਾ ਮੈਂ ਹੈ। ਹੀ ਪੁੱਛਦੀ ਹਾਂ ਵੀ ਤੁਹਾਡਾ ਇਸ ਕਾਗਜ਼ਾਂ 'ਚ ਠੇਕਾ ਆਂਦਾ ਦੱਸੋ। ਇਹ ਤੁਸੀਂ ਪੈਸੇ ਦੇ ਕੇ ਲਿੱਤੇ, ਪੁੱਛੋ ਆਪਣੇ ਮਾਲਕ ਨੂੰ ਫੋਟੋ ਸਟੇਟ ਦਿਖਾਓ। ਖਿੱਚ ਲਓ ਇਹਦੀ ਫੋਟੋ ਸਟੇਟ। ਦੇਖੋ ਜਿੱਥੇ ਧਾਰਮਿਕ ਸਥਾਨ ਹੈ ਨਾ ਉੱਥੇ ਠੇਕਾ ਨਹੀਂ ਚੱਲ ਸਕਦਾ। ਨਹੀਂ ਹੋਣਾ ਚਾਹੀਦਾ ਜੀ ਠੇਕਾ। ਧਾਰਮਿਕ ਸਥਾਨ ਦੇ ਵਿੱਚ ਬਿੱਲ ਤੋਂ ਬਿਨਾ ਠੇਕਾ ਨਹੀਂ ਦਿੱਤਾ। 14% ਟੈਕਸ ਜਿਹੜਾ ਇਹ ਖਾ ਰਹੇ ਹੈਗੇ ਨੇ। ਸਰਕਾਰੀ ਖਜ਼ਾਨੇ ਦੇ ਪੈਸੇ ਕਿਉਂ ਕੱਟੇ ਹੈਗੇ ਨੇ? ਅਗਰ 100 ਰੁਪਏ ਦੀ ਬੋਤਲ ਹੈ ਤੇ 14 ਰੁਪਏ ਮਾੜੀ ਜਗ੍ਹਾ ਨੇ। ਇਹਨਾਂ ਨੇ 200 ਕਿੰਨੇ ਦੀ ਵੇਚੀ ਹੈ ਬੋਤਲ ਹੁਣੇ? 290 ਰੁਪਏ ਦੀ ਵੇਚੀ ਹੈ। 28 ਇੱਕ ਹੋ ਗਏ, 14 ਨੂੰ ਨਾਲ 28 ਇੱਕ ਹੋ ਗਏ, 40 ਰੁਪਏ ਇਹ ਸਰਕਾਰ ਦੇ ਹਜਮ ਕਰ ਗਏ ਇੱਕ ਬੋਤਲ ਦੇ ਵਿੱਚ। ਦੂਜਾ ਇਹ ਠੇਕਾ ਇਹਦੇ ਸਾਹਮਣੇ ਚੱਲ ਨਹੀਂ ਸਕਦਾ ਹੈਗਾ। ਸਾਡਾ ਖਜ਼ਾਨਾ ਕਿਉਂ ਖਾਲੀ ਹੈ? ਉਹਦਾ ਬੇਸਿਕ ਕਾਰਨ ਹੀ ਇਹੀ ਹੈ ਕਿ ਇਹ ਠੇਕੇਦਾਰ ਜਿਹੜਾ ਮੇਨ ਹੈ ਹੋਲਸੇਲ ਤੇ ਦਿੰਦੇ ਆ, ਬੈਟ ਇਹ ਦੇ ਨਹੀਂ ਰਹੇ। ਜੇ 10 ਲੱਖ ਰੁਪਏ ਦਾ ਸ਼ਰਾਬ ਵੇਚਦੇ ਆ, 1,40,00,000 ਖਜ਼ਾਨੇ ਦਾ ਹੀ ਖਾ ਰਹੇ ਆ, ਜਿਹੜਾ ਕਿ ਜਨਤਾ ਤੇ ਬੋਝ ਪੈ ਰਿਹਾ ਹੈ। ਅਸੀਂ ਜਨਤਾ ਦਾ ਖਜ਼ਾਨਾ ਭਰਨਾ ਸਾਡਾ ਮਕਸਦ ਇਹ ਹੈ ਵੀ ਇਹ ਠੇਕੇਦਾਰ ਜਿਹੜੇ ਨਜਾਇਜ਼ ਕਰਦੇ ਹੈਗੇ ਆ, ਬੈਟ ਦੀ ਪੂਰੀ ਚੋਰੀ ਹੋ ਰਹੀ ਹੈਗੀ ਹੈ ਔਰ ਗਰੀਬ ਜਨਤਾ ਪਿਸ ਰਹੀ ਹੈ। ਜਦੋਂ ਖਜ਼ਾਨੇ 'ਚ ਪੈਸਾ ਨਹੀਂ ਆਉਂਦਾ ਫਿਰ ਸਿਲੰਡਰ ਮਹਿੰਗਾ ਹੁੰਦਾ ਵਾ, ਫਿਰ ਡੀਜ਼ਲ ਵੱਧਦਾ ਵਾ। ਮਹਿੰਗਾਈ ਵਧਣ ਦਾ ਕਾਰਨ ਇੱਕੋ ਹੀ ਹੈ ਕਿ ਸਾਡੇ ਜਿਹੜੇ ਰਾਜੇ ਬਣੇ ਹੋਏ ਸ਼ਹਿਰਾਂ ਦੇ ਇਹ ਟੈਕਸ ਦੀ ਪੂਰੀ ਚੋਰੀ ਕਰ ਰਹੇ ਆ। ਸਭ ਆਪਣਾ ਸਮਝ ਗਏ? ਖਜ਼ਾਨੇ 'ਚ ਪੈਸਾ ਜਾਣਾ ਨਹੀਂ, ਇਹ ਇਹਨਾਂ ਦੇ ਘਰਾਂ 'ਚ ਜਾ ਰਿਹਾ ਹੈਗਾ। ਇਹ ਰਿਕਾਰਡ ਮੈਂ ਕਢਾ ਕੇ ਲੈ ਕੇ ਆਈ ਹਾਂ ਟੈਕਸੇਸ਼ਨ ਡਿਪਾਰਟਮੈਂਟ ਤੋਂ। ਉੱਥੋਂ ਮੈਨੂੰ ਪਤਾ ਚੱਲਿਆ ਵੀ 1 ਰੁਪਈਆ ਵੀ ਰਿਟੇਲ ਡੀਲਰ ਟੈਕਸ ਦਾ ਜਮ੍ਹਾਂ ਨਹੀਂ ਕਰਾ ਰਹੇ ਨੇ। ਹੋਰ ਬੜਾ ਖਰੀਦਣ ਵਾਲਾ ਮੈਨੂੰ ਦੱਸੋ, ਔਰ ਇਹ ਵੀ ਦੱਸਣ ਨੂੰ ਧਿਆਨ ਨਹੀਂ ਸਵੇਰ ਦੀਆਂ ਕਿੰਨੀਆਂ ਬੋਤਲਾਂ ਵੇਚੀਆਂ ਆਪਣਾ ਕਾਊਂਟ ਕਰੋ। ਚੱਲੀਏ ਆਪਾਂ ਚੱਲਦੇ ਆਪਣਾ ਕਾਊਂਟਿੰਗ ਕਰੋ ਕਿੰਨੀ ਵੇਚੀ ਤੁਸੀਂ ਉਹ ਚੀਜ਼ ਖਰੀਦਦੇ ਹੋ ਬਿੱਲ ਦਿੰਦੇ ਹੀ ਤੁਹਾਨੂੰ।
ਨਹੀਂ ਸਰਕਾਰ ਟੈਕਸ ਦੇ ਰਹੀ ਹੈ। ਸਾਡੇ ਤੇ ਕਹਿ ਗਾੜੀ ਹੋ ਗਏ ਵੇਚਣ 290 ਦੀ ਡੇ 80 ਲੈ ਲਓ ਠੀਕ ਹੈ ਜੀ 80 ਲੈ ਲਓ ਤਕਰੀਬਨ 14 ਰੁਪਏ ਤੇ ਇੱਥੋਂ ਚੋਰੀ ਕਰ ਗਏ। ਆ ਲਓ ਜੀ ਤੁਸੀਂ ਵੀ ਲਵੋ 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 ਨਾ ਲਵੋ ਮੇਰੇ ਬੋਤਲ ਨਹੀਂ ਦਿਓ ਵਾਲਾ ਖਰੀਦਣਾ ਆ ਕਾਰ ਨੂੰ ਵੀ ਹਾਂ ਦਿਓ ਬੋਤਲ ਬਿੱਲ ਵੀ ਦਿਓ ਨਾਲ ਆ ਬੋਤਲ ਦਿਓ ਦੇਖ ਸਕਦੇ ਆ ਕਿ ਬਿੱਲ ਬੁੱਕ ਜਿਹੜੀ ਆ ਉਹ ਇੱਥੇ ਨਹੀਂ ਹੁਣ ਆਈ ਆ ਬਿੱਲ ਸੀ ਇਹ ਬੁੱਕ। ਹੁਣੇ ਬਿੱਲ ਬੁੱਕ ਅੰਦਰ ਲਿਆਂਦੀ ਗਈ ਆ। ਦਿਖਾਓ ਜੀ ਕਿੰਨੇ ਬਿੱਲ ਕੱਟੇ ਆ ਉਹਦੇ ਚ ਤੁਸੀਂ ਅੱਜ ਤੱਕ ਸਾਨੂੰ ਬਿੱਲ ਬੁੱਕ ਦਿਖਾ ਦਿਓ ਅੱਜ ਤੱਕ ਬਿੱਲ ਕਿੰਨੇ ਬੁੱਕ ਬਿੱਲ ਦਿਖਾਓ ਕੱਟੇ ਆ। ਜੀ ਲਿਓ ਜੀ ਬਿੱਲ ਬੁੱਕ ਦਿਓ ਸਾਨੂੰ ਅਸੀਂ ਤੁਹਾਡੀ ਬਿੱਲ ਬੁੱਕ ਦੇਖੀਏ ਇਹ ਤੁਸੀਂ ਕੱਟਣਾ ਬਾਅਦ ਚ ਬਿੱਲ ਬੁੱਕ ਪੁਰਾਣੇ ਲੈ ਕੇ ਆਏ ਨੇ ਜੀ। ਕੱਟੇ ਅੱਜ ਤੋਂ ਪਹਿਲਾਂ। ਬੱਚੇ ਦੇਣੀ ਪੈਣੀ ਹੈ ਰਾਜੇ ਇਹਨੂੰ ਬਾਅਦ ਚ ਕੱਟ ਲਈ ਜਿਹੜੀ ਨਵੀਂ ਬੋਤਲ ਵੇਚਣੀ ਪਹਿਲਾਂ ਪੁਰਾਣੀ ਦੇ ਦੇ ਸਾਨੂੰ ਜਿਹੜੀ ਕੱਟੀ ਹੋਈ ਆ ਉਹ ਦੇ ਜਿਹੜੀ ਪਹਿਲਾਂ ਜਿਹੜੀ ਹੁਣ ਮੰਗਾਈ ਆ ਉਹ ਦਿਖਾ ਦੇ ਨਾ ਫਿਰ ਵੀ ਉਹ ਚ ਹਲੇ ਕੋਈ ਐਂਟਰੀ ਨਹੀਂ ਪਈ ਹੈਗੀ ਦਿਖਾ ਮੈਨੂੰ ਦਿਖਾ ਦੇ ਨਾ ਮੈਂ ਇਹਨਾਂ ਸਾਰੀ ਦੇਖੋ ਚੈੱਕ ਘਟਾ ਕਰਨੀ ਝੜਦਿਆਂ ਤੋਂ ਪਤਾ ਲੱਗ ਗਿਆ ਨਾ ਵੀ ਠੀਕ ਆ ਵੀ ਕਿੰਨੇ ਕੁ ਬਿੱਲ ਕੱਟਦੇ। ਦੇਖੋ ਹੈ ਨਾ ਕੰਮ ਕਰਦੇ ਆ ਏਦਾਂ ਥੋੜੀ ਹੁੰਦਾ ਕੰਮ ਹੈ ਹੈ ਤੁਸੀਂ ਸਰਕਾਰ ਦਾ ਖਜ਼ਾਨਾ ਖਾਈ ਜਾ ਰਹੇ ਹੈਗੇ ਗੱਡੀ ਜਾਂਦਾ ਦੱਸ ਇਹ ਦਿਹਾੜੀਦਾਰ ਬੰਦੇ ਆ ਲਿਓ ਇਹ ਹਲੇ ਕਾਪੀ ਤੇ ਕੋਈ ਇਹ ਦਿਖਾਓ ਜੀ ਜਿਹੜੀ ਬਿੱਲ ਬੁੱਕ ਹੈ ਆ ਫੜਾਓ ਸਾਨੂੰ ਇਹਦੇ ਤੇ ਕੋਈ ਨੰਬਰ ਨਹੀਂਗਾ ਇਹ ਤਾਂ ਜਲ ਹੀ ਆ ਆ ਦਿਓ ਇਹ ਬਿੱਲ ਆਹ ਬੁੱਕ ਫੜਾ ਨਹੀਂ ਦਿਓ ਆ ਦਿਖਾ ਦਿਓ ਇਹ ਬੱਚੇ ਬਿੱਲ ਬੁੱਕ ਨਹੀਂ ਹੈਗੀ। ਇਹ ਜਾਲੀ ਕਾਪੀ ਮੰਗਾਈ ਗਈ ਹੈ ਇਹਦੇ ਤੇ ਕੋਈ ਨੰਬਰ ਨਹੀਂਗਾ ਕੋਈ ਕੁਝ ਨਹੀਂ ਹੈਗਾ ਨਹੀਂ ਇਹਦਾ ਤੇ ਲਾਇਸੈਂਸ ਨੰਬਰ ਹੋਣਾ ਚਾਹੀਦਾ ਜੀ ਦਿਖਾਓ ਜੀ ਇਨਵਾਇਸ ਕੁਛ ਨਹੀਂ। ਨੰਬਰ ਹੋਣਾ ਚਾਹੀਦਾ ਸਭ ਕੁਝ ਆ ਦਿਖਾਓ ਜੀ ਉਹ ਤੁਸੀਂ ਉਹ ਵੀ ਦਿਖਾ ਦਿਓ ਪਹਿਲੀ ਵੀ ਦਿਖਾ ਦਿਓ ਜਿਹੜੇ ਅੱਜ ਤੋਂ ਪਹਿਲਾਂ ਤੁਸੀਂ ਬਿੱਲ ਕੱਟੇ ਆ ਉਹ ਕਿਹੜੀ ਤਰੀਕ ਤੱਕ ਕੱਟੇ ਆ ਦਿਖਾਓ ਜੀ ਦਿਖਾਓ ਜੀ। ਜਿਹੜੀ ਪਹਿਲੀ ਤਰੀਕ ਤੱਕ ਕੱਟੇ ਨੇ 290 ਕਿੰਨੇ ਪੈਸੇ ਨੇ ਬਣਾਏ ਆ ਆਖਰੀ ਬਿੱਲ ਦੇਖੋ ਕਿਹੜੇ ਮਹੀਨੇ ਰੁਪਏ ਕੱਟ ਲਏ ਯਾਰ ਇਹ ਕਿੱਥੇ ਜਾਣੇ ਦੇ ਘਰ ਜਾਣੇ ਆ ਇਹ ਬਿੱਲ ਬੁੱਕ ਤਾਂ ਹੈ ਹੀ ਭਰੀ ਆ। ਮੈਂ ਉਹਨੇ ਪੈਸੇ ਲੈ ਲੈਣੇ ਆ ਮੈਂ ਠੇਕਾ ਬੰਦ ਹੋ ਹੋਰ ਕੀ ਆ ਸਹੀ ਗੱਲ ਆ ਅੱਧਾ ਬਣਾ ਯਾਰ ਇਹਦੀ ਬਿੱਲ ਬੁੱਕ ਹੀ ਨਹੀਂ ਦੇਖੋ ਹੈਗੀ ਜੀ ਤੁਹਾਡੇ ਕੋਲ 8 ਮਾਰਚ 'ਚ ਇਹਨਾਂ ਨੇ ਸਿਰਫ 2 ਬਿੱਲ ਕੱਟੇ ਹੈਗੇ ਨੇ ਬੜੀ ਹੈਰਾਨਗੀ ਦੀ ਗੱਲ ਹੈ ਇਹ 8 ਮਾਰਚ ਹੈ ਕਿ 19 ਮਾਰਚ ਹੈ 8 ਸਰ ਬਿੱਲ ਅੱਧਾ ਕਰ ਦੇ ਇੱਕ ਬਿਨੀ ਦਾ ਪਾਈਆ ਵੀ ਕੱਢ ਦੇ 8 ਮਾਰਚ 'ਚ ਇਹਨਾਂ ਨੇ 4 ਬਿੱਲ ਕੱਟੇ ਨੇ 7 ਮਾਰਚ 'ਚ ਇਹਨਾਂ ਨੇ ਆਪਾਂ ਅਪ੍ਰੈਲ ਚ ਆ ਜੀ ਅੱਜ ਅਪ੍ਰੈਲ ਦੇ ਚ ਇਹ ਕਿਉਂਕਿ 8 ਮਾਰਚ ਤੱਕ ਇਸ ਕਰਕੇ ਕਿਉਂਕਿ 10 ਮਾਰਚ ਤੱਕ 10 ਮਾਰਚ ਤੱਕ ਜਿਹੜਾ ਸੀਗਾ ਕੋਡ ਆਫ ਕੰਡਕਟ 7 ਮਾਰਚ 'ਚ ਇਹਨਾਂ ਨੇ 2 ਕੱਟੇ 10 ਨੇ ਮਾਰਚ ਤੱਕ ਕੋਡ ਆਫ ਕੰਡਕਟ 7 ਸੀਗਾ ਮਾਰਚ ਤੱਕ ਇਹਨਾਂ ਨੇ Code of 2 Conduct ਕੱਟੇ ਆ ਦੇ ਦੌਰਾਨ ਹੀ ਬਿੱਲ ਕੱਟੇ ਗਏ ਨੇ ਦੇਖੋ ਕੋਡ ਆਫ ਕੰਡਕਟ ਦੇ ਦੌਰਾਨ ਹੀ ਬਿੱਲ ਕੱਟੇ ਗਏ ਨੇ ਕਿਉਂਕਿ 10 ਤਰੀਕ ਨੂੰ ਰਿਜ਼ਲਟ ਆਉਣਾ ਬਾਕੀ ਸੀ। ਠੀਕ ਹੈ ਜੀ ਕੀ ਹਾਲ ਚਾਲ ਹੈ? ਸਰ ਜੀ ਬਸ ਇਹ ਬੈਟ ਤੋਂ ਚੈੱਕ ਕਰ ਰਹੇ ਹੈ ਕਿ ਬੈਟ ਨਹੀਂ ਹੈ ਠੇਕਾ ਤੇ ਸਾਹਮਣੇ ਨਹੀਂ ਹੋਣਾ ਚਾਹੀਦਾ ਇਹਦੇ ਸਾਹਮਣੇ ਇਹ ਮੇਜ਼ਰਮੈਂਟ ਹੋਈ ਹੈ ਦੇਖੋ ਬੈਟ ਨਹੀਂ ਜਾ ਰਿਹਾ ਉੱਤੋਂ ਹੀ ਆਇਆ ਸੀ ਨਹੀਂ ਨਹੀਂ ਕੀ ਨਹੀਂ ਜਾ ਰਿਹਾ ਮੈਂ ਬੈਟ ਨਹੀਂ ਜਾ ਰਿਹਾ ਜਿਹੜੀ ਸੇਲ ਹੋ ਰਹੀ ਬੈਟ ਡੇਲੀ ਨਹੀਂ ਦਾ ਕੋਈ ਜਾ ਬਿੱਲ ਕੱਟਿਆ ਜਾ ਰਿਹਾ ਟੀਸੀਐਸ ਤੇ ਹੈ ਜੀ ਇਹ ਵੈਟ ਤੇ ਨਹੀਂ ਹੈ ਨਹੀਂ ਇਹ ਬੈਟ ਸਭ ਦਾ ਕੱਟਣਾ ਮੈਂ ਉੱਥੇ ਅਸੀਂ ਉਹ ਦਫ਼ਤਰ ਵੈਟ ਚ ਆ ਹੁੰਦਾ ਜੀ 14.3% 14.3% ਬੈਟ ਨਹੀਂ ਜਾ ਜੋ ਰਿਹਾ ਤੁਸੀਂ ਸੇਲ ਕਰ ਰਹੇ ਹੋ ਹਾਂਜੀ। ਠੀਕ ਹੈ 9 ਮਾਰਚ ਉਹਦੇ ਤੋਂ ਬਾਅਦ ਤੇ ਕੋਈ ਰਿਟੇਲ ਆ ਨਾ ਬਿੱਲ ਇਹ ਰਿਟੇਲ ਠੇਕਾ ਹੈ ਨਾ ਸਰ It's not relevant. ਇਹਦੇ ਵਿੱਚ ਵੈਟ ਨਹੀਂ ਹੁੰਦਾ ਨਹੀਂ ਟੀਸੀਐਸ ਨਹੀਂ ਨਹੀਂ ਜੀ ਵੈਟ ਹੁੰਦਾ ਜੀ ਲੈ ਵੈਟ ਕੇ ਆਏ ਅਸੀਂ ਸਾਰਾ ਕੁਝ ਅੱਛਾ ਜੀ 14 ਲੈ ਕੇ ਆਏ ਆਫੀਸਰਸ ਕੋਲ 14.3% ਵੈਟ ਹੈ। ਨਹੀਂ ਕਹਿੰਦੇ ਕਪੂਰਥਲੇ ਚ ਜਮਾ 14.3% ਵੈਟ ਹੈ ਜੀ। ਠੀਕ ਹੈ ਨਾ ਇਹ ਰਮਨ ਦੇ ਠੇਕੇ ਨੇ ਇਹ ਰਮਨ ਦੇ ਕਾਗਜ਼ ਨਹੀਂ ਕੀਤਾ ਭਾਜੀ ਜਿਹੜੀ ਸੇਲ ਹੁੰਦੀ ਹੈ ਆਫਰ ਦੇ ਉੱਤੇ ਜਿਹੜੀ ਆ ਉਹ ਵੈਟ ਹੀ ਜਾਣਾ ਦੇ ਵੈਟ ਟੋਟਲ ਸਾਰੇ ਹੈ ਜੀਐਸਟੀ ਤੁਹਾਡਾ ਜਿਹੜਾ ਲੱਗ ਰਿਹਾ 14.3% ਹੈ ਇਹਦੇ ਟੈਕਸ ਦੀ ਸਿੱਧੀ ਇਹਦਾ ਮਤਲਬ ਤੁਸੀਂ ਕਾਗਜ਼ੀ ਕਾਰਵਾਈ ਚ ਦੇਖੋ ਇਹ ਇਹਨਾਂ ਦੀ ਮੈਂ ਬਿੱਲ ਬੁੱਕ ਚੈੱਕ ਕੀਤੀ ਹੈ 9 ਮਾਰਚ ਤੋਂ ਬਾਅਦ ਅੱਜ ਕਿੰਨੀ ਹੋ ਗਈ ਹੈ ਅੱਜ ਕਿੰਨੀ ਤਰੀਕ ਹੈ 7 ਅਪ੍ਰੈਲ ਹੋ ਗਈ ਹੈ ਇੱਕ ਬਿੱਲ ਨਹੀਂ ਕੱਟਿਆ ਗਿਆ ਇਸ ਠੇਕੇ ਦੇ ਇਹਦਾ ਮਤਲਬ 14% ਵੈਟ ਹੈ ਟੋਟਲ ਖਜ਼ਾਨੇ ਦਾ ਪੈਸਾ ਖਾਦਾ ਜਾ ਰਿਹਾ ਹੈਗਾ ਇਹ ਹਾਲ ਸਾਰੇ ਪੰਜਾਬ ਦੇ ਟੋਟਲ ਕਪੂਰਥਲੇ ਦੇ ਵਿੱਚ ਹੈਗਾ ਇਹ ਕੰਮ ਬਿਜਲੀ ਕਰਨਾ ਹੋ ਰਿਹਾ ਹੈਗਾ
ਸਾਨੂੰ 2022 ਤੋਂ ਸ਼ੁਰੂ ਹੋਈ ਆ ਕਿਉਂਕਿ ਇਲੈਕਸ਼ਨ ਕੋਡ ਆਫ ਕੰਡਕਟ ਦਾ ਅਸੀਂ ਲੱਗ ਗਿਆ ਸੀਗਾ ਜੀ। ਇਲੈਕਸ਼ਨ ਚ ਕੋਡ ਆਫ ਕੁਝ ਕੰਡਕਟ ਬਿੱਲ ਦੇ ਕੱਟੇ ਗਏ ਕਿੰਨੇ ਬਿੱਲ ਕੱਟੇ ਗਏ ਇਹ ਵੀ ਕਿੰਨੇ ਬਿੱਲ ਕੱਟੇ ਨੇ ਇਹਨਾਂ ਨੇ ਟੋਟਲ 137 ਦੁਨਾ 107 ਦੁਨਾ 214 ਬਿੱਲ ਕੱਟੇ ਇਹਨਾਂ ਨੇ ਟੋਟਲ ਕੋਡ ਆਫ ਕੰਡਕਟ ਦੇ ਵਿੱਚ ਸਿਰਫ ਕੋਡ ਆਫ ਕੰਡਕਟ ਦੇ ਦੌਰਾਨ ਆ ਇਲੈਕਸ਼ਨ ਕੋਡ ਆਫ ਕੰਡਕਟ ਦੇ ਦੌਰਾਨ ਇਹਨਾਂ ਨੇ 8 ਮਾਰਚ ਤੱਕ 214 ਬਿੱਲ ਕੱਟੇ ਨੇ। ਇਹ ਚੀਜ਼ ਆਪਣੇ ਆਪ 'ਚ ਸ਼ੋਅ ਕਰਦੀ ਆ ਕਿ ਅਸੀਂ ਖਜ਼ਾਨੇ ਨੂੰ ਕਿੱਦਾਂ ਲੁੱਟ ਰਹੇ ਹੈਗੇ। ਨਹੀਂ ਬੈਕ ਮੈਂ ਕੋਈ ਕੰਮ 14.3% ਰਿਟੇਲ ਦਾ ਲੱਗੇ ਬੈਟਰੀ ਰਿਟੇਲ ਦੀ ਬੈਕ ਅਸੀਂ ਸਾਰੇ ਅਸੀਂ 2 ਘੰਟੇ ਉਹਨਾਂ ਕੋਲ ਹੀ ਲਾ ਕੇ ਆਏ GST ਬੈਕ ਐਕਸਾਈਜ਼ ਹੋਲਸੇਲ ਤੱਕ ਜਾਣਾ ਜਿਹੜਾ ਹੋਲਸੇਲ ਹੈ ਉਹ ਐਕਸਾਈਜ਼ L1 ਤੱਕ ਹੈ ਜੀ L1 ਤੱਕ ਹੈ ਰਿਟੇਲ ਤੋਂ ਬਾਅਦ ਜਿਹੜੀ ਸਾਡੀ ਕੋਲ 14% ਤੁਹਾਡੇ ਤੇ ਟੈਕਸ ਲੱਗਦਾ ਅਸੀਂ ਕਿਉਂ ਸਾਡਾ ਖਜ਼ਾਨਾ ਕਿਉਂ ਖਾਲੀ ਹੋ ਰਿਹਾ ਹੈ ਸਭ ਤੋਂ ਵੱਡੀ ਗੱਲ ਹੈ ਸਮਝ ਆ ਗਈ ਕਿਉਂ ਗਰੀਬੀ ਹੈ ਸਾਡੀ ਕੰਟਰੀ ਦੇ ਵਿੱਚ ਇੱਕ ਮਿੰਟ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਠੇਕੇਦਾਰ ਅਮੀਰ ਹੋਈ ਜਾ ਰਹੇ ਆ ਲਿਖਿਆ 290 ਰੁਪਏ ਦੀ ਤੁਸੀਂ ਸੇਲ ਕੀਤੀ ਹੈ ਇਹਨਾਂ ਨੂੰ 14 ਰੁਪਏ ਤੁਸੀਂ ਲਿਖੇ ਹੋ ਰੇਟ ਤੋਂ ਵੱਧ ਲੈ ਰਹੇ ਹੋ ਉਤੋਂ ਟੈਕਸ ਦੀ ਚੋਰੀ ਠੀਕ ਹੈ 14.3% ਟੈਕਸ ਚੋਰੀ ਕਰ ਲਿਆ ਬੈਗ ਦੇਖੋ 14 ਰੁਪਏ 2 ਘੰਟੇ ਮੈਂ ਐਕਸਾਈਜ਼ ਅਸਿਸਟੈਂਟ ਕਮਿਸ਼ਨਰ GST ਨਾਲ ਲਗਾ ਕੇ ਆਈ ਲਗਾਉਣ ਤੋਂ ਬਾਅਦ ਉਹਨਾਂ ਨੂੰ ਮੈਂ ਪੁੱਛਿਆ ਵੀ ਬੈਗ ਉਹ ਕਹਿੰਦੇ 14% ਹੈ ਲੇਕਿਨ ਕਪੂਰਥਲੇ ਚ ਇਹ ਦੇਖੋ ਜੀ ਤੁਹਾਡੇ ਸਾਹਮਣੇ ਜਿੰਨੀ ਵੀ ਸੇਲ ਹੋ ਰਹੀ ਆ ਕਿਸੇ ਨੂੰ ਵੀ ਕੋਈ ਬਿੱਲ ਨਹੀਂ ਦਿੱਤਾ ਜਾ ਰਿਹਾ ਜਿੰਨੀ ਵੀ ਫਿਲਹਾਲ ਸੇਲ ਹੋ ਰਹੀ ਆ ਕਿਸੇ ਨੂੰ ਵੀ ਕੋਈ ਬਿੱਲ ਨਹੀਂ ਦਿੱਤਾ ਜਾ ਰਿਹਾ ਆਫੀਸਰ ਝੂਠ ਨਹੀਂ ਬੋਲੇ GST ਸਬਸਿਡੀ ਜਿਹੜੀਆਂ ਨੇ ਲੱਗੀਆਂ ਨੇ ਤੁਹਾਨੂੰ ਜੀ 14.3% AETC ਸਾਈਜ਼ ਕੋਈ ਜਾਇਜ਼ GST ਰਿਟੇਲਰ ਨੇ ਦੇਣੀ ਹੈ ਨਹੀਂ ਉਹ ਵੱਖਰੀ ਗੱਲ ਆ ਜੀ ਉਹ L1 ਤੇ ਆ ਜੀ ਉਹ L1 ਤੱਕ ਹੈ L1 ਤੱਕ ਨਾਓ ਇਟ ਇਜ਼ ਅ ਰਿਟੇਲ ਰਿਟੇਲ ਤੇ ਤੁਸੀਂ 14% ਦੇਣਾ ਟੈਕਸ 14.3% ਲੱਗਣਾ ਜੀ ਕੱਪੜੇ ਤੁਹਾਨੂੰ ਸਟਿਚ ਕੱਪੜੇ ਤੇ 12% ਅਨਸਟਿਚ ਕੱਪੜੇ ਤੇ 5% ਮੈਂ ਤਾਂ ਸਿਰਫ ਦੇਖੋ ਕਪੂਰਥਲੇ ਚ ਅਸੀਂ ਖਜ਼ਾਨਾ ਭਰਨਾ ਵਾ ਖਜ਼ਾਨੇ ਦੀ ਚੋਰੀ ਹੋ ਰਹੀ ਅਲਰਟ ਹੋ ਜਾਣ ਸਾਡੀ ਗਰੀਬੀ ਦੂਰ ਹੋਵੇ ਨਹੀਂ ਤਾਂ ਕੱਲ ਨੂੰ ਉਹੀ ਹਾਲ ਹੋਣਾ ਅੱਜ ਸਿਲੰਡਰ ਆਧਾਰ ਦਾ ਹੋਇਆ ਆਪਣੇ ਲਿਖੇ ਹੋਏ ਰੇਟਾਂ ਦੇ ਮੁਤਾਬਕ ਆਪਣੇ ਲਿਖੇ ਹੋਏ ਰੇਟਾਂ ਤੁਸੀਂ 14 ਰੁਪਏ ਵੱਧ ਲੈ ਕੇ ਵੇਚ ਰਹੇ ਹੋ ਉਤੋਂ ਟੈਕਸ ਦੀ ਚੋਰੀ ਮੇਰਾ ਰਮਨ ਠੇਕੇਦਾਰ ਨੂੰ ਬੁਲਾਓ ਕਿਹੜਾ ਠੇਕਾ ਹੈਗਾ ਇਹ ਮੇਨ ਠੇਕਾ ਕੀ ਹੈ ਮੇਨ ਠੇਕਾ ਜਾਂ ਐਕਸਟੈਂਸ਼ਨ ਦੇ ਉੱਪਰ ਅਸੀਂ ਤਾਂ ਸਿੰਪਲ ਲੋਕਾਂ ਨੇ ਸਾਨੂੰ ਟੈਕਸ ਚਾਹੀਦਾ ਜਿਹੜੀ ਟੈਕਸ ਦੀ ਚੋਰੀ ਪੁਰਾਣੇ ਸ਼ਹਿਰਾਂ 'ਚ ਹੋ ਰਹੀ ਹੈ ਇਹਦੇ ਤੇ ਈਵਨ ਪਰਚਾ ਵੀ ਬੰਦ ਆ ਅੰਦਰ ਇਹ MS ਹੰਸਰਾਜ ਨਾਮ ਤੇ ਆ ਹੰਸਰਾਜ ਇਹ ਰਮਨ ਜੀ ਦੇ ਨਾਮ ਤੇ ਜਾਂ ਹੰਸਰਾਜ ਦੇ ਨਾਮ ਤੇ ਅਸੀਂ ਸਾਰੇ ਪਾਰਟਨਰ ਹਾਂਜੀ ਪਰ ਨਹੀਂ ਪਾਲੋ ਬਟੇ ਤੇ ਹੈ ਹੀ ਪਾਰਟਨਰ ਨਹੀਂ ਹੈਗੇ ਨਹੀਂ ਪਾਰਟਨਰ ਆਉਂਦੇ ਆ ਸਾਨੂੰ ਜੋ ਦਿੱਤਾ ਡਿਪਾਰਟਮੈਂਟ ਨੇ ਸਾਨੂੰ ਦੇ ਕੇ ਭੇਜਿਆ ਵਾ ਇਹ ਰਮਨ ਕੁਮਾਰ ਜੀ ਦੇ ਨਾਮ ਤੇ ਹੈਗੀ ਡਿਪਾਰਟਮੈਂਟ ਕੋਲ ਬਾਬਾ ਇਹ ਹੰਸਰਾਜ ਐਂਡ ਸੰਸ ਦੇ ਨਾਲ ਹਾਂਜੀ ਆ ਚਾਰ ਠੇਕੇ ਆ ਲੋ ਆ ਤੁਸੀਂ ਪੁੱਛ ਲਓ ਸ਼ੇਖਪੁਰ ਤੋਂ ਲੱਗੇ ਕਿਉਂਕਿ ਹੁਣ ਸਾਲ ਸ਼ੇਖਪੁਰ ਦੇ ਵਿੱਚ ਰਮਨ ਕੁਮਾਰ ਦੇ ਨਾਂ ਤੇ ਠੇਕੇ ਆ ਜਿਹੜਾ ਕੋਣੀ ਹੰਸਰਾਜ ਐਂਡ ਸੰਸ ਦੇ ਨਾਲ ਨਾ ਰਮਨ ਕੁਮਾਰ ਯੂ ਕੈਨ ਕਲੈਰੀਫਾਈ ਫਰਮ ਦਾ ਤੁਸੀਂ ਕਲੈਰੀਫਾਈ ਕਰੋ ਨਾ ਅਸੀਂ ਆ ਡਾਕੂਮੈਂਟ ਉੱਥੇ ਲੈ ਕੇ ਆਏ ਸਾਡੇ ਕੋਲ ਡੀਡ ਹੈ ਇਹਦੀਆਂ ਦੇਖੋ ਜੀ ਅਸੀਂ ਡਾਕੂਮੈਂਟ ਡੀਟਾ ਤੁਹਾਡੀਆਂ ਪਾਣੀ ਫਰਮ ਆ ਡਿਪਾਰਟਮੈਂਟ ਨੇ ਦਿੱਤਾ ਮੈਂ ਕਹਿੰਦਾ ਉਹ ਡੀਡਸ ਪਾਰਟਨਰਸ਼ਿਪ ਫਰਮ ਹੈ ਤੁਹਾਡੀ ਡਿਪਾਰਟਮੈਂਟ ਨੇ ਡੀਡ ਨਹੀਂ ਦਿੱਤੀ ਠੀਕ ਹੈ ਉਹ ਤੁਹਾਡੀ ਡਿਪਾਰਟਮੈਂਟ ਨੇ ਦਿੱਤਾ ਇਹ ਹੰਸਰਾਜ ਸੰਸਥਾ ਨਾਮ ਦੇ ਲਾਗੇ ਰਮਨ ਦੇ ਨਾਂ ਤੇ ਠੇਕੇ ਆ ਸਾਡੇ ਪੁੱਛੋ ਅਸੀਂ ਲੈ ਕੇ ਆਏ ਅਸੀਂ ਲੈ ਕੇ ਆਏ ਅਸੀਂ ਮਾਲਕ ਮੈਂ ਡਿਪਾਰਟਮੈਂਟ ਕਿਹਦਾ ਕਹਿ ਦੇਵੇ ਬਾਰੇ ਤੇ ਗੱਲ ਹੈ 290 ਦਾ ਟੈਕਸ ਦੇ ਨਾਲ ਕੋਈ ਆ ਰਿਹਾ ਅਸੀਂ ਇਹਦੇ ਪਾਰਟਨਰ ਅਸੀਂ ਰਮਨ ਟੈਕਸ ਕੁਮਾਰ ਨਾਲ ਹੈ ਵੀ ਗਰੀਬਾਂ ਦੇ ਰਮਨ ਦੇ ਨਾਮ ਤੇ ਪ੍ਰੂਫ ਕਰਕੇ ਦਿਓ ਡਿਪਾਰਟਮੈਂਟ ਇਹਨੂੰ ਕਿੱਦਾਂ ਕਰਦਾ ਡਿਪਾਰਟਮੈਂਟ ਪ੍ਰੂਫ ਕਰੇ ਰਮਨ ਦੇ ਨਾਮ ਤੇ ਕਿੱਦਾਂ ਇਹ ਠੇਕੇ ਟੈਕਸ ਦੇਣਾ ਚਾਹੀਦਾ ਇੱਥੇ ਜਿੰਨੀ ਵਿਕਰੀ ਹੋ ਰਹੀ ਹੈ ਬਿਨਾਂ ਟੈਕਸ ਆਪਣਾ ਦੇ ਰਹੇ ਆ ਬੈਕ ਨਹੀਂ ਜਾ ਰਿਹਾ ਅਸੀਂ ਗਵਰਨਮੈਂਟ ਆਪਣਾ ਦੇ ਟੈਕਸ ਦੇ ਰਹੇ ਖਾਤੇ ਹਾਂ ਅਸੀਂ ਡਿਪਾਰਟਮੈਂਟ ਨੂੰ ਦੇ ਦੇਖੋ, ਡਿਪਾਰਟਮੈਂਟ ਸਾਨੂੰ ਕਵੇ ਅਸਿਸਟੈਂਟ ਕਮਿਸ਼ਨਰ GST ਰਾਹੁਲ ਪਾਟਿਲ ਨਾਲ ਗੱਲ ਹੋਈ ਹੈ ਸੇਲ ਦੇ ਤੀਜੀ ਪਾਰਟੀ ਨੂੰ ਸਾਨੂੰ ਇੱਥੇ ਕੋਈ ਮਤਲਬ ਨਹੀਂ ਇੱਕ ਬਿੱਲ ਨਹੀਂ ਕੱਟਿਆ ਜਾ ਰਿਹਾ ਹੈਗਾ 14.3% ਇੱਕ ਬਿੱਲ ਨਹੀਂ ਕੱਟਿਆ ਜਾ ਰਿਹਾ ਬਿੱਲ ਤੋਂ ਬਿਨਾਂ ਸ਼ਰਾਬ ਸੇਲ ਨਹੀਂ ਹੋ ਸਕਦੀ ਇਹ ਸਿੰਪਲ ਅਸੀਂ ਟੋਟਲ ਤੁਸੀਂ ਮੰਨਦੇ ਹੋ ਬਿੱਲ ਕੱਟਿਆ ਜਾ ਰਿਹਾ
ਠੇਕੇਦਾਰ ਸਾਹਿਬ ਤੁਸੀਂ ਮੰਨਦੇ ਹੋ ਬਿੱਲ ਕੱਟਿਆ ਜਾ ਰਿਹਾ ਇੱਥੇ ਕੋਈ ਬਿੱਲ ਕੱਟਿਆ ਜਾ ਰਿਹਾ ਇੱਥੇ ਇਹਨੂੰ ਵੈਟ ਹੈ ਹੀ ਨਹੀਂ ਤੁਹਾਨੂੰ ਅਸੀਂ ਵੈਟ ਦੇ ਸਾਡੇ ਵੈਟ ਪਹਿਲਾਂ ਅਸੀਂ ਨਾਲ ਵੈਟ ਦਿੰਨੇ L1 ਵੀ ਉਹਦੇ ਕੋਲ ਹੋਲਸੇਲਰ ਵੀ ਹੋਈ ਆ ਰਿਟੇਲਰ ਵੀ ਹੋਈ ਆ ਉਹਦੇ ਕੋਲ ਹੈ ਕੌਣ ਕਹਿੰਦਾ ਉਹਦੇ ਕੋਲ ਹੈ ਤੁਹਾਡੇ ਸਾਹਮਣੇ ਗੱਲ L1 ਟੋਟਾ ਗਰੁੱਪ ਦਾ ਨਾਲ ਗੱਲ ਕੀਤੀ ਹੈ। ਦੇਖੋ ਮੇਰੀ 1 ਮਿੰਟ ਠੀਕ ਹੈ। ਤੁਸੀਂ ਮੂੰਹ ਜ਼ਬਾਨੀ ਗੱਲ ਕਰਦੇ ਪੇਪਰ ਮੁਤਾਬਕ L1 ਵੀ ਉਹਦਾ ਨਹੀਂ ਹੈ ਇਹ ਦੇਖੋ ਸਾਨੂੰ ਉਹਨਾਂ ਨੇ ਕਿਹਾ ਵੀ ਸਾਡੇ ਸ਼ਹਿਰ ਚ ਬੈਠ 1% ਨਹੀਂ ਆ ਰਿਹਾ ਸ਼ਰਾਬ। ਰਮਨ ਦਾ ਨਾਂ ਜਿਹੜਾ ਕਹਿੰਦਾ ਰਮਨ ਦਾ ਨਾਂ ਕਿ ਲੈ ਲੈਂਦਾ ਸਾਰੀ ਜਗ੍ਹਾ ਤੇ ਥੋੜੀ ਮਾਲਕ ਹੈ L1 ਵੀ ਉਹਦੇ ਨਾਂ ਤੇ ਨਹੀਂ ਹੈ L1 ਟੋਟਾ ਗਰੁੱਪ ਦਾ ਕੋਈ ਨਹੀਂ ਕੋਈ ਬੱਚੇ ਗੱਲ ਹੈ L1 ਡੋਡਾ ਗਰੁੱਪ ਦਾ। ਬੈਠ ਦੇ ਨਾਲ ਆ ਵੀ ਸਾਡਾ ਖਜ਼ਾਨਾ ਭਰਨਾ ਚਾਹੀਦਾ ਸਹੀ ਹੈ ਮਾਤਾ ਜੀ ਬੈਠ ਸਹੀ ਗੱਲ ਆ ਠੀਕ ਹੈ ਨਾ ਅਸੀਂ ਬਾਕੀ ਠੇਕੇ ਵੀ ਚੈੱਕ ਕਰਨੇ ਹੈਗੇ ਸਾਡਾ ਮਕਸਦ ਹੈ ਕਿ ਕਪੂਰਥਲੇ ਦਾ ਖਜ਼ਾਨਾ ਭਰੇ ਬਾਕੀ ਕਰ ਲਓ ਆਈ ਸਟੇਸ਼ਨ ਲੱਗੇ ਕੱਲ ਦਾਰੂ ਲਿੱਤੀ ਸਾਡੇ ਇਹ ਤਾਂ ਐਕਸਾਈਜ਼ ਆਪਣੇ ਆਪ ਲਊਗਾ ਵੀ ਕਿੰਨਾ ਐਕਸਾਈਜ਼ ਅਲਾਉ ਕਰ ਰਿਹਾ ਟੇਲ ਕਰਕੇ ਰੱਖਦਾ ਕਰਨਾ ਯਾਰ ਲਾ ਲਓ 360 ਰੁਪਏ ਦੀ ਬੋਤਲ ਹੈਗਾ ਤਾਂ ਬਿੱਲ ਦੇ ਵਿੱਚ ਲੱਗੂਗਾ ਹੀ। ਸਾਈਜ਼ ਬੁਲਾਓ ਠੀਕ ਹੈ ਸਾਨੂੰ ਕੱਲ 360 ਹਾਂ ਸਿਸਟਰ ਕਮਿਸ਼ਨਰ ਨਾਲ ਗੱਲ ਕਰ ਲਓ ਸਟੇਸ਼ਨ ਤੇ ਲੱਗੇ 360 ਰੁਪਏ ਦੀ ਕਿੱਥੋਂ ਸਾਡੇ ਕਿੱਥੋਂ ਮਿਲੀ ਹੈ? ਸਟੇਸ਼ਨ ਤੇ ਲੱਗੋ ਹਾਂ ਦੇ ਸਰਦਾਰ ਸਾਹਿਬ ਇਹ ਆ ਗਈ ਉਹ ਅਸੀਂ ਦੇਣਾ ਵਾ ਸਹੀ ਗੱਲ ਹੈ ਜੀ ਐਕਸਾਈਜ਼ ਜਦੋਂ ਰਿਟੇਲ ਵਾਲੇ ਨੇ ਬੈਠ ਦੇਣਾ ਹਾਂਜੀ 14% ਬੈਠ ਦੇਣਾ ਰਿਟੇਲ ਵਾਲੇ ਨੂੰ ਮੈਮ ਅਸੀਂ ਇੱਥੇ ਇਸ ਟਾਈਮ ਦੇਖੋ ਸਾਨੂੰ ਬੈਠ ਨਾਲ ਸਾਨੂੰ ਕਿਸੇ ਦੇ ਨਾਲ ਨਹੀਂ ਅਸੀਂ ਖਜ਼ਾਨੇ ਕਰਕੇ ਆਏ ਹਾਂ ਵੀ ਸਾਡਾ ਸਿਲੰਡਰ 1000 ਰੁਪਏ ਦਾ ਹੋ ਗਿਆ ਸਾਡਾ ਖਜ਼ਾਨਾ ਖਾਲੀ ਹੋ ਗਿਆ 350 ਕਰੋੜ ਰੁਪਏ ਦਾ ਸਾਡੇ ਖਜ਼ਾਨੇ ਤੇ ਆ ਸਾਨੂੰ ਪਾਰਟੀ ਇਹ ਕਹਿੰਦੀ ਆ ਕਿੱਦਾਂ ਰੈਵਨਿਊ ਜਨਰੇਟ ਕਰਨਾ ਵਾ ਰੈਵਨਿਊ ਤਾਂ ਹੀ ਜਨਰੇਟ ਹੋਏਗਾ ਜੇ ਬੈਠ ਤੇ ਐਕਸਾਈਜ਼ ਪ੍ਰੋਪਰ ਦਿੱਤਾ ਜਾਊਗਾ ਸ਼ਹਿਰ ਦੇ ਵਿੱਚ ਈਵਨ ਅਸੀਂ ਕਾਰਪੋਰੇਸ਼ਨ ਵਾਲਿਆਂ ਦੀ ਵੀ ਡਿਊਟੀ ਲਾਈ ਸਾਨੂੰ ਹਾਊਸ ਟੈਕਸ ਤੇ ਦੁਕਾਨਾਂ ਦੇ ਟੈਕਸ ਕੱਟੇ ਜਾਂਦੇ ਸਹੀ ਹੈ ਜੀ ਤਾਂ ਕਿ ਗਰੀਬੀ ਦੂਰ ਹੋ ਸਕੇ ਲੇਕਿਨ ਖਜ਼ਾਨੇ 'ਚ ਪੈਸਾ ਆਣਾ ਕਿੱਥੋਂ ਆ ਉਹ ਉਦੋਂ ਹੀ ਆਊਗਾ ਜਦੋਂ ਅਸੀਂ ਬੈਠ ਦਵਾਂਗੇ GST ਦਵਾਂਗੇ ਹਾਊਸ ਟੈਕਸ ਦਵਾਂਗੇ ਹੈਲੋ ਠੀਕ ਹੈ ਜੀ ਸਾਡਾ ਮਕਸਦ ਕਿਸੇ ਤੇ ਅਟੈਕ ਤਾਂ ਨਹੀਂ ਹੈਗਾ ਮੈਡਮ ਜੀ ਆਪਾਂ ਜਾਨੂ ਗੱਲ ਕਰ ਰਹੇ ਟੈਕਸੀ ਚੋਰੀ ਦੇਖੋ ਅਲੱਗ ਆ ਦੁਬਾਰਾ ਕਰਾ ਦਿਓ ਤੁਸੀਂ ਮੇਰੀ ਗੱਲ ਸੁਣੋ ਨੰਬਰ ਦੇਖੋ ਮੈਂ ਤਾਂ GST ਤੇ ਮੇਰਾ ਲਾਇਆ ਤੁਹਾਡਾ ਨੰਬਰ ਦੇਖੋ ਨੰਬਰ ਦੇਖੋ ਨੰਬਰ ਕਾਲ ਲਾਓ ਆਹ ਦੇਖੋ ਨੰਬਰ ਨੰਬਰ ਤੁਸੀਂ ਜਿਨ੍ਹਾਂ ਨੂੰ ਕਾਲ ਕਰ ਰਹੇ ਹੋ GST ਡਿਪਾਰਟਮੈਂਟ ਦੇ ਆ ਉਹ ਐਕਸਾਈਜ਼ ਦੇ ਨਹੀਂ ਆ। ਬੈਟ ਉਹਨਾਂ ਨੇ ਲੈਣਾ ਤੁਹਾਡੇ ਤੋਂ ਮੇਨ ਡੀਲਿੰਗ ਹੈ ਰਮਨ ਹੈ ਨਾ ਇਹਨਾਂ ਦੇ ਬੈਟ ਤੁਸੀਂ ਦੇ ਹੀ ਨਹੀਂ ਰਹੇ ਮੈਡਮ ਨੂੰ ਕਹੋ ਮੈਡਮ ਕਹਿੰਦੇ ਮੈਨੂੰ ਬਿੱਲ ਕੱਟਣੇ ਆ ਇੱਥੇ ਜੀ ਮੈਂ ਮੈਡਮ ਨੇ ਸਾਨੂੰ ਕਹਿਤਾ ਕਿ ਮੈਂ ਕੋਡ ਆਫ ਕੰਡਕਟ ਜ਼ਬਰਦਸਤੀ ਬਿਲਿੰਗ ਕਰਾਈ ਹੈ ਮੈਡਮ ਅਦਰਵਾਈਜ਼ ਬਿਲਿੰਗ ਨਹੀਂ ਕਪੂਰਥਲੇ ਚ ਹੋ ਰਹੀ ਹੈਗੀ ਸਿਰਫ ਕੋਡ ਆਫ ਕੰਡਕਟ ਬਿੱਲ ਬੁੱਕਾਂ ਦੇ ਕੇ ਬਿੱਲ ਕਟਵਾਏ ਗਏ ਹੈਗੇ ਯਾਨੀ ਕਿ ਜਿੰਨੇ ਠੇਕੇਦਾਰ ਵੱਡੇ ਨੇ ਜਿੱਦਾਂ ਰਮਨ ਹੈ ਆਸ਼ੀਸ਼ ਹੈ ਸਾਨੂੰ ਡਿਪਾਰਟਮੈਂਟ ਨੇ ਦਿੱਤਾ ਹੈਗਾ ਡਿਪਾਰਟਮੈਂਟ ਕਹਿੰਦਾ ਵੀ ਰਮਨ ਕੁਮਾਰ ਕੋਲ ਠੇਕੇ ਆਸ਼ੀਸ਼ ਸ਼ਰਮਾ ਤੇ ਗਗਨ ਸ਼ਰਮਾ ਕੋਲ ਠੇਕੇ ਨੇ ਇੱਕ ਵੀ ਬੰਦਾ ਸਾਨੂੰ ਕਹਿੰਦੇ ਵੈਟ ਨਹੀਂ ਦੇ ਰਿਹਾ ਕਪੂਰਥਲੇ ਦੇ ਵੀ ਠੀਕ ਹੈ ਜੀ ਆਪਣੇ ਈਟੀਓ ਮੈਡਮ ਤੇ ਇਹ ਦੇਖੋ ਜੀ ਇਹ ਲੋ ਅਸੀਂ ਤੁਹਾਨੂੰ ਕੋਈ ਵੀ ਚੀਜ਼ ਕਾਗਜ਼ਾਂ ਤੋਂ ਬਾਹਰ ਨਹੀਂ ਕਰਾਂਗੇ ਅਸਿਸਟੈਂਟ ਕਮਿਸ਼ਨਰ GST ਰਾਹੁਲ ਪਾਟਿਆ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ GST ਮੈਡਮ ਪ੍ਰਿੰਕਾ ਕਹਿੰਦੇ ਆ ਕੋਡ ਆਫ ਕੰਡਕਟ ਅਸੀਂ ਬਿੱਲ ਕਟਵਾਏ ਹੈਗੇ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਬਿੱਲ ਦੇਣੇ ਬੈਟ ਬੰਦ ਕਰ ਦਿੱਤਾ ਹੈਗਾ ਹੁਣ ਇਹ ਕੀ ਕਿੱਥੇ ਕਿਸ ਸਟੇਜ ਤੇ ਮਿਲੀ ਭੁਗਤ ਹੈ ਇਹ ਠੇਕੇਦਾਰ ਮਾਮਲਾ ਪੂਰਾ ਜਾਣਦੇ ਹੈ ਨੇ। ਕੀ ਹੈ ਜੀ ਇਹ ਮਾਮਲਾ ਹੈ ਜੀ ਮਾਮਲਾ ਇਹ ਹੈ ਕਿ ਜਦ ਤੱਕ ਸਰਕਾਰ 40 ਕਰੋੜ ਚ ਠੇਕੇ ਦੇ ਕੇ ਠੀਕ ਹੈ ਦੇਖੋ L1 ਤੱਕ ਜਦ ਤੱਕ ਹੋਲਸੇਲ ਮਾਲ ਆਉਂਦਾ ਉੱਥੇ ਐਕਸਾਈਜ਼ ਡਿਊਟੀ ਇਕੱਠੀ ਲੈ ਲਿੱਤੀ ਜਾਂਦੀ ਹੈ ਜਿੱਦਾਂ ਐਕਸਾਈਜ਼ ਡਿਊਟੀ ਲਿੱਤੀ ਉਹਨਾਂ ਨੇ ਇਹਨਾਂ ਨੂੰ ਜਦੋਂ ਦਿੱਤਾ ਹੈਗਾ ਰਮਨ ਨੂੰ ਠੇਕਾ ਉਹਨਾਂ ਨੇ 14,95,578 ਰੁਪਏ ਲੈ ਲਿੱਤੇ ਲੇਕਿਨ ਜਦੋਂ ਰਿਟੇਲ ਤੇ ਆ ਜਾਂਦਾ ਉੱਥੇ ਬੈਟ ਲੱਗਣਾ ਜਿੱਦਾਂ ਕੱਪੜਿਆਂ ਤੇ ਲੱਗਦਾ ਬਾਕੀ ਆਈਟਮ ਤੇ ਲੱਗਦਾ ਲੇਕਿਨ ਠੇਕੇਦਾਰ ਕਿਸੇ ਨੂੰ ਬਿੱਲ ਨਹੀਂ ਕੱਟ ਕੇ ਦੇ ਰਹੇ ਹੈਗੇ ਬਿੱਲ ਕੱਟਣਾ ਇਹਨਾਂ ਦੀ ਡਿਊਟੀ ਹੈ ਬਿੱਲ 'ਚ 14% ਟੈਕਸ ਪੈਂਦਾ ਹੈਗਾ ਉਹ ਖਜ਼ਾਨੇ 'ਚ ਜਾਣਾ ਹੈਗਾ ਉਹ ਖਜ਼ਾਨੇ ਦਾ ਟੈਕਸ ਜਿਹੜੇ ਆ ਜਿੰਨੇ ਵੀ ਇਹ ਵੱਡੇ ਠੇਕੇਦਾਰ ਹੈ ਉਹ ਆਪ ਹਜਮ ਚੋਰੀ ਕਰ ਰਹੇ ਇਸੇ ਕਰਕੇ ਅੱਜ ਹਾਲਾਤ ਇੰਡੀਆ 'ਚ ਇਹ ਹੋ ਗਏ ਕਿ ਸਿਲੰਡਰ 1000 ਰੁਪਏ ਦਾ ਹੋ ਗਿਆ ਡੀਜ਼ਲ ਪੈਟਰੋਲ ਵੱਧ ਗਿਆ ਕਿਉਂਕਿ ਖਰਚੇ ਤਾਂ ਪੂਰੇ ਕਰਨੇ ਆ ਸਾਡਾ ਜਿਹੜਾ ਆਮ ਆਦਮੀ ਪਾਰਟੀ ਦਾ ਮਕਸਦ ਹੈ ਖਜ਼ਾਨੇ ਦਾ ਪੈਸਾ ਪੂਰਾ ਕਰਨਾ
ਟੈਕਸ ਦੀ ਚੋਰੀ ਬਚਾਣੀ, ਐਕਸਾਈਜ਼ ਦੀ ਚੋਰੀ ਬਚਾਣੀ, ਵੈਟ ਦੀ ਚੋਰੀ ਬਚਾਣੀ, ਤਾਂ ਕਿ ਖਜ਼ਾਨੇ 'ਚ ਪੈਸਾ ਹੋਊਗਾ ਤੇ ਸਾਡੀ ਮਹਿੰਗਾਈ ਘਟੂਗੀ। ਸਾਨੂੰ ਕਿਸੇ ਨਾਲ ਪਰਸਨਲ ਰੰਜਿਸ਼ ਨਹੀਂ ਹੈਗੀ, ਹੁੰਦਾ ਨਾ ਵੀ ਪਰਸਨਲ ਰੰਜਿਸ਼ ਕਰਕੇ ਆਏ ਆ। ਆਪਣੀ ਇੱਕੋ ਹੀ ਥਿਊਰੀ ਆ ਵੀ ਆਮ ਆਦਮੀ ਪਾਰਟੀ ਆ ਗਈ ਆ, ਹਾਂਜੀ ਖਜ਼ਾਨੇ 'ਚ ਪੈਸਾ ਵਧੇ, ਸਹੀ ਗੱਲ ਆ ਤਾਂ ਕਿ ਜੀ। ਅਸੀਂ ਪੈਸਾ ਮੰਗ ਕੇ ਲੋਕਾਂ ਦੇ ਕੰਮ ਕਰ ਕਰਾ ਸਕੀਏ। ਮੈਡਮ ਜੀ ਇਹ ਰੋਜ਼ ਪੀਨੇ ਨੂੰ 90 ਰੁਪਏ ਦਾ ਪਈਆ ਦਿਹਾੜੀ ਲੈ ਦੇ ਕਰਿਆ ਕਰੇ ਪੀਏ ਕਿੱਥੋਂ ਆਏ ਕੀ ਕਰੀਏ ਦੱਸੋ ਬਿੱਲ ਦਿੰਦੇ ਆ ਤੁਹਾਨੂੰ, ਅਗਲੇ 90 ਰੁਪਏ ਲੈਂਦੇ ਆ ਕੋਈ ਨਹੀਂ ਦਿੰਦਾ ਕੱਟ ਕੇ 90-100 ਰੁਪਏ ਲਾਉਂਦੇ ਪਾਈਏ ਦਾ ਕੋਈ ਨਹੀਂ ਬਿੱਲ ਦਿੰਦਾ ਜੀ। ਅੱਗੇ ਦੱਸ ਦਿਓ ਬਿੱਲ ਕਿਹਨੂੰ ਮਿਲਦਾ, ਸਾਨੂੰ ਕੋਈ ਨਹੀਂ ਬਿੱਲ ਦਿੰਦਾ ਪੁੱਛੋ ਜੀ ਬਿੱਲ ਮਿਲਦਾ ਸ਼ੇਖਰ? ਹੁਣ ਆਈ ਦਿਹਾੜੀ ਕਰਦੇ ਆ ਬੱਚੇ ਪਾਲੀਏ ਕਿ ਪੀਏ ਹੁਣ ਸਾਨੂੰ ਨਕੀਆ ਕਰੀਏ ਇੱਥੋਂ ਹੀ ਲੈਣੇ ਆ ਰਹੇ ਰੋਜ਼ ਦਾਰੂ ਕੋਈ ਲੈਣੀ ਪੈਣੀ ਹੋਰ ਕਿੱਥੋਂ ਲੈਣੀ ਕੀ ਕਰੀਏ ਹੁਣ ਦੱਸੋ ਮਹੱਲਾ ਸਾਡਾ ਸੁੰਦਰ ਲੱਗ ਰਿਹਾ ਬਾਹਰੋਂ ਥੋੜੀ ਲੈਣੀ ਠੀਕ ਹੈ ਜਿਹੜੀ ਨਹੀਂ ਇੱਧਰ ਦੇਖੋ, ਕਹਿੰਦੇ ਅਸੀਂ ਰੋਜ਼ ਲੈਂਦੇ ਆ, ਅਸੀਂ ਬਿੱਲ ਮਿਲਿਆ ਤੁਹਾਨੂੰ? ਨਹੀਂ ਦਿੱਤਾ ਬਿੱਲ ਦੱਸੋ ਕੋਈ ਬਿੱਲ ਨਹੀਂ ਮਿਲਦਾ ਨਾ, ਕਿਸੇ ਠੇਕੇ ਤੋਂ ਬਿੱਲ ਨਹੀਂ ਮਿਲਦਾ। ਇਹਦਾ ਹੁਣ ਸਰਕਾਰੀ ਪੈਸੇ ਦੀ ਚੋਰੀ ਹੁੰਦੀ ਹੈ। ਮੈਡਮ ਉਹਨਾਂ ਨੇ ਕੀ ਕਾਰਵਾਈ ਦੇਖੋ ਇਹ ਚੀਜ਼ ਅਸੀਂ ਫਾਈਨਾਂਸ ਡਿਪਾਰਟਮੈਂਟ ਦੇ ਨੋਟਿਸ ਲਿਆਵਾਂਗੇ। ਚੀਮਾ ਸਾਹਿਬ ਦੇ ਡਿਫੈਂਸ ਮਿਨਿਸਟਰ ਨੇ, ਉਹਨਾਂ ਕੋਲ ਐਕਸਾਈਜ਼ ਤੇ ਵੈਟ ਦਾ ਸਿਸਟਮ ਹੈ। ਇਹ ਚੀਜ਼ ਉਹਨਾਂ ਦੇ ਨੋਟਿਸ ਲਿਆਂਦੀ ਜਾਊਗੀ ਕਿ ਠੇਕੇਦਾਰ ਜਿਹੜੇ ਰਿਟੇਲ ਦਾ ਕੰਮ ਕਰਦੇ ਆ ਉਹ ਵੈਟ ਦੀ ਚੋਰੀ ਕਰਦੇ ਆ, ਜਿਹਦੇ ਨਾਲ ਲੱਖਾਂ ਰੁਪਏ ਦਾ ਖਜ਼ਾਨੇ ਨੂੰ ਨੁਕਸਾਨ ਹੁੰਦਾ। ਠੀਕ ਹੈ ਔਰ ਅਸੀਂ ਡਿਪਾਰਟਮੈਂਟ ਨੂੰ ਵੀ ਹੱਥ ਜੋੜਾਂਗੇ ਕਿ ਇਹ ਵੈਟ ਜਿਹੜਾ ਚੋਰੀ ਹੋ ਰਿਹਾ ਉਹ ਚੋਰੀ ਕੰਟਰੋਲ ਕੀਤੀ ਜਾਵੇ ਤੇ ਲੀਗਲ ਐਕਸ਼ਨ ਲਿੱਤਾ ਜਾਵੇ, ਤਾਂ ਕਿ ਜਿਹੜੀ ਆ ਖਜ਼ਾਨਾ ਜਿਹੜਾ ਸਾਡਾ ਵਾ ਉਹ ਭਰੇ। ਇਹ ਮੈਡਮ ਇਸ ਠੇਕੇ ਤੋਂ ਇਲਾਵਾ ਹੋਰ ਵੀ ਅੱਗੇ ਵੀ ਅਸੀਂ ਹਰ ਠੇਕਾ ਹੀ ਚੈੱਕ ਕਰਾਂਗੇ, ਕਿਉਂਕਿ ਸਾਡਾ ਮਕਸਦ ਇਹ ਵੀ ਮੇਰੇ ਵੀਰ ਨੇ, ਇਹ ਮੇਰੇ ਬੱਚੇ ਨੇ, ਮੈਨੂੰ ਕਿਸੇ ਨਾਲ ਕੋਈ ਨਹੀਂ ਰੰਜਿਸ਼ ਹੈਗੀ। ਮੈਨੂੰ ਤਾਂ ਸਿੰਪਲ ਹੈ ਵੀ ਸਰਕਾਰ ਦੇ ਖਜ਼ਾਨੇ ਦਾ ਪੈਸਾ ਸਰਕਾਰ ਦੇ ਖਜ਼ਾਨੇ 'ਚ ਆਉਣਾ ਚਾਹੀਦਾ। ਮੈਡਮ ਜੀ ਪੀਏ ਕਿੱਥੋਂ ਹੈ ਮੈਡਮ ਜੀ